ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨਾ ਅਗਨ ਕਟਹਿ ਸਭ ਤੇਰੇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਮੈਂ ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਹੋਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮਿਹਰਮਤ ਦੇ ਸਾਈ ਬਖਸ਼ਿਸ਼ਾਂ ਦੇ ਭੰਡਾਰ ਗੁਣੀ ਨਿਧਾਨ ਸਰਬ ਮਨੁੱਖਤਾ ਦਾ ਉਧਾਰ ਕਰਨ ਹਾਰ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਸੱਜ ਕੇ ਦੁੱਤੀ ਵੱਖਰੀ ਨਿਆਰੀ ਸ਼ਬਦ ਦੇਣ ਵਾਲੇ ਸਤਿਗੁਰੂ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਰਾਤਰੀ ਸਮਾਗਮ ਅੰਦਰ ਜੁੜ ਕੇ ਧੁਰ ਕੀ ਬਾਣੀ ਦੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਕਰੋ ਕਿਰਪਾਲਤਾ ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਵਿਚਾਰਾਂ ਦੀ ਸੇਵਾ ਲੈਣ। ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਕੋਈ ਰਸਮਵਾਦੀ ਨਾ ਰਹੇ, ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਆਦਰ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੋਲ ਕੀਰਤਨ ਰੂਪ ਵਿੱਚ ਆਪਾਂ ਨੇ ਸਰਵਣ ਕੀਤੇ ਨੇ। ਇਹ ਅਜੋਕੇ ਸਮੇਂ ਦਾ ਕਲਯੁਗ ਦਾ ਧਰਤੀ ਦਾ ਸਭ ਤੋਂ ਵੱਡਾ ਜੇ ਕੋਈ ਸਾਕਾ ਹੋਇਆ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਐਸਾ ਸਾਕਾ ਐਸੀ ਸ਼ਹਾਦਤ ਦੁਨੀਆ ਤੇ ਹੋਰ ਕਿਤੇ ਨਹੀਂ। ਇਹ ਇੱਥੋਂ ਹੀ ਆਪਾਂ ਬੇਨਤੀ ਰੰਭਣੀ ਹੈ ਕਿ ਸਿੱਖੀ ਇਤਿਹਾਸ ਅੰਦਰ ਬਹੁਤ ਨੁਕਤੇ ਐਸੇ ਨੇ ਜਿਹੜੇ ਵਰਲਡ ਰਿਕਾਰਡ ਦੁਨੀਆ ਤੋਂ ਨਹੀਂ ਲੱਭਣਗੇ ਤੁਹਾਨੂੰ। ਭਾਵੇਂ ਤੁਸੀਂ ਜਿਹਨੂੰ ਆਪਾਂ ਦੇ ਫਸਟ ਏਡ ਕਹਿੰਦੇ ਉਹ ਤੋਂ ਲੈ ਕੇ ਗੱਲ ਸ਼ੁਰੂ ਕਰੀਏ ਆਪਣੇ ਪ੍ਰਕਰਨ ਵੱਲ ਪ੍ਰਤੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਦੁੱਤੀ ਕਿਉਂ? ਸ਼ਬਦਾਂ ਅੰਦਰ ਆਪਾਂ ਇਹਨੇ ਸੁਣ ਲਿਆ ਕਿ ਕਿਨੂੰ ਵੱਡੋ ਕਲੂ ਮੈਂ ਸਾਕਾ। ਸਭ ਤੋਂ ਵੱਡਾ ਜਿਹੜਾ ਕਲਯੁਗ ਦਾ ਸਾਕਾ ਹੈ ਸ਼ਹਾਦਤ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਅਗਲੀ ਗੱਲ ਸ਼ਹੀਦ ਕਿਉਂ ਹੁੰਦਾ ਤੇ ਸ਼ਹੀਦ ਨੂੰ ਮਹਾਨ ਕਿਉਂ ਮੰਨਿਆ ਜਾਂਦਾ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਲੱਗੇ ਦੁਨੀਆ ਤੇ ਬਹੁਤ ਲੋਕ ਆਉਂਦੇ ਨੇ ਤੇ ਚਲੇ ਜਾਂਦੇ ਆ, ਜਿਹਨੂੰ ਆਪਾਂ ਆਮ ਮੌਤ ਕਹਿੰਦੇ ਹਾਂ। ਬੜੇ ਧਿਆਨ ਨਾਲ ਸੁਣਨਾ। 8 ਤਰ੍ਹਾਂ ਦੀ ਮੌਤ ਮੰਨੀ ਹੋਈ ਹੈ ਜੀ ਸ਼ਾਸਤਰਾਂ ਨੇ, ਦੁਨੀਆ ਦੇ ਧਾਰਮਿਕ ਗ੍ਰੰਥਾਂ ਨੇ, ਸਾਹਿਤਕ ਗ੍ਰੰਥਾਂ ਨੇ। ਆਪਾਂ ਜਿਹੜੀ ਮੌਤ ਦਾ ਜ਼ਿਕਰ ਕਰਦੇ ਉਹਨੂੰ ਆਪਾਂ ਸਰੀਰਕ ਮੌਤ ਕਹਿੰਦੇ। ਵੈਸੇ ਸਰੀਰ ਤਿਆਗ
ਜਦੋਂ ਗੱਲ ਸ਼ਹੀਦੀ ਦੀ ਆਉਂਦੀ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸ਼ਹਾਦਤ ਉਹ ਦੇ ਸਕਦਾ ਹੈ ਪਹਿਲਾਂ ਜਿਹਨੂੰ ਇਹ ਪਤਾ ਲੱਗਦਾ ਹੈ ਵੀ ਮੈਂ ਮਰਨ ਵਾਲਾ ਨਹੀਂ ਹਾਂ। ਅਜੇ ਆਪਾਂ ਸਾਰੇ ਤੁਸੀਂ ਅਸੀਂ ਚਲੋ ਆਪਾਂ ਮੇਰਾ ਸੁਭਾਅ ਜਿਹੜੇ ਸੁਣਦੇ ਤੁਸੀਂ ਜਾਣਦੇ ਹੋ ਐਨ ਬਿਲਕੁਲ ਪੇਂਡੂ ਉਦਾਹਰਨ, ਆਪਾਂ ਗੱਡੀ ਸਫ਼ਰ ਕਰਦੇ ਹਾਂ ਤਾਂ ਡਰਦੇ ਹਾਂ ਬਿਮਾਰੀ ਨਾ ਜਾਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਰਨਹਾਰ ਇਹੋ ਜੀਅਰਾ ਨਾ। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ ਪਠਨ ਆਪਾਂ ਕਰਨੇ ਆ, ਪਰ ਜਿਹਦੇ ਨੁਕਤਾ ਗੁਰੂ ਦੇ ਬਚਨ ਅੰਦਰ ਵਸਣਗੇ ਨਾ ਵੀ ਮੈਂ ਮਰਨਾ ਥੋੜੀ। ਹੁਣ ਇੱਕ ਗੱਡੀ ਆਪਾਂ ਚੇਂਜ ਕਰਦੇ ਆ ਤੇ ਜਦੋਂ ਨਵੀਂ ਗੱਡੀ ਮਿਲਦੀ ਖੁਸ਼ ਹੁੰਦੇ ਕਿ ਨਾਰਾਜ਼ ਹੁੰਦੇ। ਜਿਹਨੂੰ ਇਹ ਸਮਝ ਆ ਗਈ ਮੈਂ ਪੁਰਾਣੀ ਗੱਡੀ ਦੇ ਰਿਹਾ, ਨਵੀਂ ਗੱਡੀ ਮਿਲਣ ਵਾਲੀ ਹੈ, ਉਹਦੇ ਲੜੂ ਵੰਡਦਾ ਉਹਦੇ ਖੁਸ਼ ਹੁੰਦਾ। ਸ਼ਹੀਦ ਉਹ ਹੁੰਦਾ ਜਿਹਨੂੰ ਪਤਾ ਲੱਗ ਜਾਂਦਾ ਵੀ ਮੈਂ ਥੋੜੀ ਮਰਨਾ, ਸਰੀਰ ਬਦਲ ਉਹਦਾ ਖੇਡ ਬਣਾਇਆ ਹੋਇਆ, ਖੇਡ ਮਾਲਕ ਵੇਖੀ ਜਾਂਦਾ ਹੈ ਤੇ ਆਪਾਂ ਸਰੀਰ ਬਦਲ ਲੈਣਾ। ਇਸ ਸੰਸਾਰ ਤੇ ਆਉਣਾ ਪਿਆ ਉਹਦੇ ਹੁਕਮ ਚਾਹਾਂਗੇ, ਨਹੀਂ ਹਮੇਸ਼ਾ ਲਈ ਉਹਦੇ ਚਰਨਾਂ ਚ ਲੀਨ। ਹਰ ਦੁਨੀਆ ਤੇ ਬਹੁਤ ਲੋਕ ਮਰਦੇ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਚੰਗਾ ਲੱਗਦਾ ਹੈ, ਮੇਰੇ ਮਨ ਚ ਚਾਅ ਹੈ ਕਿ ਮੈਂ ਮਰਾਂ। ਧਿਆਨ ਸੁਣੋ, ਦੁਨੀਆ ਤੇ ਤੁਹਾਨੂੰ ਕੋਈ ਬੰਦਾ ਨਹੀਂ ਕਹੇਗਾ ਦੇਖੋ ਕੋਈ ਸੁਸਾਇਡ ਖੁਦਕੁਸ਼ੀ ਕਰੇ, ਕੋਈ ਡਿਫਰੈਂਟ ਚੀਜ਼ ਹੈ ਵੀ ਕੀ ਖੇਡ ਆ, ਉਹ ਵਿਸ਼ਾ ਨਹੀਂ ਮੇਰਾ। ਪਰ ਯਾਦ ਰੱਖਿਓ ਕੋਈ ਐਸਾ ਕਾਰਨ ਵੀ ਬਣੇ ਤੇ ਬਹੁਤ ਗੰਭੀਰ ਹਾਲਤਾਂ ਚੋਂ ਬਹੁਤ ਦੁਖੀ ਹਿਰਦੇ ਚ ਹੁੰਦੀ ਉਹ ਗੱਲ, ਪਰ ਬਾਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਮਰਨ ਦਾ ਚਾਅ ਹੈ। ਬਚਨ ਤੁਹਾਨੂੰ ਕੰਠ ਹੋਣਗੇ, ਕਬੀਰ ਮੋਹੇ ਮਰਨੇ ਕਾ ਚਾਓ ਹੈ। ਤੇ ਬਾਬਾ ਕਬੀਰ ਸਾਹਿਬ ਨੂੰ ਪੁੱਛਿਆ ਵੀ ਜੇ ਮਰਨ ਦਾ ਚਾਹ ਤੇ ਮਰੀ ਤੇ ਸਾਰੀ ਦੁਨੀਆ ਜਾਂਦੀ ਹੈ, ਤੁਸੀਂ ਇੱਕ ਦਿਨ ਚਲੇ ਜਾਓਗੇ ਫਿਰ ਕੀ ਹੋਏਗਾ? ਉਹ ਕਹਿੰਦੇ ਨੇ ਉਸ ਮਰਨ ਦੀ ਗੱਲ ਨਹੀਂ ਕਰਦਾ ਜੀ ਤੂੰ ਕਰਦਾ, ਮੈਂ ਉਹ ਮਰਨ ਦੀ ਗੱਲ ਕਰਦਾ ਮਰੋ ਤਾਂ ਹਰ ਕੈ ਦੁਆਰ। ਬੜੇ ਧਿਆਨ ਨਾਲ ਸੁਣੋ, ਹਰ ਕੈ ਦੁਆਰ ਦਾ ਅਰਥ ਇਹ ਨਹੀਂ ਹੈ ਕਿ ਕੇਵਲ ਜਿੱਥੇ ਰੱਬ ਦਾ ਕੋਈ ਧਾਰਮਿਕ ਸਥਾਨ ਬਣਿਆ ਉੱਥੇ ਜਾ ਕੇ ਮਰ ਜਾਵਾਂ ਤੇ ਮੈਂ ਸਮਝ ਲਵਾਂ ਮੈਂ ਹਰ ਕੈ ਦੁਆਰ ਮਰ। ਨਹੀਂ, ਜੋ ਪ੍ਰਭੂ ਦੇ ਪਿਆਰ ਵਿੱਚ, ਪ੍ਰਮਾਤਮਾ ਦੇ ਪਿਆਰ ਵਿੱਚ, ਗੁਰੂ ਦੇ ਪਿਆਰ ਵਿੱਚ, ਧਰਮ ਦੇ ਪਿਆਰ ਵਿੱਚ ਆਪਣੇ ਆਪ ਨੂੰ ਆਪਣੀ ਕੁਰਬਾਨੀ ਕਹਿ ਲਓ, ਆਪਣੀ ਸ਼ਹਾਦਤ ਦੇ ਜਾਂਦੇ ਨੇ, ਕੁਰਬਾਨ ਕਰ ਦਿੰਦੇ ਨੇ, ਸਰੀਰ ਨੂੰ ਸ਼ਹਾਦਤ ਹੋ ਗਈ। ਬਾਬਾ ਕਬੀਰ ਸਾਹਿਬ ਕਹਿੰਦੇ ਉਹ ਮਰਨ ਦਾ ਚਾਹ ਹੈ, ਮਰੋ ਤਾਂ ਹਰ ਕੈ ਦੁਆਰ। ਕਿ ਅਸੀਂ ਬੇਨਤੀ ਕਰੀਏ ਵੀ ਇਹਦਾ ਫਾਇਦਾ ਕੀ ਹੁੰਦਾ ਜੀ? ਬਾਬਾ ਕਬੀਰ ਸਾਹਿਬ ਕਹਿੰਦੇ ਮਤ ਹਰ ਪੁੱਛੈ ਕੌਣ ਹੈ। ਆਹ ਬੇਨਤੀ ਤੁਹਾਨੂੰ ਲਿਆਉਣਾ ਹੈ। ਵੇਖੋ ਕੋਈ ਨਾਮ ਜਪਦਾ ਹੈ, ਬੜੇ ਧਿਆਨ ਨਾਲ ਸੁਣਿਓ ਜਿਹੜੇ ਗੁਰਸਿੱਖ ਨਾਮ ਬਾਣੀ ਦੇ ਅਭਿਆਸੀ ਹੋਗੇ, ਹੋ ਸਕਦਾ ਨਾਮ ਜਪਣ ਵਾਲਾ ਅਧਵਾਟੇ ਰਹਿ ਜਾਵੇ। ਸ਼ਬਦ ਕਹਿਣ ਲੱਗਾ ਮੈਨੂੰ ਮਾਫੀ ਦਿਆ। ਕੋਈ ਸਿਮਰਨ ਕਰਦਾ ਹੈ, ਉਹਨੇ ਮੰਨ ਲਓ 100 ਕਿਲੋਮੀਟਰ ਜਾਣਾ, ਕਿਸੇ ਨੇ 90 ਕਿਲੋਮੀਟਰ ਦਾ ਸਫ਼ਰ ਕਰ ਲਿਆ, 10 ਰਹਿ ਗਏ, 10 ਬਾਕੀ ਹੈ। ਇੱਦਾਂ ਕੁਝ ਸਿਮਰਨ ਕਰਦਾ ਪ੍ਰਭੂ ਤੱਕ ਪਹੁੰਚਣ ਲਈ, ਲੀਨਤਾ ਨਹੀਂ ਹੋਈ, ਸਰੀਰ ਤੇ ਅੱਗ ਨਾ ਪੈ ਰਿਹਾ, ਸਵਾਸ ਪੂਰੇ ਹੋ ਗਏ, ਅੱਗੇ ਜਨਮ ਲੈਣਾ ਪਏਗਾ। ਪ੍ਰਭੂ ਦੀ ਲੀਨਤਾ ਨਹੀਂ ਮਿਲੀ, ਸੰਪੂਰਨਤਾ ਨਹੀਂ ਨਾ ਹੋਈ, ਸੰਪੂਰਨ ਨਹੀਂ ਨਾ ਹੋਇਆ। ਪਰ ਇੱਕ ਸ਼ਹਾਦਤ ਹੀ ਐਸਾ ਨੁਕਤਾ ਹੈ ਜਿਹਦੇ ਅੰਦਰ ਕੁਝ ਨਹੀਂ ਕਰਨਾ ਪੈਂਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਹਿਲਾਂ ਸਿਧਾਂਤ ਨੇ, ਸਾਡਾ ਕੌਨਸਟੀਟਿਊਸ਼ਨ ਹੈ ਸਪਿਰਚੁਅਲ ਦਾ, ਰੂਹਾਨੀਅਤ ਦਾ, ਵੀ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਅਥੈਂਟਿਕ ਕਰ ਲਈਏ ਤਾਂ ਕਿ ਸਮਝ ਆ ਜਾਵੇ। ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਕਹਿੰਦੇ ਜੇ ਸ਼ਹੀਦ ਹੋ ਜੇ ਨਾ ਬੰਦਾ, ਮਰੋ ਤਾਂ ਹਰ ਕੈ ਦੁਆਰ। ਤੇ ਕੀ ਹੁੰਦਾ? ਸਾਹਿਬ ਕਹਿੰਦੇ ਮਤ ਹਰ ਪੁੱਛੈ ਕੌਣ ਹੈ। ਰੱਬ ਵੀ ਨਹੀਂ ਪੁੱਛਦਾ, ਕੀ ਨਹੀਂ ਪੁੱਛਦਾ? ਪਰਾ ਹਮਾਰਾ ਬਾਰ ਵੀ ਤੂੰ ਮੇਰੇ ਬੂਹੇ ਤੇ ਖੜਾ ਹੈ, ਤੂੰ ਕੌਣ ਹੈ? ਨਹੀਂ ਪੁੱਛਦਾ। ਸ਼ਹਾਦਤ ਇੱਕ ਐਸਾ ਨੁਕਤਾ ਹੈ। ਮੈਂ ਇਤਿਹਾਸ ਦੇ ਦੂਜੇ ਅੰਗਾਂ ਵੱਲ ਨਾ ਜਾਵਾਂ, ਸੁਣਿਓ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਮਰਨ ਦਾ ਚਾਅ, ਪਹਿਲਾ ਪੁਆਇੰਟ ਗੁਰਬਾਣੀ ਦਾ। ਦੂਜੀ ਗੱਲ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਪੁੱਛ ਲਈਏ ਨਾ ਵੀ ਸ਼ਹੀਦ ਕੌਣ ਹੁੰਦਾ? ਸੁਣਿਓ, ਭਾਈ ਗੁਰਦਾਸ ਸਾਹਿਬ ਨੇ 2 ਪਾਤਰ ਘੜੇ ਆ, ਧਿਆਨ ਚ ਰੱਖਿਆ ਜੇ ਸਮਝ ਆਏਗੀ ਗੱਲ। ਇੱਕ ਪਾਸੇ ਭਾਈ ਗੁਰਦਾਸ ਸਾਹਿਬ ਨੇ ਪਾਣੀ ਨੂੰ ਖੜਾ ਕੀਤਾ, ਦੂਜੇ ਪਾਸੇ ਭਾਈ ਗੁਰਦਾਸ ਸਾਹਿਬ ਨੇ ਦੂਜੀਆਂ ਚੀਜ਼ਾਂ ਖੜੀਆਂ ਕੀਤੀਆਂ। ਭਾਈ ਗੁਰਦਾਸ ਜੀ ਪਾਣੀ ਨੂੰ ਪੁੱਛਦੇ ਹੈ, ਕਹਿਣ ਲੱਗੇ ਤੇਰੇ ਤੇ ਜਿਹੜੀ ਲੱਕੜ ਹੈ ਇਹ ਤਰਦੀ ਹੈ, ਉਹਨੂੰ ਡਬੋਦਾ ਨਹੀਂ। ਗੱਲ ਸ਼ਹੀਦ ਤੇ ਲਿਆਵਾਂਗੇ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਆਪਾਂ ਸੰਖੇਪ ਜੇ ਪ੍ਰਮਾਣ ਲਏ ਨੇ। ਦੂਜਾ ਭਾਈ ਗੁਰਦਾਸ ਸਾਹਿਬ ਦਾ ਪ੍ਰਮਾਣ। ਭਾਈ ਗੁਰਦਾਸ ਜੀ ਕਹਿੰਦੇ ਪਾਣੀ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਲੱਕੜ ਨੂੰ ਡਬੋਦਾ ਨਹੀਂ, ਤੇ ਪਾਣੀ ਨੇ ਕੀ ਜਵਾਬ ਦਿੱਤਾ? ਪਾਣੀ ਕਹਿੰਦਾ ਮੈਂ ਲੱਕੜ ਨੂੰ ਤਾਂ ਨਹੀਂ ਡਬੋਦਾ ਕਿਉਂਕਿ ਉਹਨੂੰ ਮੈਂ ਪਾਲਿਆ ਹੋਇਆ।
ਹੁਣ ਦੋਵਾਂ ਚੀਜ਼ਾਂ ਸਿੱਖੋ, ਫਰਕ ਸਮਝਿਓ। ਸਿੱਖ ਆਪਾਂ ਸਾਰੇ ਹੀ ਹਾਂ, ਮੇਰਾ ਹੀ ਮੰਨਣਾ। ਅਸੀਂ ਵੇਖੋ ਐਸੇ ਅਸੀਂ ਤੇ ਇਹ ਕਹਿੰਦੇ ਨਾ, ਮੈਂ ਕਹਿੰਦਾ ਮੇਰੇ ਵਰਗਾ ਸਿੱਖ ਕੋਈ ਨਹੀਂ, ਤੇ ਹੋ ਸਕਦਾ ਤੁਹਾਡੇ 'ਚ ਵੀ ਮੇਰੇ ਵਰਗਾ ਕੋਈ ਬੈਠਾ ਹੋਵੇ ਇੱਕ ਅੱਧਾ, ਉਹ ਕਹਿੰਦਾ ਨਹੀਂ ਮੇਰੇ ਤੋਂ ਵੱਡਾ ਸਿੱਖ ਕੋਈ ਨਹੀਂ, ਦੂਜਾ ਕੋਈ ਸਿੱਖ ਨਹੀਂ, ਮੈਂ ਹੀ ਇਕੱਲਾ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੱਲ ਛੱਡ ਕਿ ਬੇਨਤੀ ਪੱਲੇ ਬੰਨੀ ਉਹਦੀ ਪਿਆਰ ਨਾਲ, ਨਾ ਮੈਨੂੰ ਪਤਾ ਵੀ ਕੌਣ ਸਿੱਖ ਹੈ, ਨਾ ਤੁਹਾਨੂੰ ਪਤਾ ਕੌਣ ਸਿੱਖ ਹੈ, ਬਾਪੂ ਗੁਰੂ ਰਾਮਦਾਸ ਸਾਹਿਬ ਨੂੰ ਪਤਾ ਵੀ ਕੌਣ ਸਿੱਖ ਹੈ। ਉਹਨੂੰ ਪੁੱਛਿਓ, ਉਹਨਾਂ ਨੇ ਗੱਲ ਖੋਲ ਦਿੱਤੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਧਿਆ। ਗੱਲ ਹੀ ਕਲੀਅਰ ਹੋ ਗਈ, ਉਹ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਅਖਵਾਉਂਦਾ ਜਿਹੜਾ ਵੀ ਮੈਂ ਸਿੱਖ ਹਾਂ, ਤੂੰ ਆਪਣੇ ਆਪ ਨੂੰ ਪਰਖ ਕੇ ਵੇਖ ਲੈ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਉਹਨੂੰ ਸਰਨਾਵੈ। ਹੈ ਭਾਈ ਗੁਰਦਾਸ ਜੀ ਕਹਿੰਦੇ ਪਾਣੀ ਨੂੰ ਪੁੱਛਿਆ, ਧਿਆਨ ਨਾਲ ਸੁਣਿਓ, ਸ਼ਹੀਦ ਕੌਣ ਹੈ, ਸ਼ਹਾਦਤ ਦਾ ਨੁਕਤਾ ਕੀ ਹੈ, ਸ਼ਹਾਦਤ ਦਾ ਜਿਹੜਾ ਆਪਾਂ ਕੀ ਹੈ ਗੁਰਮਤਿ ਵਿੱਚ ਨਜ਼ਰੀਆ ਕੀ ਹੈ। ਜਦੋਂ ਭਾਈ ਗੁਰਦਾਸ ਜੀ ਕਹਿੰਦੇ ਪਾਣੀ, ਕਹਿੰਦਾ ਮੈਂ ਲੱਕੜ ਨੂੰ ਤਾਂ ਨਹੀਂ ਡੁਬੋਂਦਾ ਕਿਉਂਕਿ ਉਹਨੂੰ ਮੈਂ ਪਾਲਿਆ ਹੋਇਆ। ਹੁਣ ਲੱਕੜ ਨੂੰ ਪਾਣੀ ਪਾਲਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ, ਫਿਰ ਪਾਣੀ ਨੂੰ ਦੁਬਾਰਾ ਪੁੱਛਿਆ ਵੀ ਚੱਲ ਲੱਕੜ ਨੂੰ ਤਾਂ ਨਹੀਂ ਤੂੰ ਡੁਬੋਂਦਾ, ਪਾਲਿਆ ਹੋਇਆ। ਇਹ ਜਦੋਂ ਲੱਕੜ ਦੇ ਨਾਲ ਲੋਹੇ ਜੜੀ ਹੈ, ਗੋਹੇ ਦਾ ਭਾਰ ਭਰਿਆ ਨਾ ਭੱਜਿਆ, ਕਹਿੰਦੇ ਉਸ ਲੱਕੜ ਦੇ ਨਾਲ ਲੋਹਾ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਲੋਹੇ ਨੂੰ ਤਾਂ ਨਹੀਂ ਪਾਲਿਆ ਨਾ, ਤੂੰ ਉਹਨੂੰ ਨਹੀਂ ਡੁਬੋਂਦਾ। ਪਾਣੀ ਕਹਿੰਦਾ ਉਹਨੂੰ ਮੈਂ ਤਾਂ ਨਹੀਂ ਡੁਬੋਂਦਾ, ਉਹਨੇ ਮੇਰੇ ਪਾਲੇ ਹੋਏ ਦੀ ਸੰਗਤ ਕਰ ਲਈ। ਸ਼ਹੀਦ ਕੀ ਹੈ, ਪਾਣੀ ਨੇ ਲੱਕੜ ਨੂੰ ਨਹੀਂ ਡੁਬੋਇਆ ਕਿਉਂਕਿ ਪਾਲਿਆ। ਦੁਆਰਾ ਦੁਆਰਾ ਸੁਣਿਓ, ਲੋਹੇ ਨੂੰ ਤਾਂ ਨਹੀਂ ਡੁਬੋਇਆ ਕਿਉਂਕਿ ਪਾਲੇ ਹੋਏ ਦੀ ਸੰਗਤ ਕਰ ਲਈ। ਇੱਥੇ ਬਸ ਨਹੀਂ, ਭਾਈ ਗੁਰਦਾਸ ਜੀ ਕਹਿੰਦਾ ਹੁਣ ਪਾਣੀ ਨੂੰ ਪੁੱਛਿਆ ਗਿਆ ਵੀ ਚੱਲ ਤੂੰ ਤੇ ਲੱਕੜ ਨੂੰ ਪਾਲਿਆ ਤਾਂ ਨਹੀਂ ਡੁਬੋਂਦਾ, ਲੋਹੇ ਨੂੰ ਤਾਂ ਨਹੀਂ ਡੁਬੋਂਦਾ, ਤੇਰੇ ਪਾਲੇ ਦੀ ਸੰਗਤ ਕਰ ਲਈ। ਇਹ ਭਾਈ ਗੁਰਦਾਸ ਜੀ ਕਹਿੰਦੇ ਲੱਕੜ ਨੂੰ ਅੱਗ ਸਾੜਦੀ ਨਹੀਂ ਜਦੋਂ ਤੂੰ ਹੋਣਾ। ਵੇਖੋ ਸਪਸ਼ਟ ਹੈ ਤੁਹਾਡੇ ਸਾਹਮਣੇ। ਵੈਸੇ ਇਹ ਜਿਹੜਾ ਪੱਖ ਹੈ ਨਾ ਭਾਈ ਗੁਰਦਾਸ ਦਾ, ਉਹ ਹੈ ਸਮੁੰਦਰ ਦਾ। ਤੁਹਾਨੂੰ ਪਤਾ ਹੋਏਗਾ 4 ਤਰ੍ਹਾਂ ਦੀਆਂ ਅਗਨੀਆਂ ਹੁੰਦੀਆਂ। 4 ਤਰ੍ਹਾਂ ਦੀਆਂ ਅਗਨੀਆਂ ਚੋਂ ਇੱਕ ਹੁੰਦੀ ਹੈ ਦਾਵਾ ਅਗਨੀ, ਜਿਹੜੀ ਇਹ ਬਾਂਸ ਜਦੋਂ ਰਗੜਦੇ ਨੇ ਨਾ, ਇਹਨਾਂ ਨੂੰ ਅੱਗ ਲੱਗਦੀ ਜੰਗਲਾਂ, ਇਹਨੂੰ ਦਾਵਾ ਅਗਨੀ ਕਹਿੰਦੇ। ਮਾਤਾ ਦੇ ਉਦਰ ਦੀ ਜਿਹੜੀ ਅਗਨੀ ਹੁੰਦੀ ਉਹ ਜਠਰ ਅਗਨੀ ਹੁੰਦੀ। ਜਿਹੜੀ ਸਮੁੰਦਰ 'ਚ ਅੱਗ ਲੱਗਦੀ ਹੈ ਨਾ, ਇਹਨੂੰ ਬਾੜ ਅਗਨੀ ਕਹਿੰਦੇ। ਵੈਸੇ ਅੱਜ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਨਾ ਤੇ ਸਾਨੂੰ ਪੜ੍ਹਨ ਦੀ ਲੋੜ ਪਈ ਹੈ, ਨਾ ਤੁਸੀਂ ਉਸ ਪੱਖ को ਵੇਖਦੇ ਹੋ। ਅਸੀਂ ਉਸ ਪੱਖ ਨੂੰ ਵੇਖੀਏ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਸਮਝਾਇਆ। ਬਾੜ ਅਗਨੀ ਕਰਕੇ ਉੱਪਰ ਪਾਣੀ ਹੁੰਦਾ ਹੈ, ਥੱਲੇ ਅੱਗ ਹੈ। ਸਮੁੰਦਰ ਵਿੱਚ ਜਵਾਹਰ ਭਾਟਿਆਂ ਦਾ ਉਹ ਸਾਰੀਆਂ ਗੱਲਾਂ ਡਿਫਰੈਂਟ ਨੇ। ਜਦੋਂ ਪੁੱਛਿਆ ਗਿਆ ਕਿ ਉਹ ਅੱਗ ਵੀ ਨਹੀਂ ਸਾੜਦੀ, ਭਾਈ ਗੁਰਦਾਸ ਜੀ ਕਹਿੰਦੇ ਪਾਣੀ ਕਹਿੰਦਾ ਉਹ ਅੱਗ ਤਾਂ ਨਹੀਂ ਸਾੜਦੀ ਲੱਕੜ ਨੂੰ ਕਿਉਂਕਿ ਦੋਹਾਂ ਦੇ ਵਿੱਚ ਮੈਂ ਹੁੰਦਾ। ਉੱਪਰ ਲੱਕੜ ਹੈ, ਥੱਲੇ ਅੱਗ ਹੈ, ਵਿਚਕਾਰ ਪਾਣੀ ਹੈ। ਅਗਲੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਚਲ ਇਹ ਵੀ ਗੱਲ ਨਹੀਂ ਬੜੀ। ਗੱਲ ਲਿਆਉਂਦੇ ਭਾਈ ਗੁਰਦਾਸ ਜੀ ਪਾਣੀ ਨੂੰ ਪੁੱਛਦੇ ਹੈ ਵੀ ਚੰਦਨ ਲੱਕੜ ਹੈ ਕਿ ਨਹੀਂ ਲੱਕੜ। ਤੁਸੀਂ ਸੁਣ ਰਹੇ ਹੋ, ਟਾਹਲੀ ਵੀ ਲੱਕੜ ਹੈ, ਕਿੱਕਰ ਵੀ ਲੱਕੜ ਹੈ, ਤੇ ਚੰਦਨ ਵੀ ਤਾਂ ਲੱਕੜ ਹੀ ਹੈ ਨਾ, ਉਹ ਦਰਖਤ ਲੋਹੇ ਦਾ ਥੋੜੀ ਹੁੰਦਾ। ਪਰ ਕਮਾਲ ਦੀ ਬਾਤ ਇਹ ਹੈ ਵੀ ਚੰਦਨ ਦੀ ਲੱਕੜ ਨੂੰ ਪਾਣੀ ਡੋਬਦਾ ਹੈ। ਚੰਦਨ ਦੀ ਜਿਹੜੀ ਲੱਕੜ ਪਿਓਰ ਲੱਕੜ ਹੈ ਨਾ, ਚੰਦਨ ਕਈ ਤਰ੍ਹਾਂ ਦਾ ਹੁੰਦਾ ਹੈ। ਜਿਹੜੇ ਚੰਦਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਉਹ 52 ਉਂਗਲਾਂ ਵਾਲਾ, ਉਹਨੂੰ 52 ਮਿਲ ਗਿਆ। ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਛੋਟਾ ਹੁੰਦਾ, ਤਾਂ ਹੀ ਬਾਣੀ ਕਿਹਾ ਨਾ ਵੀ ਬਾਉਣਾ ਹੈ, ਛੋਟਾ ਹੈ, ਪਰ ਉਹਦੇ ਨੇੜੇ ਢੱਕ ਬਣਾ ਰਿਹਾ ਤਾਂ ਉਹ ਵੀ ਸੁਗੰਧਿਤ ਹੋ ਜਾਂਦੇ। ਹੁਣ ਭਾਈ ਗੁਰਦਾਸ ਜੀ ਪਾਣੀ ਨੂੰ ਪੁੱਛਦੇ ਆ, ਕਹਿੰਦੇ ਫਿਰ ਕਾਹਤੋਂ ਡੁਬੋਣਾ, ਅਗਰ ਇਹ ਡੋਬਾ ਜਾਣ ਕੇ ਨਰਮੋਲ ਕੇ ਧੱਜਿਆ। ਪਾਣੀ ਨੂੰ ਜਦੋਂ ਪੁੱਛਿਆ ਨਾ ਤੇ ਪਾਣੀ ਚੋਂ ਧੋ, ਪਾਣੀ ਨੇ ਕਿਹਾ ਵੀ ਹਾਂ ਮੈਂ ਚੰਦਨ ਨੂੰ ਡੁਬੋ ਦਿੰਦਾ। ਸ਼ਹੀਦ ਕੀ ਹੁੰਦੀ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਨੂੰ ਪੁੱਛਿਆ ਪਰ ਇਹ ਪੱਖਪਾਤ ਨਹੀਂ, ਬਾਕੀ ਹਰੇਕ ਲੱਕੜ ਨੂੰ ਤੂੰ ਨਹੀਂ ਡੁਬੋਂਦਾ, ਪਰ ਤੂੰ ਪਾਣੀ ਜਿਹੜਾ ਉਹਨੂੰ ਕਿਹਾ ਚੰਦਨ ਨੂੰ ਕਿਉਂ ਡੁਬੋਣਾ ਹੈ। ਤੇ ਪਾਣੀ ਨੇ ਕਾਰਨ ਦੱਸਿਆ, ਉਹ ਕਹਿੰਦਾ ਚੰਦਨ ਨੂੰ ਮੈਂ ਤਾਂ ਡੁਬੋਣਾ ਜੇ ਮੈਂ ਨਾ ਡੁਬੋਵਾਂ ਤੇ ਚੰਦਨ ਦੀ ਕੀਮਤ ਨਹੀਂ ਪੈਂਦੀ। ਕਿਉਂ? ਜਦੋਂ ਵਪਾਰੀ ਚੰਦਨ ਦਾ ਵਪਾਰ ਕਰਦੇ ਹੈ, ਉਹਦੀ ਕੁਆਲਿਟੀ ਪਰਖਦੇ ਹੈ, ਡੁਪਲੀਕੇਟ ਹੈ ਕਿ ਇਹ ਸੁਗੰਧੀ ਵਾਲਾ ਚੰਦਨ ਹੈ, ਇੱਕੋ ਹੀ ਤਰੀਕਾ ਵਰਤਦੇ ਆ। ਛੋਟਾ ਜਿਹਾ ਟੁਕੜਾ ਲਾ ਲੈਂਦੇ ਆ, ਉਹਨੂੰ ਪਾਣੀ ਛੱਡ ਕੇ ਵੇਖ ਲੈਂਦੇ ਆ, ਡੁੱਬ ਜੇ ਤਾਂ ਅਸਲੀ ਹੈ, ਨਾ ਡੁੱਬੇ ਤਾਂ ਨਕਲੀ। ਹੁਣ ਚੰਦਨ ਡੁੱਬ ਗਿਆ, ਅਗਰ ਚੰਦਨ ਭਾਈ ਗੁਰਦਾਸ ਸਾਹਿਬ ਦੇ ਬੱਚੇ ਨੇ ਅਗਰਾ ਡੁੱਬਾ ਜਾਣ ਕੇ ਨਰਮੋਲ ਕੇ ਧੱਜਿਆ। ਕਿਉਂ ਡੁਬੋਂਦਾ? ਜਦੋਂ ਪਾਣੀ ਚੰਦਨ ਨੂੰ ਡੁਬੋ ਲੈਂਦਾ ਉਦੋਂ ਲੋਕਾਂ ਨੂੰ ਲੱਗਦਾ ਹੋਣਾ ਵੀ ਚੰਦਨ ਡੁੱਬ ਗਿਆ,
ਪਰ ਉਹ ਡੁੱਬਿਆ ਨਹੀਂ, ਸਾਡੀ ਦ੍ਰਿਸ਼ਟੀ ਤੋਂ ਪਰੇ ਹੋ ਗਿਆ, ਪਾਣੀ 'ਚ ਚਲਿਆ ਗਿਆ, ਪਰ ਉਹਦੇ ਡੁੱਬਣ ਕਰਕੇ ਉਹਦੀ ਕੀਮਤ ਪਈ ਹੈ। ਮੈਂ ਤਾਂ ਬੇਨਤੀ ਕਰਦਾ, ਅੱਜ ਦਾ ਬਹੁਤਾ ਸਾਡਾ ਗੁਸਤਾਖੀ ਮਾਫ ਜਿਹੜਾ ਵਿਦਵਤਾ ਵਾਲਾ ਪੱਖ ਹੈ ਨਾ, ਸਾਡੇ ਲੋਕਾਂ ਦਾ ਪੜ੍ਹਾਈ ਵਾਲਾ ਪੱਖ ਹੈ, ਉਹ ਇਹ ਗੱਲ ਕਹਿੰਦਾ ਜੀ ਵੇਖੋ ਸਿਰ ਅਸੀਂ ਬਹੁਤ ਦਿੱਤੇ ਹੈ, ਸਿਰ ਵਾਰ ਦਾ ਕੀ ਫਾਇਦਾ, ਇਹ ਕੌਮ ਖੜੀ ਸਿਰ ਵਾਰ ਕਰਕੇ ਹੈ, ਸਿਰਾਂ ਦੀ ਸੋਚ ਨਾਲ ਨਹੀਂ ਖੜੀ। ਇਹ ਗੱਲ ਚੇਤੇ ਰੱਖੇ, ਉਸ ਪਾਸੇ ਨਹੀਂ ਮੈਂ ਜਾਣਾ। ਬਾਬਾ ਬੋਤਾ ਸਿੰਘ ਤੇ ਕਰਦਾ ਸੀ, ਇੱਥੇ ਗਿਣਤੀ ਦੀ ਗੱਲ ਨਹੀਂ, ਇੱਥੇ ਜਜ਼ਬੇ ਦੀ ਗੱਲ ਹੈ, ਇੱਥੇ ਆਪਾ ਕੁਰਬਾਨ ਦੀ ਗੱਲ ਹੈ। ਇਵੇਂ ਜਿਹੜਾ ਸ਼ਹੀਦ ਹੁੰਦਾ ਉਹ ਸਾਡੀਆਂ ਅੱਖਾਂ ਤੋਂ ਭਾਵੇਂ ਪਰੇ ਚਲਿਆ ਜਾਂਦਾ ਸਰੀਰ ਕਰਕੇ, ਪਰ ਉਹਦੀ ਕੀਮਤ ਪੈ ਜਾਂਦੀ ਹੈ। ਜਿਵੇਂ ਚੰਦਨ ਡੁੱਬਦਾ, ਫਿਰ ਚੇਤੇ ਰੱਖਿਓ ਉਹਦੀ ਕੀਮਤ ਤਾਂ ਪੈਂਦੀ ਹੈ ਜਿਹਦੇ ਤੇ ਗੁਰੂ ਸਾਹਿਬ ਮੇਰ ਰਹਿਮਤ ਕਰਦੇ ਨੂੰ ਸ਼ਹੀਦ ਦਾ, ਸ਼ਹਾਦਤ ਦਾ ਰੁਤਬਾ ਮਾਲਕ ਜੀ ਖੁਦ ਦਿੰਦੇ ਨੇ। ਇਹ ਰਾਹ ਕੌਣ ਚਲਾ ਕੇ ਗਏ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਆਓ ਇਹ ਦੋ ਬੇਨਤੀਆਂ ਕੀਤੀਆਂ ਵੀ ਮੋਏ ਮਰਨੇ ਕਾ ਚਾਹੋ ਹੈ, ਤੇ ਦੂਜਾ ਜ਼ਿਕਰ ਆਪਾਂ ਨੇ ਕੀਤਾ ਹੈ ਭਾਈ ਸਾਹਿਬ ਦੇ, ਭਾਈ ਗੁਰਦਾਸ ਸਾਹਿਬ ਦੇ ਬਚਨਾਂ ਤੋਂ ਅਗਲੀ ਗੱਲ, ਜਿੱਥੋਂ ਤੱਕ ਮੈਨੂੰ ਪਤਾ ਲੱਗ ਗਿਆ ਨਹੀਂ ਜੋ ਰਣਿਆ ਜੀ ਨੂੰ ਬੇਨਤੀਆਂ ਕੀਤੀਆਂ। ਮਾਖੋਵਾਲ ਦੀ ਧਰਤੀ ਤੇ ਸੁਹਿਰਦਾ ਮਾਖੋਵਾਲ, ਇਹ 3 ਨਗਰਾਂ ਦੀ ਜ਼ਮੀਨ ਮੁੱਲ ਲਈ। ਵੈਸੇ ਜਿਹੜਾ ਰਾਜਾ ਤਾਰਾ ਚੰਦ ਸੀ ਨਾ, ਉਹਦੀ ਰਾਣੀ ਨੇ ਯਤਨ ਕੀਤਾ ਸੀ ਵੀ ਇਹ ਜ਼ਮੀਨ ਫ੍ਰੀ ਦਿੱਤੀ ਜਾਏ। ਗੁਰੂ ਘਰ ਦਾ ਨੁਕਤਾ ਵੇਖੋ, ਕਦੋਂ ਵੀ ਕੋਈ ਬੰਦਾ ਕੱਲ ਨੂੰ ਕਹਿ ਸਕਦਾ ਵੀ ਇਹ ਚੀਜ਼ ਤਾਂ ਮੈਂ ਗੁਰੂ ਘਰ ਨੂੰ ਫ੍ਰੀ ਦਿੱਤੀ ਸੀ, ਇਹ ਮੇਰੀ ਇਕੱਲੇ ਦੀ ਹੈ। ਜਦੋਂ ਜ਼ਮੀਨ ਮੁੱਲ ਲੈਣੀ ਪਈ 2200, ਤੁਸੀਂ ਰੁਪਈਆ ਕਹਿ ਲਓ ਤੇ ਟਕੇ ਕਹਿ ਲਓ, ਉਦੋਂ 2200 ਰੁਪਈਏ ਵਿੱਚ 3 ਪਿੰਡਾਂ ਦੀ ਜਗ੍ਹਾ ਮੁੱਲ ਲੈ ਕੇ ਇਹਨਾਂ ਨੇ ਨਗਰ ਵਸਾਇਆ ਚੱਕ ਨਾਨਕ। ਤੇ ਚੱਕ ਨਾਨਕੀ ਨਗਰ ਵਸਾਇਆ। ਤੇ ਇੱਥੇ ਫਿਰ ਸੱਚੇ ਪਾਤਸ਼ਾਹ, ਜਦੋਂ ਤੱਕ ਤੁਸੀਂ ਸੁਣਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੂਨ 1665 ਵਿੱਚ ਇਹ ਨਗਰ ਦੀ ਗੋੜੀ ਕੱਢੀ ਜਾਂਦੀ ਅਵਸਥਾ ਹੈ। ਇਹ ਤੋਂ ਬਾਅਦ ਜਿੱਥੋਂ ਸ਼ਹਾਦਤ ਦਾ ਮੁਹੱਰਮ ਹੁੰਦਾ ਹੈ ਉਹ ਜੁਲਾਈ 1675 ਹੈ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਰਾਜਦੇ ਨੇ। ਅਨੰਦਪੁਰ ਸਾਹਿਬ ਨਾਮ ਹੈ ਜਿਹੜਾ ਤੁਹਾਨੂੰ ਪਤਾ ਹੋਏਗਾ, ਵੈਸੇ ਤੇ 1671 ਚ ਪਿਆ ਸੀ। ਇਹ ਨਾਮ ਉਦੋਂ ਪਿਆ ਸੀ ਗੁਰੂ ਗੋਬਿੰਦ ਰਾਏ ਜੀ ਮਾਤਾ ਦੇ ਨਾਲ, ਮਾਮਾ ਕਿਰਪਾਲ ਚੰਦ ਦੇ ਨਾਲ ਪਟਨਾ ਸਾਹਿਬ ਤੋਂ ਆਏ ਸੀ। ਆਨੰਦ ਸਾਹਿਬ ਦਾ ਪਾਠ ਹੋਇਆ ਸੀ ਬਾਹਰਲੇ ਦਰਿਆ ਤੇ ਉਸ ਸਮੇਂ ਗੁਰੂ ਸਾਹਿਬ ਨੇ ਕਿਹਾ ਸੀ ਅੱਜ ਤੋਂ ਬਾਅਦ ਇਹ ਨਗਰ ਦਾ ਨਾਮ ਚੱਕ ਨਾਨਕੀ ਜੀ, ਅੱਜ ਤੋਂ ਨਾਮ। ਇੰਨੇ ਆਨੰਦ ਵਿੱਚ ਆਨੰਦ ਦਾ ਪਾਠ ਹੋਇਆ, ਆਨੰਦਾਂ ਦੀ ਪੂਰੀ ਹੋ ਗਈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣਿਓ ਕਸ਼ਮੀਰ ਦੇ ਵਿੱਚ 16 ਬੰਦਿਆਂ ਦਾ ਡੈਪੂਟੇਸ਼ਨ ਆਉਂਦਾ ਹੈ। ਬਹੁਤ ਧਿਆਨ ਨਾਲ ਸੁਣਿਓ ਇਤਿਹਾਸ ਪੱਖ। ਅੱਜ ਪਤਾ ਕੀ ਹੁੰਦਾ ਜੀ ਸਾਡੇ ਨਾਲ, ਮੈਂ ਜ਼ਰੂਰੀ ਬੇਨਤੀਆਂ ਸਮਝਦਾ ਤੁਹਾਡੇ ਚਰਨਾਂ 'ਚ ਕਰਨੀਆਂ। ਅੱਜ ਅਸੀਂ ਆਪਣੇ ਇਤਿਹਾਸ ਨੂੰ ਬਚਾਉਣ ਦੀ ਬਜਾਏ ਕਤਲ ਕਰਨ ਤੇ ਲੱਗੇ ਹੋਏ। ਸੱਚ ਕਤਲ ਕਿਹੜਾ ਜ਼ਰੂਰੀ ਨਹੀਂ ਹੈ ਕਿ ਹਰੇਕ ਗੱਲ ਮੇਰੇ ਇਕੱਲੇ ਦੇ ਸਮਝ ਆ ਜਾਏ। ਆਹ ਸਮੱਸਿਆ ਮੈਂ ਫਿਰ ਗੱਲ ਦੁਹਰਾ ਦਿਆਂ, ਆਪਣੀ ਗੱਲ ਪਕੜ ਚ ਆ ਜਾਏ ਤੁਹਾਡੀ। ਮੈਂ ਇਹ ਗੱਲ ਚਾਹੁੰਦਾ ਵੀ ਜਿਹੜੀ ਇਤਿਹਾਸ ਦੀ ਗੱਲ ਮੇਰੇ ਸਮਝ 'ਚ ਨਹੀਂ ਆਉਂਦੀ ਉਹ ਗਲਤ ਹੈ। ਏਦਾਂ ਨਹੀਂ ਹੁੰਦਾ। ਇੱਕ ਅੱਖਾਂ ਦੇ ਡਾਕਟਰ ਕੋਲੇ ਜਾਇਓ ਤੁਸੀਂ ਤੇ ਉਹਨੂੰ ਤੁਸੀਂ ਦੱਸਿਆ ਜੇ ਵੀ ਮੈਨੂੰ ਨਾ ਹਾਰਟ ਦੀ ਪ੍ਰੋਬਲਮ ਹੈ, ਉਹ ਕੀ ਕਹੂਗਾ? ਉਹ ਇਹ ਨਹੀਂ ਕਹਿੰਦਾ ਵੀ ਹਾਰਟ ਤਾਂ ਹੁੰਦਾ ਹੀ ਕੋਈ ਨਹੀਂ, ਹਾਰਟ ਦੀ ਸਮੱਸਿਆ ਕੋਈ ਨਹੀਂ ਹੁੰਦੀ। ਉਹ ਮੰਨਦਾ ਹੈ ਵੀ ਮੈਨੂੰ ਹਾਰਟ ਬਾਰੇ ਕੋਈ ਪਤਾ ਨਹੀਂ, ਉਹ ਹਾਰਟ ਦੇ ਸਪੈਸ਼ਲਿਸਟ ਨੂੰ ਚੈੱਕ ਕਰ। ਤੇ ਤੁਸੀਂ ਹਾਰਟ ਵਾਲੇ ਕੋਲ ਚਲੇ ਜਾਇਓ, ਉਹਨੂੰ ਕਹਿ ਦਿਓ ਵੀ ਮੈਨੂੰ ਬ੍ਰੇਨ ਦੀ ਪ੍ਰੋਬਲਮ ਹੈ, ਮੇਰਾ ਸਿਰ ਭਾਰ ਰਹਿੰਦਾ, ਖੱਬਾ ਪਾਸਾ ਘੱਟ ਕੰਮ ਕਰਦਾ। ਉਹ ਕਹੂਗਾ ਵੀ ਦਿਮਾਗ 'ਚ ਕੋਈ ਨੁਕਸ ਨਹੀਂ ਪੈਂਦਾ। ਉਹ ਮੰਨਦਾ, ਉਹ ਇਹ ਗੱਲ ਮੰਨਦਾ ਵੀ ਮੈਂ ਸਭ ਕੁਝ ਨਹੀਂ ਜਾਣਦਾ। ਬੜੇ ਧਿਆਨ ਨਾਲ ਨੁਕਤਾ ਸੁਣਿਓ, ਇਹ ਬੋਡੀ, ਇਹ ਮਨੁੱਖਾ ਸਰੀਰ ਪ੍ਰਭੂ ਦਾ ਬਣਾਇਆ, ਬਣਾਉਣ ਵਾਲਾ ਇੱਕ ਹੈ। ਡਾਕਟਰ ਇਹਦੇ ਸੈਂਕੜੇ ਤਿਆਰ ਹੋ ਗਏ, ਅਜੇ ਵੀ ਪੂਰਾ ਪਤਾ ਨਹੀਂ ਨਾ ਲੱਗ ਰਿਹਾ। ਇਹ ਇਤਿਹਾਸ ਮੇਰੇ ਸੱਚੇ ਪਾਤਸ਼ਾਹ ਨੇ 239 ਸਾਲਾਂ 'ਚ ਬਣਾਇਆ ਤੇ ਮੇਰੇ ਵਰਗਾ ਚਾਹੁੰਦਾ ਮੈਂ 3 ਕਿਤਾਬਾਂ ਪੜ੍ਹ ਕੇ ਸਾਰੇ ਕੁਝ ਦਾ ਨਿਤਾਰਾ ਕਰ ਦਿਆਂ। ਏਦਾਂ ਨਹੀਂ ਹੋਣਾ। ਇਹ ਸਮੱਸਿਆਵਾਂ ਇੱਥੋਂ ਖੜੀਆਂ ਹੋਣਗੀਆਂ। ਜਿਹੜੀ ਗੱਲ ਤੇ ਤੁਹਾਨੂੰ ਲਿਆਉਣ ਲੱਗਾ, ਹੁਣ ਅਸੀਂ ਇੱਕ ਗੱਲ ਕਰਨੇ, ਕਸ਼ਮੀਰ ਦੀ ਧਰਤੀ ਤੋਂ ਪੰਡਤ ਕਿਉਂ ਆਏ? ਅਸਲ ਵਿੱਚ ਜਿਹੜਾ ਕਿਰਪਾ ਰਾਮ ਹੈ, ਇਹਦੇ ਵਡੇਰਿਆਂ ਚੋਂ ਜਿਹੜਾ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ ਬਟਲ ਸ਼ਹਿਰ, ਇਹ ਗੁਰੂ ਚਰਨਾਂ ਦੇ ਸ਼ਰਧਾਲੂ ਹੈ। ਬਹੁਤ ਸੱਜਣ ਐਸੇ ਹੋਏ ਨੇ ਜਿਨ੍ਹਾਂ ਦਾ ਗੁਰੂ ਚਰਨਾਂ ਨਾਲ ਵੀ ਪਿਆਰ ਹੈ ਤੇ ਉਹ ਆਪਣੇ ਧਰਮ 'ਚ ਵੀ ਰਹੇ। ਹੁਣ ਪੀਰ ਬੁੱਧੂ ਸ਼ਾਹ ਨੇ ਅਮਰ ਥੋੜੀ ਨਾ ਛਕਿਆ ਸੀ, ਸੱਚਾਈ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ 3 ਵਾਰੀ ਉਹਦੇ ਘਰ ਗਏ, ਉਹਦੇ ਵਰਗੀ ਕੁਰਬਾਨੀ ਵੀ ਕੋਈ ਨਹੀਂ, ਪੁੱਤਰ ਸ਼ਹੀਦ ਕਰਾ ਲੈਣੇ, ਮਰੀਜ਼ ਸ਼ਹੀਦ ਕਰਾ ਲੈਣੇ। ਏਦਾਂ ਹੀ ਬ੍ਰਹਮਦਾਸ ਦੇ ਪਰਿਵਾਰ ਕੋਲ ਕਿਰਪਾ ਰਾਮ
ਤੁਸੀਂ ਇੱਕਦਮ ਖਿੱਚ ਕੇ ਕਿਸੇ ਚੀਜ਼ ਨੂੰ ਨਾ ਲਿਆਓ। ਉਹ ਉਧਰਲੇ ਪਾਸੇ ਵੀ ਹੈ, ਪਰ ਗੁਰੂ ਚਰਨਾਂ ਦਾ ਸ਼ਰਧਾਲੂ ਵੀ ਹੈ, ਪਿਆਰ ਵੀ ਹੈ ਗੁਰੂ ਚਰਨਾਂ ਦਾ। ਤੇ ਗੁਰੂ ਕੌਣ ਹੈ? ਫਿਰ ਮੈਂ ਬੇਨਤੀ ਕਰਾਂ, ਅਸੀਂ ਗੁਰੂ ਨੂੰ ਇੱਕ ਦਾਇਰੇ 'ਚ ਬੰਦ ਕਰਨਾ ਚਾਹੁੰਦੇ ਹਾਂ। ਗੁਰੂ ਤੇ ਰੱਬ ਨੂੰ ਕਦੇ ਨਾ ਤੁਸੀਂ ਬੰਧਨ 'ਚ ਪਾ ਸਕਦੇ ਹੋ, ਨਾ ਦਾਇਰੇ 'ਚ ਬੰਦ ਕਰ ਸਕਦੇ ਹੋ। ਤੇ ਪੰਜਾਬੀ ਸੁਣ ਲਿਆ ਜੇ, ਜਿਹੜਾ ਦਾਇਰੇ 'ਚ ਬੰਦ ਹੋ ਜਾਏ ਉਹ ਗੁਰੂ ਦਾ ਹੀ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਅਥੈਂਟਿਕ ਕਰਦੇ ਰਹੋ, ਪ੍ਰਮਾਣਿਤ ਕਰਦੇ ਰਹੋ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਬੁਲਾਈਏ। ਫਿਰ ਕਿਵੇਂ ਪੜੋਗੇ? ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾਂ ਕੋ ਸੰਗ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨੋ, ਸਭੇ ਸੰਗ ਕੀ ਵਾਲ ਸਰਾਏ ਤੋ ਕਿਸੈ ਨਾ ਦਸੈ। ਮਹਾਰਾਜ ਬਾਬੇ ਨੇ ਕਿਹਾ ਹੀ ਨਹੀਂ, ਸਾਹਿਬ ਤੇ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ। ਬਾਹਰ ਦਾ ਤੇਰਾ ਮਿਲਾਪ ਦਾ ਰਾਹ ਵੱਖਰਾ ਹੋ ਸਕਦਾ ਹੈ, ਆਤਮਾ ਤੇ ਪਰਮਾਤਮਾ ਦੋਨੋਂ ਇੱਕ ਹੀ। ਆਤਮਾ ਉਸੇ ਦੀ ਹੈ, ਭਾਵੇਂ ਕਿਸੇ ਸਰੀਰ। ਈਵਨ ਕਿ ਕੋਈ ਬੰਦਾ ਨਾਸਤਿਕ ਹੈ, ਜੋਤ ਉਹਦੇ 'ਚ ਵੀ ਰੱਬ ਦੀ ਹੈ, ਉਹਨੂੰ ਆਪੇ ਦੀ ਪਹਿਚਾਣ ਨਹੀਂ, ਉਹਦੇ 'ਤੇ ਭਰੋਸਾ ਨਹੀਂ। ਖੈਰ, ਇਹ ਜਿੰਨੇ ਉੱਥੋਂ ਦੇ ਵਿਦਵਾਨ ਪੰਡਤ ਸਨ, ਉਹਨਾਂ ਕਿਰਪਾ ਰਾਮ ਕੋਲ ਆ ਕੇ ਸਲਾਹ ਕੀਤੀ ਹੈ। ਕਹਿਣ ਲੱਗੇ ਆਪਾਂ ਅਮਰਨਾਥ ਦੀ ਗੁਫਾ ਜਾ ਕੇ ਬੇਨਤੀ ਕਰੀਏ, ਪ੍ਰਾਰਥਨਾ ਕਰੀਏ। ਹਾਲਾਤ ਬੜੇ ਬੁਰੇ ਨੇ। ਹਾਲਾਤ ਕੀ ਸੀ? ਜੇ ਤਾਂ ਕੋਈ ਇਸਲਾਮ ਕਬੂਲ ਕਰਕੇ, ਧਿਆਨ ਸੁਣੇ, ਇਸਲਾਮ ਕਬੂਲ ਕਰ ਲੈਂਦਾ ਸੀ, ਜਨੇਊ ਉਹਦਾ ਵੀ ਲੈਂਦਾ ਸੀ। ਜਿਹੜਾ ਨਹੀਂ ਕਬੂਲਦਾ ਸੀ ਲੈਂਦਾ, ਉਹਦਾ ਵੀ ਉਹਨੂੰ ਕਤਲ ਕਰਕੇ ਲਾ ਲੈਂਦਾ ਸੀ, ਛੱਡਦੇ ਨਹੀਂ ਸੀ। ਚੁਣਿਆ ਗਿਆ ਪਹਿਲਾਂ ਕਸ਼ਮੀਰੋਂ ਦੇ ਵੱਖਰੇ ਵੱਖਰੇ ਕਾਰਨ ਹੈ। ਜਦੋਂ ਇਹ ਸਾਰੇ ਇਕੱਠੇ ਹੋਏ ਨਾ, ਤੇ ਕਿਰਪਾ ਰਾਮ ਨੇ ਇੱਕ ਗੱਲ ਕਹੀ, ਕਹਿੰਦਾ ਰੱਬ ਅੱਗੇ ਅਰਦਾਸ ਕਰਨੀ ਨਾ, ਸੁਣਿਓ। ਕਹਿ ਲੱਗੇ ਹਾਂ ਪ੍ਰਭੂ ਅੱਗੇ ਅਰਦਾਸ ਕਰਨੀ ਹੈ। ਤੇ ਕਿਰਪਾ ਰਾਮ ਕਹਿੰਦਾ ਸਾਖਸ਼ਾਤ ਪ੍ਰਭੂ ਅਨੰਦਪੁਰ ਸਾਹਿਬ ਬੈਠਾ, ਉੱਤੇ ਕਿਉਂ ਨਹੀਂ ਚੱਲਦਾ ਪਿਆ? ਇੱਥੋਂ ਵਾਲਾ ਤੇ ਪਤਾ ਨਹੀਂ ਕਿਤੇ ਸੁਣੇਗਾ, ਟਾਈਮ ਲੱਗੇਗਾ। ਸਾਖਸ਼ਾਤ ਪ੍ਰਭੂ ਪ੍ਰਗਟ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੀ ਨਾਮੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਰਾਜਦੇ ਨੇ। ਚਲੋ ਚਲੀ। ਗੁਰੂ ਤੇਗ ਬਹਾਦਰ ਸਾਹਿਬ ਆਨੋਂ ਥੋੜੀ ਸੰਗਤਾਂ ਦੇ ਅੰਦਰ, ਦੇਸ਼ ਦੇ ਅੰਦਰ ਪੂਰਾ ਪਿਆਰ ਹੈ। ਕਿੱਥੋਂ ਤੱਕ ਉਹਨਾਂ ਦੀਆਂ ਬਖਸ਼ਾਂ ਨੇ। ਹੁਣ ਕਿਰਪਾ ਰਾਮ ਦੀ ਅਗਵਾਈ ਚਾਹੇ 16 ਬੰਦਿਆਂ ਦਾ ਡੈਪੂਟੇਸ਼ਨ ਕਹਿ ਲਓ, ਕੱਟ ਕਹਿ ਲਓ, ਉਹਨਾਂ ਆ ਕੇ ਜਿਹੜੀ ਬੇਨਤੀ ਕੀਤੀ, ਮੈਂ ਥੋੜੀ ਜਿਹੀ ਬੇਨਤੀ ਤੁਹਾਨੂੰ ਕਰਾਂ। ਜਿਹੜੀਆਂ ਅਸੀਂ ਅਕਸਰ ਘਟਨਾਵਾਂ ਸੁਣਦੇ, ਉਹਨਾਂ ਤੋਂ ਮੈਂ ਥੋੜਾ ਜਿਹਾ ਸਾਈਡ ਤੋਂ ਲੰਘਾਂ, ਸਿਧਾਂਤ ਦੇ ਉੱਤੇ ਸੁਣੇ। ਜਦੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਹਾ ਸੀ? ਇਹ ਬਹੁਤ ਵੱਡੀ ਗੱਲ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਕਹਿਣ ਵੀ ਜਾਓ ਜਾ ਕੇ ਜੰਮੂ ਦਾ ਜਿਹੜਾ ਨਵਾਬ ਸੀ ਅਲਫ ਖਾਂ, ਉਹਨੂੰ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਸੁਨੇਹਾ ਦੇ ਦੇਵੇ ਵੀ ਜੇ ਉਹ ਮੈਨੂੰ ਮੁਸਲਮਾਨ ਬਣਾ ਲੈਣ, ਮੈਨੂੰ ਦੀਨ ਕਬੂਲ ਕਰਵਾ ਲੈਣ ਮੇਰੇ ਕੋਲੋਂ, ਤੇ ਅਸੀਂ ਵੀ ਕਬੂਲ ਲਾਂਗੇ। ਕਿਸੇ ਦਾ ਵਿਸ਼ਵਾਸ ਕਰਨਾ ਸੌਖਾ? ਤੁਸੀਂ ਗੁਆਂਢੀਆਂ ਨੂੰ ਜਾ ਕੇ ਕਿਹਾ ਜੇ ਵੀ ਤੜਕੇ ਤੈਨੂੰ 9 ਵਜੇ ਗੱਡੀ ਮਿਲ ਜੂਗੀ, ਉਹ ਤੜਕੇ 7 ਵਜੇ ਫਿਰ ਪੁੱਛਦਾ ਵੀ ਮਿਲ ਜੂਗੀ ਨਾ, ਜਵਾਬ ਤਾਂ ਨਹੀਂ ਦਿੰਦਾ ਨਾ ਟਾਈਮ। ਇਹਦਾ ਮਤਲਬ ਇਹ ਗੱਲਾਂ ਸਮਝਣ ਵਾਲੀਆਂ। ਗੁਰੂ ਸਾਹਿਬ ਤੇ ਵਿਸ਼ਵਾਸ ਹੈ, ਕਿੱਥੇ ਅਨੰਦਪੁਰ ਸਾਹਿਬ ਹੈ, ਕਿੱਥੇ ਕਸ਼ਮੀਰ, ਔਰ ਪੈਦਲ ਚੱਲ ਕੇ। ਔਰ ਕਿੰਨਾ ਵਿਸ਼ਵਾਸ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਤਾ ਵੀ ਜੇ ਮੈਨੂੰ ਇਸਲਾਮ ਕਬੂਲ ਕਰਾ ਲੈਣ, ਤੁਸੀਂ ਕਹਿ ਦਿਓ ਅਸੀਂ ਵੀ ਕਰ ਲਾਂਗੇ। ਕਿੰਨਾ ਵਿਸ਼ਵਾਸ ਹੋਏਗਾ ਉਹਨਾਂ ਦਾ ਵੀ ਗੁਰੂ ਤੇ। ਅਸੀਂ ਗੱਲ ਤੇ ਕਰਦੇ ਹਾਂ, ਕਦੇ ਇੰਨਾ ਵਿਸ਼ਵਾਸ ਅਸੀਂ ਗੁਰੂ ਤੇ ਕੀਤਾ ਹੈ ਵੀ ਗੁਰੂ ਸਾਹਿਬ ਬਚਨ ਕਹਿਣ। ਅਸੀਂ ਤੇ ਇੱਕ ਗੱਲ ਹੀ ਸਮਝ ਲਈਏ ਨਾ ਵੀ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਈ। ਖੈਰ ਵਿਸ਼ਵਾਸ ਕੀਤਾ। ਇਹ ਦੂਜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਕੇ ਤੋੜ ਦਿੱਤਾ। ਕਹਿ ਲੱਗੇ ਤੁਹਾਨੂੰ ਅੱਗੇ ਜਾਣ ਦੀ ਲੋੜ ਨਹੀਂ, ਤੁਸੀਂ ਜਾਓ। ਇੰਨੀਆਂ ਸੁਨੇਹਾ ਪਹੁੰਚਾ ਦਿੱਤਾ। ਅਲਫ ਖਾਨ ਸੀ ਜਿਹੜਾ ਜੰਮੂ ਦਾ ਨਵਾਬ ਹੈ। ਔਰੰਗਜ਼ੇਬ ਵੀ ਇਤਿਹਾਸ ਕਹਿੰਦਾ ਉਸ ਸਮੇਂ ਇਧਰਲੇ ਲਾਹੌਰ ਵਾਲੇ ਪਾਸੇ, ਜੰਮੂ ਵਾਲੇ ਪਾਸੇ ਆਇਆ ਹੋਇਆ, ਉਹ ਦਿੱਲੀ ਨਹੀਂ ਸੀ। ਜਦੋਂ ਉਹਦੇ ਤੱਕ ਸੁਨੇਹਾ ਪਹੁੰਚਿਆ, ਉਹ ਤੇ ਬੜਾ ਖੁਸ਼ ਹੋਇਆ ਵੀ ਤੇ ਕੰਮ ਬਹੁਤ ਸੌਖਾ ਹੈ। ਰੋਜ਼ ਕਿੰਨੇ ਬੰਦਿਆਂ ਨੂੰ ਕਤਲ ਕਰਨਾ ਪੈਂਦਾ, ਕਿੰਨਿਆਂ ਦੇ ਤਰਲੇ ਕੱਢਣੇ ਪੈਂਦੇ ਆ, ਇੱਕੋ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾ ਲਾਂਗੇ ਕਿ ਗੱਲ ਬਣ ਜਾਏ। ਸ਼ਾਇਦ ਉਹਦੇ ਮਨ 'ਚ ਇਹ ਵੀ ਸੀ ਸਰਬ ਧਰਮ ਜਿਹੜਾ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਸਥਾਨ ਹੈ, ਗੁਰੂ ਦਾ ਦਰ, ਗੱਲ ਬਣ ਜਾਏਗੀ। ਅਗਲੀ ਗੱਲ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਹਿ ਕੇ ਤੋੜ ਦਿੱਤੇ, ਕਿਸੇ ਨੂੰ ਬਚਨ ਦੇਣਾ ਸੌਖਾ ਹੈ, ਕਮਾਉਣਾ ਬਹੁਤ ਔਖਾ ਹੈ। ਛੋਟੀ ਜੀ ਗੱਲ ਕਰਕੇ ਬੰਦਾ ਮੁੱਕਰ ਜਾਂਦਾ, ਗੁਸਤਾਖੀ ਮਾਫ। ਤੇ ਜੇ ਸਿੱਖ ਹੋ ਤੇ ਜ਼ਿੰਦਗੀ ਚੇਤੇ ਰੱਖਿਓ, ਗੁਰੂ ਅੱਗੇ ਅਰਦਾਸ ਕਰਦੇ ਰਹੀਏ, ਭਰੋਸਾ ਗੁਰੂ ਤੇ ਰੱਖੀਏ, ਤੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਚੇਤੇ ਰੱਖੀਏ। ਬਚਨ ਕਰੇ ਤੇ ਕਿਸ ਕਰੇ ਬੋਲੇ ਸੋ ਭੱਜਾ। ਗੁਰੂ ਸਿੱਖ ਨਹੀਂ ਮੰਨਦਾ। ਬਚਨ ਕਰੋ ਨਾ ਜ਼ਿੰਦਗੀ 'ਚ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਬਦ ਤੋਂ ਪ੍ਰੇਰਨਾ ਲਿਓ, ਕਰੋ ਨਾ ਬਚਨ। ਜੇ ਕਰ ਲਿਆ ਫਿਰ ਸਿਰ ਲੱਗ ਜਾਏ, ਕਿਸ ਨਾ ਨਹੀਂ ਜਾਏ। ਬਚਨ ਕਰਕੇ ਤੋੜ ਦਿੱਤੇ।
इधरले पासे इतिहास कहता है और औरंगजेब ने सुनेहा भेजिया जिन्होंने आप हुक्मनामा कहने, हुक्म हुंदा सी लिखे हुए बोल, नामा हुंदा सी जिहदे ते लिखिया लपेटी हुंदी सी सब दी, वो तो शब्द बने हुक्मनामा। उन्हें भेज दिता काजी दिल्ली में अब्दुल वहाब होर कि गुरु तेग बहादुर साहब की गिरफ्तारी के वारंट कढ़े जाए। गुरु तेग बहादुर साहब की गिरफ्तारी लई वारंट जारी होए, आदेश जारी होए। अजे वारंट जारी होंदे गुरु तेग बहादुर साहब जुलाई 1675 आनंदपुर साहब की धरती तो चलते, आप परिवारों वाले बड़े ख्याल नाल सुनियो, जदों आनंदपुर साहब तो चलना है, एक सामने 9 साल के पुत्र गुरु गोबिंद राय के रूप अंदर, दूजे पासे धनमात गुजरे है। परिवारों वाले आप देखो, मैं इस तराजू से नहीं तोड़ता क्योंकि ये बहुत बड़ा दोष है गुरु को अपने बराबर तोड़ के रखे। अज हो रहा वैसे, अज बंदा ये वेखना भी जेड़ा काम मैं नहीं कर सकता गुरु साहब ने किवें कीता। बथेरे सुने होने तुसीं, वो कहते गुरु नानक ने पंजा क्यों किवें लाता, कहते क्यों, कहते मैं नहीं ला सकता, गुरु नानक ने किवें ला। ਇਹਦਾ मतलब है कि तू नहीं ला सकता तो गुरु नानक क्यों नहीं ला। मैनू एक सज्जन मिलिया सी विदेश, कहता जी ये किवें हो सकता है भी गुरु नानक ने पंजा किवें लाता जी, जो अज नहीं लग सकते। मैं कहा तू कल ये डॉक्टर को कहेगा भी तू हार्ट का ऑपरेशन किवें करता जो मैं नहीं कर सकता। एक तर्क थोड़ी जिन्होंने असं अज तर्क मान के बैठे ना, एक ठेठ अनपढ़ा नहीं बोली, तर्क का तो अर्थ ही एक वखरा होता है। इस्लाम का शब्द का तरीक जो बाणी अंदर भी है, ऐसा नहीं है जो काम मैं नहीं कर सकता। मान लो हम अपने किन्ने बैठे होंगे, जे मैं कहा मैं गड्डी नहीं चला सकता जी फलाना किवें चला सकता, ये नहीं होता। वो नाले वो सतगुरु सच्चे पातशाह निरंकारी गोत ने आप नारायण कला धार, हुण गुरु तेग बहादुर साहब सच्चे पातशाह सामने गुरु गोबिंद राय ने 9 साल की आरबला पर पुत्र के रूप च उन्होंने यतीम हो जा। अगली गल तामा भैनों सुनियो, धन मात गुजरे, उन्होंने कुर्बानी, उन्होंने जीवन, उन्होंने शहादत भी एक अनोखी है। पति ने चले जाना, सिर तो छाया उठ जाना है। अक्सर परिवार अंदर आप वेखने भी बंदा चाहता भी इस उम्र तक बच्चे विआउण तक पति का साया इस्तरी के पत्नी के सिर तेरे दोवां का जोड़ बनया है। पर गुरु तेग बहादुर साहब का जो फैसला बड़ा निराला है। खैर जो इतों तुरन का जिक्र होया ना, इतों गुरु तेग बहादुर साहब सच्चे पातशाह ने फैसला किया, मैं शहादत का पग पूरा जवाब तुहाडे सामने रखना चाहना। इतों फैसला किया 5 सिख नाल जाणगे, नाल कोई नहीं जाएगा। भाई मती दास, भाई सती दास, भाई देरला, भाई गुरदत्ता ते भाई उदय, ये 5 सिख नाल जाणगे। इतों फैसला करके कीरतपुर साहब की धरती तो बाकी संगत को वापस किया। गुरु तेग बहादुर साहब 5 सिखां दे नाल अगे तुरदे ने। पर एक गल चेते रखनी है, गुरु गोबिंद राय जी लिए आप शब्द वरतते भी पिता चले गए यतीम हो गए, नहीं, दूजा पक्ष भी ध्यान च रखियो, धन मात गुजरी। अज पति को जांदियां वेखिया ते गुरु तेग बहादुर साहब ने वचन कहे सी, कहन लगे परमात्मा करे जिस तरीके नाल तुसी अगे इस घर के अंदर सबर ते सिद्ध तुहानूं मिलिया, वही रुतबा आने वाली पीढ़ियां तक संभाल के रखे। एवं थोड़ी छोटे साहिबजादे नूं शहादत लई तोरे। ते किसी कवि ने शब्द लिखे ने, तुसीं विद्वानां तो सुने होने बड़ी बार, वो कहते कोई गल छोटी नहीं। जदों अज मैं ध्यान नाल सुणियोगे, जदों अज तुसीं किसी नूं वेखो ना भी मंदिर जा रहे आ, मंदिर दे विच किसी भावें मूर्ति अगे भावें वैसे जोत या दीवा जग रहा, तो कवि कहता जो दीवा ना वो कोई मत सोचे भी मैं अपना तेल पा के आया, तो बंदा कहता अज मैं मंदिर के दीवे तेल पाया ये तां जग रहा। वो कहता तेल की कीमत होएगी 2, 4, 5, 10, 20 रुपये। तू बहुत ज्यादा तेल दीवियां लई, जोतां लई भेंट देसी घ्यो दे देगा, तेरे घ्यो की कीमत होएगी 5-10 हज़ार रुपया। ना तेरे घ्यो नाल मंदिर के दीवे जगदे है, ना तेरे तेल नाल मंदिरां दीयां जोतां जगदियां। ये तां जगदियां इन्हां दे अंदर गुरु तेग बहादुर साहब का खून पाया होया। तां उन्हें शब्द कह पाया देश दीयां जड़ां विच खून अपना, भारत वर्ष अज भी फल रहा है। ते कहन लगा इन्हां हिंदू मंदिरां दे दीवियां विच तेल नहीं, खून गुरु तेग बहादुर साहब का बल रहा, जिहदे लई तुरे। जदों इत्थों सच्चे पातशाह चलदे ने, बड़े थावां ते पड़ाव कीता,
जिथे अज पटियाला है, बहादुरगढ़ का एरिया सारा, इतने भी एक चंगा मुसलमान संगत मिल रहा है, वह भी गुरु साहब के चरणों नाल प्यार इतों चाले पा के सच्चे पातशाह गुरु तेग बहादुर साहब वखरे वखरे थान संगत नूं उतारते हैं। आगरे की धरती पर पहुंचे, आगरे की धरती तक जाते हैं। इधरों गिरफ्तारी के जोड़े वारंट ने ना, ਜਾਂ गिरफ्तार जिन्हों ने करना है उन्होंने भी बुला लिया गया, जो उत्थे पहुँच गए। ये भी तुसीं सुनिया होना, एक हिंदी का सज्जन लिखता है, कहता जब से सुना है मरने में जिंदगी है, सिर पे कफन लिए कातिल को ढूंढते। जदों का पता लगा भी जिंदगी ही मरण में है, कह लगा उदों का सिर पे कफन रख के लभदे फिरदे कातिल नूं लभदे ढूंढते। क्यों भला? एक बेनती होर सुनियो प्यार नाल, सियाने सज्जनों पढ़े लिखे बंदियां दी गल शायद तुहाडे ध्यान च आ जाए। तुसीं इह देश की गल छड्डो, मैं विदेशों च भी बेनती करदा कि आर्ट ऑफ लिविंग के कैंप बहुत वेखे होने। आर्ट ऑफ लिविंग भी जिउण का तरीका, कोई किसी तरीके नाल लाउंदा कैंप चलो, कोई किसी तरीके नाल आपां नूं कोई समस्या जिहड़े जांदे उन्हां वेखना। पर मैं हैरान होना भी बड़े बड़े चंगे देशों में $100 फीस दे के बंदे कैंप अटेंड करते, मूहरे बैठे होंगे चौकड़ी नंबर। कितनी फीस है जी मूहरे बैठने की? £100। ये की सिखाओ तेन? ये दसूगा जी की खाना चाहिए, चलो ये दसेगा जी की पहनना चाहिए। बापू ने दसी रात इको शब्द ही तेन 4 बारी दसता भी खाना की है, सौना की है, पहनना की है, चढ़ना की है, इको शब्द तुसीं पढ़ सकते हो श्री राग ने पहले शब्द अंदर। पर अगली गल जी बड़ी कमाल की है, बड़े ध्यान नाल सुनना। तुसीं दुनिया के सारे धार्मिक ग्रंथों को पढ़ लो, तुसीं जिन्ने मर्जी आर्ट ऑफ लिविंग पढ़ लो, पर तुहानूं सारे दसणगे जिउण का तरीका की है, यही दसदे ना। ये गुरु ग्रंथ साहिब की बाणी क्यों नहीं पढ़ते? जिहड़ी कली ये नहीं दसदी जिउण का तरीका की है, गुरु ग्रंथ साहिब भी दसदे मरना किदां चाहिए ने। दुनिया नहीं दसदा, कोई दसदा तुसीं एक भी किताब है जिहड़ी तुहाडे ध्यान च होवे, मेरे ते नहीं अजे तक दुनिया ते घुमदी आई, तुसीं दस्सिआ जी जिहड़ी किताब च लिखिआ हो कि डेथ लिविंग ऑफ डेथ जां डेथ ऑफ लिविंग, मरण का तरीका गुरु ग्रंथ साहिब दसदे है। मरण मूसा सूरिया हक है, जे होए मरे प्रवाह। इत्थे तां जिद्दे तूं गुरु के चरणों च आया ना, कि बापू कहता जाओ तो प्रेम खेलन का चाहो, सैर धार तली गली मेरी हो। उदे तो मनना पैना कि मेरा सब कुछ पंथ का ये सच जाने होना भी तुहाडे कोई है। असीं अपने आप को पंथ नूं समर्पित करके नहीं चलते। जिद्दे असीं चल पाएंगे सब कुछ पंथ का, सिर धर तली गली मेरी आओ, उदे की होएगा? गुरु ग्रंथ साहिब कहते उदे होएगा फिर सर दीजे काल न कीजे वाली खेड। उदे होएगा पहला मरण कबूल जीवन की छड़ास। हुण गुरु तेग बहादुर साहिब राह पा रहे हैं, आप चल के जा रहे हैं, हालां तक कोई वारंट नहीं आया। नहीं दुनिया ते ना जी जिन्ने में तुसीं नपोलियन की गल कर लो, होर बड़े बड़ियां की गल कर लो, जदों कदे गिरफ्तारियां की गल आई ना, आरोप है। मैं बेनती करता वैसे तुहानूं प्रूफ ने बकायदा, तुसीं जे किसी ने ओल्ड टेस्टामेंट पढ़ी हो, ओल्ड टेस्टामेंट पता किहनूं कहते हैं? पुरानी बाइबल कह लो पंजाबी। 2 टेस्टामेंट ने, एक ओल्ड एक न्यू। ओल्ड टेस्टामेंट वो है जिन्हों क्रिश्चियनिटी ते यहूदी दोवें मानते हैं। न्यू टेस्टामेंट वो है, नवी बाइबल वो है जिन्हों सिर्फ ईसाई मानते हैं, यहूदी नहीं मानते। जिवें सलाम सीयत सुनी हो गए इनू उत्तर भी है। ਉਹਦੇ ਵਿੱਚ ਬੋਲ ਨੇ ਜਦੋਂ ਈਸਾ ਜੀ ਨੂੰ ਸਰਕਾਰ ਨੂੰ ਈਸਾ ਜੀ ਨੂੰ ਸੂਲੀ ਚੜਾਇਆ ਜਾ ਰਿਹਾ ਸੀ, ਉਹਨਾਂ ਨੇ ਵੀ ਸ਼ਬਦ ਕਹੇ ਸੀ, ਕਹਿਣ ਲੱਗੇ ਵੇਖ ਸਾਰੇ ਛੱਡ ਗਏ, ਪਛਤਾਏ ਕਾਰਨ ਸਾਥ ਛੱਡ ਗਏ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਖੁਦ ਜਾ ਰਹੇ ਨੇ, ਤੇ ਜਦੋਂ ਅੱਜ ਆਗਰੇ ਦੀ ਧਰਤੀ ਤੋਂ ਗ੍ਰਿਫਤਾਰੀ ਹੋ ਗਈ ਨਾ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ 2 ਸਿੱਖਾਂ ਨੂੰ ਲਾਂਭੇ ਕਰਤਾ ਨੁਕਤਾ ਦੇ। ਕਿਹੜੇ ਸਿੱਖ? एक भाई गुरु जी एक भाई गुरदत्ता साहब। कहते हैं भाई गुरदत्ता जी थां ते होर नाम भी वरते उहदे कारण सन, उहदा इतिहास विजन है। भाई उदय जी का पासे करने का कारण सी क्योंकि वो बहुत चंगी तरह दिल्ली के इलाके लगा लोड़ पैनी है, उन्होंने दोवां नूं लहदा कर दिता है। ये 3 सिखां नूं नाल रखिया, भाई मती दास, सती दास, भाई दयाला। इन्हां 3 सिखां दे नाल गुरु तेग बहादुर साहब सच्चे पातशाह दी गिरफ्तारी हो गई। अपने आप गए जो गिरफ्तारी करके चांदनी चौक लिया। हुण 2 ठिकाने ने
ਤੁਸੀਂ ਜਾਣਦੇ ਹੋ ਰੈੱਡ ਫੋਰਟ ਲਾਲ ਕਿਲੇ ਵਾਲੇ ਵੀ ਕਿਵੇਂ ਬਣਿਆ, ਕਿਹਨੇ ਬਣਾਇਆ। ਚਾਂਦਨੀ ਚੌਂਕ ਹੈ ਨਾ ਜਿਹੜਾ, ਇੱਥੋਂ ਦੀ ਅਸਲ ਵਿੱਚ ਮੇਨ ਰਸਤਾ ਹੁੰਦਾ ਸੀ। ਬੜੇ ਧਿਆਨ ਨਾਲ ਸੁਣਨਾ, ਮੈਂ ਕਿਵੇਂ ਇੱਕ ਪੁਆਇੰਟ ਕਹਿਣਾ। ਉਹ ਰੰਗਦੇਵ ਦੀ ਬੇਟੀ ਨੇ, ਜਿਵੇਂ ਅੱਜ ਵੱਡੇ ਲੋਕਾਂ ਦੇ ਮਹਿਲ ਬਣਦੇ ਨੇ, ਤੁਸੀਂ ਅੱਜ ਦੇ ਆਪਾਂ ਤੇ ਤੁਸੀਂ ਅੱਜ ਮੱਥੇ ਤੇ ਹੱਥ ਮਾਰਦੇ ਹੋ ਵੀ ਸਾਡਾ ਪ੍ਰਾਈਮ ਮਿਨਿਸਟਰ 10 ਲੱਖ ਦੇ ਕੱਪੜੇ ਪਾਉਣਾ ਜੀ ਫਲਾਣਾ, ਇਹ ਇਸੇ ਕੰਮ ਵਾਲੇ ਹੁੰਦੇ ਸਨ। ਕੋਈ ਰੱਬ ਹੀ ਪਿਆਰਾ ਬਿਰਲਾ ਹੋ ਸੱਚ ਦਾ ਨਹੀਂ, ਕੋਈ ਬਦਲਾ ਇਬਰਾਹਿਮ ਜੰਮਦਾ ਨੇ, ਸਾਰਿਆਂ ਦੇ ਹਾਲਾਤ ਇੱਕੋ ਜਿਹੇ ਹੁੰਦੇ। ਆ ਜਿਹੜਾ ਮਰਜ਼ੀ ਜਾਏ, 18 ਲੱਖ ਦੀ ਕੁਰਸੀ ਸ਼ਾਹਜਹਾਨ ਦੀ ਹੁੰਦੀ ਸੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਕਿਉਂਕਿ ਦੁਨੀਆ ਦਾ ਖਲਕ ਦਾ ਟੈਕਸ ਇਕੱਠਾ ਹੁੰਦਾ, ਇਹਨਾਂ ਕੋਲ ਕਈ ਵਾਰੀ ਹੁੰਦਾ। ਹੁਣ ਉਸ ਸਮੇਂ ਔਰੰਗਜ਼ੇਬ ਦੀ ਜਿਹੜੀ ਬੇਟੀ ਸੀ ਨਾ, ਉਹਨੇ ਇੱਥੇ ਇੱਕ ਤਲਾਅ ਕਹਿ ਲਓ ਛੋਟਾ ਜਿਹਾ, ਜਿੱਦਾਂ ਜਿਹਦੇ ਫੁਹਾਰੇ ਚੱਲਦੇ ਸੀ, ਬੱਚਾ ਟੈਕ ਤਿਆਰ ਕੀਤਾ। ਉਹਦੇ ਉੱਪਰ ਚੰਦਰਮਾ ਦੀ ਰੋਸ਼ਨੀ ਇਸ ਤਰੀਕੇ ਨਾਲ ਪੈਂਦੀ ਸੀ, ਚਾਂਦਨੀ ਪੈ ਕੇ ਚਮਕਦੀ ਸੀ। ਚਾਂਦਨੀ ਲਗਾਤਾਰ ਉਹਦੇ ਚਾਨਣ ਬਣਿਆ ਰਹਿੰਦਾ ਸੀ, ਜਿਹਦੇ ਕਰਕੇ ਉਹ ਚਾਨਣੀ ਕਰਕੇ, ਉਸ ਪ੍ਰਕਾਸ਼ ਕਰਕੇ ਉਹਦਾ ਨਾਂ ਹੀ ਚੌਂਕ ਦਾ ਚਾਂਦਨੀ ਚੌਂਕ ਹੋ ਗਿਆ ਸੀ। ਇਹ ਲਾਲ ਕਿਲੇ ਤੋਂ ਬਾਅਦ ਦੀ ਘਟਨਾ। ਉਹ ਚਾਂਦਨੀ ਚੌਂਕ ਦੇ ਅੰਦਰ ਨਾਲ ਹੀ ਹੁੰਦੀ ਸੀ ਕੋਤਵਾਲੀ। ਕੋਤਵਾਲੀ ਕਿੱਥੇ ਹੁੰਦੀ ਸੀ ਉਹ ਵੀ ਤੁਹਾਨੂੰ ਦੱਸਦੇ ਆ। ਅੱਜ ਤੋਂ ਬਾਅਦ ਜਦੋਂ ਦਿੱਲੀ ਗਏ ਨਾ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਰਸ਼ਨ ਕਰ ਲਏ, ਬਿਲਕੁਲ ਬੈਕ ਸਾਈਡ ਤੇ ਨਾ ਇਹ ਚਾਂਦਨੀ, ਇਹ ਗੁਰਦੁਆਰਾ ਸਾਹਿਬ ਹੈ। ਇੱਧਰ ਅੱਗੇ ਛੋਟਾ ਚੌਂਕ ਆ ਗਿਆ, ਇੱਧਰੋਂ ਮੈਟਰੋ ਨੂੰ ਰਸਤਾ ਜਾਂਦਾ, ਇੱਧਰਲੇ ਪਾਸੇ ਪਾਰਕ ਹੈ। ਬਾਅਦ ਵਿੱਚ ਉੱਥੇ ਹਾਊਡਿੰਗ ਲਾਇਬ੍ਰੇਰੀ ਵੀ ਰਹੀ ਹੈ। ਇਹ ਤੋਂ ਪਹਿਲਾਂ ਇਹ ਸਾਰੀ ਕੋਤਵਾਲੀ ਹੋਈ ਸੀ। ਇਹਦਾ ਪ੍ਰੂਫ ਵੀ ਆਪਣੇ ਕੋਲ, ਜਦੋਂ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ 700 ਸਿੰਘਾਂ ਨੂੰ ਸ਼ਹੀਦ ਕੀਤਾ, 720 ਤੋਂ 707 ਦਿਨ ਲਗਾਤਾਰ 100 ਕਰਕੇ ਇੱਕ ਸਿੰਘ ਨੂੰ ਇੱਥੇ ਕੋਤਵਾਲੀ ਦੀ ਕੀਤਾ ਸੀ। ਇਤਿਹਾਸ ਪੜ੍ਹ ਸਕਦੇ ਹੋ। ਇਹ ਕੋਤਵਾਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦੇ ਸਮੇਤ ਲਿਆਂਦਾ, ਤੇ ਜਦੋਂ ਲਿਆਂਦਾ ਗਿਆ, ਪਹਿਲਾਂ ਨਹੀਂ ਅਜੇ ਪਿੰਜਰੇ ਵਿੱਚ ਪਾਇਆ, ਪਹਿਲਾਂ ਖੁੱਲੇ ਤੌਰ ਤੇ ਲਿਆਂਦਾ ਗਿਆ। ਇਹ ਕੋਤਵਾਲੀ ਦੇ ਨਾਲ ਹੀ ਇੱਕ ਹਵੇਲੀ ਸੀ। ਪਹਿਲਾਂ ਹਵੇਲੀ ਹੈ ਨਾ ਜਿਹੜੀ, ਉਹਦੇ ਅੰਦਰ ਵੀ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ ਬੜੀ ਡਰਾਉਣੀ ਸੀ। ਕਿਉਂਕਿ ਹਰੇਕ ਬੰਦਾ ਨਾ ਬੜੇ ਧਿਆਨ ਨਾਲ ਸੁਣਨਾ, ਮਨੋਵਿਗਿਆਨ ਇੱਕ ਸਾਈਕੋਲੋਜੀਕਲੀ ਨੁਕਤਾ ਹੈ ਕਿ ਜੋ ਮੇਰੇ ਅੰਦਰ ਹੈ ਉਹ ਮੇਰੇ ਬਾਹਰ। ਜੇ ਮੇਰੇ ਅੰਦਰ ਡਰ ਹੈ ਨਾ, ਤੇ ਮੈਂ ਇਹ ਸੋਚ ਜਾਣਾ ਫਲਾਣਾ ਬੰਦਾ ਬਹੁਤ ਡਰਦਾ, ਕਿਉਂਕਿ ਮੇਰੇ ਖੁਦ ਦੇ ਅੰਦਰ, ਉਹਨਾਂ ਦੇ ਖੁਦ ਦੇ ਅੰਦਰ ਉਹ ਹਵੇਲੀ ਦੇ ਅੰਦਰੋਂ ਡਰ ਸੀ। ਉਹਨਾਂ ਸੋਚਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਨੂੰ ਇੱਥੇ ਰੱਖਦੇ ਆ, ਜਦੋਂ 4 ਦਿਨ ਰੱਖਿਆ ਤੇ ਇਹਨਾਂ ਨੇ ਮੰਨ ਜਾਣਾ, ਡਰਦੇ ਆ। ਕਿਉਂਕਿ ਹਰੇਕ ਬੰਦਾ ਇਦਾਂ ਸੋਚਦਾ ਹੈ। ਉਹਨਾਂ ਸੋਚਿਆ ਹੋਣਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੰਗੇ ਮਹਿਲਾਂ 'ਚ ਰਹਿੰਦੇ ਆ, ਚੰਗੇ ਥਾਵਾਂ ਤੇ ਰਹਿੰਦੇ ਆ, ਇਹ ਤਾਂ ਡਰਦਾ। ਜ਼ਰੂਰੀ ਨਹੀਂ ਕਿ ਹਰੇਕ ਸੁੱਖ ਮੰਨਣ ਵਾਲਾ, ਸਹੂਲਤਾਂ ਮੰਨਣ ਵਾਲਾ ਬੰਦਾ ਬੜਾ ਕੱਚਾ ਹੋਊਗਾ, ਪਰ ਬਸ਼ਰਤੇ ਉਹ ਗੁਰੂ ਨਾਲ ਜੁੜਿਆ ਹੋਇਆ। ਇਹ ਗੁਰੂ ਸਾਹਿਬ ਸਾਨੂੰ ਸਿਖਾ ਕੇ ਗਏ। ਕੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ? 3 ਲੱਖ ਦਾ ਚਦੋਵਾ ਲੱਗਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇਸ ਵਾਹਿਗੁਰੂ 80,000 ਦਾ ਸਿਰਫ ਚਾਂਦਨੀ ਲੱਗਦੀ ਸੀ ਰੰਗਦੇਵ ਤੇ। ਸਰਕਾਰ ਤੋਂ ਵੱਧ ਸਹੂਲਤਾਂ ਸਨ। ਇਹਨੇ ਕੀਮਤੀ ਵਸਤਰ, ਇਹਨੇ ਕੀਮਤੀ ਘੋੜੇ, ਇਹਨੇ ਕੀਮਤੀ ਗਲੀਚੇ ਜਿਹਦੇ ਤੇ ਸਾਹਿਬ ਦੇ ਚਰਨ ਟਿਕਦੇ ਸੀ, ਤੇ ਜਿਹਦੇ ਹਾਲਾਤ ਬਦਲੇ ਉਹਦੇ ਮਾਛੀਵਾੜੇ ਦੇ ਰੋੜਾਂ ਤੇ ਨੰਗੇ ਪੈਰ ਵੀ ਟਿਕਾ ਲਿਆ। ਉੱਥੇ ਵੀ ਖੁਸ਼ ਹਾਂ ਤੇ ਉੱਥੇ ਵੀ ਖੁਸ਼। ਹਾਲ ਨਹੀਂ ਬਦਲਿਆ, ਹਾਲਾਤ ਬਦਲੇ। ਇਹੀ ਸਾਨੂੰ ਸਤਿਗੁਰੂ ਸਿਖਾ ਕੇ ਗਏ ਨੇ। ਅੱਜ ਵੀ ਜਿਹੜਾ ਮਾਹੌਲ ਆਪਾਂ ਅੱਗੇ ਬੇਨਤੀ ਕਰਨੀ, ਹਾਲਾਤ ਬਦਲਦੇ ਰਹਿਣਗੇ, ਹਾਲ ਨਾ ਬਦਲਣ ਦਿਓ। ਅਸੀਂ ਕੀ ਕਰਦੇ ਹਾਂ? ਅੱਜ ਹਾਲਾਤ ਬਦਲਦੇ ਆ, ਸਾਡੇ ਹਾਲ ਵੀ ਬਦਲ ਜਾਂਦੇ ਆ। ਜੇ ਘਰ ਖੁਸ਼ੀ ਹੁੰਦੀ ਹੈ ਤੇ ਫਿਰ ਮੈਂ ਸ਼ਬਦ ਤੁਹਾਨੂੰ ਬੇਨਤੀ ਕਰਨਾ, ਫਿਰ ਸਾਨੂੰ ਪਤਾ ਹੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਕਿੱਥੇ ਤੇ ਭਾਈ ਕਿੱਥੇ ਹੈ। ਭਾਈ ਆਪੇ ਬਾਬੇ ਨੂੰ ਲੈ ਕੇ ਜਾਵੇ ਤੇ ਨਾ ਲੈ ਕੇ ਜਾਵੇ, ਘਰ ਵਾਲੇ ਕਿਤੇ ਆਪਾਂ ਹੀ ਕਰਨਾ। ਉਲਟ ਦੂਜੇ ਪਾਸੇ ਜੇ ਡੈਥ ਹੋ ਜਾਏ, ਫਿਰ ਰੱਬ ਨੂੰ ਲਾਂਭੇ ਦੇ ਕੇ ਤੁਰੇ ਹੁੰਦੇ। ਹਜੇ ਇਹਦੀ ਜਾਣ ਵਾਲੀ ਉਮਰ ਨਹੀਂ ਸੀ, ਹਜੇ ਇਹਦੀ ਮਰਨ ਵਾਲੀ ਉਮਰ ਨਹੀਂ ਸੀ, ਅਸੀਂ ਗੁਰੂ ਦੇ ਨੇੜੇ ਕਦੋਂ ਲੱਗੇ? ਜਿਸ ਹਾਲਾਤ ਖੜੇ ਫਿਰ ਨੇੜੇ ਨਹੀਂ ਲੱਗਦੇ। ਗੁਰੂ ਸਾਹਿਬ ਨੇ ਕਦੇ ਕੀਤਾ, ਸਿਖਾ ਕੇ ਗਏ, ਹਾਲ ਬਦਲਦੇ ਰਹਿਣਗੇ। ਵੇਖੋ ਤੁਸੀਂ ਮਾਛੀਵਾੜਾ ਸਾਹਿਬ ਦੇ ਜੰਗਲਾਂ 'ਚ ਪਿਆ ਕੀ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ। ਹਾਲ ਬਦਲ ਜਾਂਦੇ ਨੇ। ਕਦੋਂ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣ। ਪਰ ਜੇ ਮਿੱਤਰ ਨਾਲ ਜੁੜੇ ਹੋਏ ਫਿਰ ਯਾਰ ਦੇ ਰਸਾਂ ਨੂੰ ਸੱਤਰ ਚੰਗਾ, ਭੱਟ ਖੇੜਿਆ ਗਿਆ। ਜਦੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਸਮੇਤ ਹਵੇਲੀ ਅੰਦਰ ਉੱਥੇ ਕੈਦ ਕੀਤੇ ਗਏ, ਸ਼ਬਦ ਵਰਤੋਂ ਰੱਖੇ ਗਏ, ਪਹਿਰਾ ਲਾਤਾ ਚਾਰ ਚੁਫੇਰੇ। ਕਿਉਂ ਲਾਇਆ? ਵੀ ਇਹ ਡਰਨਗੇ ਰਾਤ, ਸ਼ਾਇਦ ਬਾਹਰ ਨਿਕਲਣ ਦਾ ਯਤਨ ਕਰਨਗੇ। ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਬਾਰੇ ਗਿਆਨੀ ਜੀ ਆਪ ਜੀ ਨੂੰ ਕਲਬਾਣੀ ਬਾਰੇ ਦੱਸ ਕੇ ਗਏ ਨੇ,
59 शब्द ने, 57 श्लोक ने, 15 रागां चों 59 शब्द है गुरु तेग बहादुर साहब दे। एक बेनती करूं तुहानूं, गुरु ग्रंथ साहिब अंदर 17 भाषावां ने, 17 लैंगुएज गुरु ग्रंथ साहिब। पर एक गल याद रखियो, गुरु तेग बहादुर साहब का एक भी पंजाबी का शब्द नहीं, तुसीं हैरान हो। 59 शब्दों चो ना जी एक शब्द भी पंजाबी का नहीं है। बहुत सारे शब्द ब्रिज ते हिंदी दे ने, ਉਹਦਾ भी रीजन है। गुरु तेग बहादुर साहब का बहुत एरिया इलाका वाइज समा जो पूर्व आसाम के इलाके गुजरे, जिथे के लोग जिदा बोलते हैं उसे बोली समझाना सुना। भाई गुरदास दियां वारां पढ़ो, वारां पंजाबी च ने, कवित पढ़ो ब्रिज विच ने, क्योंकि उदों भाई गुरदास साहब की 12 बांकी गोंडा लखनऊ ये इलाके कागजे के इलाके चलते हैं। इसलिए उस इलाके करके कहण तो मुराद वेखो, गुरु तेग बहादुर साहब की जिहड़ी देन है ना, वो तो यह देश भुल ही नहीं सकता, ना बोली के पक्ष तो, ना ये धार्मिक बाणी के पक्ष तो, ना ये देश को बचाने के पक्ष तो। सब तो वड्डी संगत खैर जदों हवेली में रखिया भी डरनगे ते गुरु तेग बहादुर साहब जिन्हां ने उदों बचन कह भै भै काबू को देत न है न है भै मान तान कहो नानक सुन रे मना ज्ञानी का है बखा। सब तो वड्डा जिहड़ा डर है ना, बड़े ध्यान नाल सुनना, मौत का है। दो डर ने, धन का तुसीं डरदे आ सारे, धन चले जाण तो, पर फिर भी बंदा सोचदा फिर आ गया। पहली गल बंदा डरदा है मौत तो, दूजा डर है मौत होएगी किदां। जे आपां नूं पता होवे ना जी, मैं जे अपनी गल करदा तुहाडे चुੱਚੀ वस्तां वाले होणगे, जे सानूं पता हो जाए ना साडी उत्थे मौत हो, साडा समा स्थान उत्थे बंदा जांदा ही कहंदा मैं उत्थे चलदा, पता ही सानूं उदों लगदा जदों उत्थे हो जाए। क्योंकि 3 सस्से निर्धारित ने, सस्सा समा, सस्सा स्थान, सस्सा स्वभाव। जिक्र किया गुरु ग्रंथ साहिब ने, क्या जाना कि मरेंगे, कैसा मरना हो, क्या कि कैसा, इनू कह लो समा स्थान ते स्वभाव। बंदा डरदा है मौत तो, ते दूजा डर है मौत होएगी किदां। ते ये डर है जिहड़ा हरेक सर्च हो रही है, भावें मेडिसिन है भावें कोई है। पर गुरु तेग बहादुर साहब जिन्हां ने पहले ये वचन लिख के आए ने, दग रचना सब झूठ है जान ले हो रे भी, कह नानक थिर नार है जो बालू की भीत। जिन्हों पहले ही पता भी शरीर है ही नहीं, छड्डना है असल में तो जो उस पासे जावना नहीं। ते गुरु ग्रंथ साहिब कहते कोई मरदा ही नहीं। बड़े ध्यान सुनना, गुरु ग्रंथ साहिब कहते कोई नहीं मरदा, पर समझ ये गल भी उन्होंने पैंदी है जिहदी प्रभु के नाम नाल सांझ पै जाती है। सतगुरु के अमृत बचन ने ना, कौन हुआ अरे कौन हुआ, कहते वो कौन मरे, कोई नहीं मरदा। कौन हुआ रे कौन हुआ, ब्रह्म ज्ञानी में करो विचार। ये की है तो चलत पाया, चलत पाया ये तो बदलिया ही है ना। जीव आत्मा थोड़ी मरी, मरण वाले जीवन आए। ये की होया, ये हुंदा है पवन है मैं पवन समाया, ज्योति में जोत रल जाया, माटी माटी हुई एक रोवना रहेगी कवन। जिद्दे सिख नूं ये गल दी समझ आ गई ना भी मैं मरन वाला नहीं, ये शहादत दे राह उदे चलेगा, वरना थोड़ी चल सकदा। अजे तुसीं पदार्थां दी गल करदे हो, अजे तां साडीआं इट्टां दे घर नालों पकड़ नहीं टुटी, ये शरीर नालों किते टुटे। जिन्नी देर शरीर नाल अटैचमेंट बनी हुई है, कुर्बानी नहीं हो सकती, शहादत नहीं हो सकती। ते गुरु ग्रंथ साहिब कहते नहीं, ये हवा है, हवा हवा च मिल जाती है, मिट्टी मिट्टी चली जाती है, अग अग च मिल जाती है। समस्या कितने खड़ी है, समस्या ज्योति जोत रली संपूर्ण थी आराम आ खेड़ नहीं वरतनी। इसलिए सच्चे पातशाह तो बचन पहला पता, वो तो पहला समझा के आए ने, राम गयो रावण गयो जाको बहु परवार, कहो नानक फिर कछ नहीं सुपने जो संसार। पहला समझा के आए ने, चिंता ताकि कीजिए जो न होनी होए, यो मार्ग संसार को नानक थिर नहीं होए। ते डर कल जदों डर वाली खेड इन्हां दी ना बनी ना, कहंदे काजी अब्दुल वहाब होरां ने दरोगे नूं बुलाया, फौजदार नूं बुलाया, दरोगा कह लो, कोतवाली का इंचार्ज कह लो, हुण तक बजुर्ग जानते थानेदार नूं दरोगे कहंदे ने, इंचार्ज उन्होंने बुलाया। वो कहते गुरु तेग बहादुर साहब रात को डरे नहीं, सिख डरे नहीं। वो कहते तुसीं डरन की गल करदे हो, सानूं पहरे ते बैठे डर लगता है। वो तो आराम नाल चौंकड़ा लाए कि क्योंकि अजे तक जिहड़ी रुत चलती सी, आपां कहिए आ नवंबर की रुत, वो तो फिर भी चौंकड़े ला के बहिंदे। पर गुरु तेग बहादुर साहब जो ये खेल ना बनी, इन्हों ने फिर 2 मीटिंगां रखियां, मिलाप रखिया, किहदे नाल
औरंगजेब नहीं से इत्थे मिलिया गुरु तेग बहादुर साहब, याद रखियो कौन मिलिया सी, ਉਹਦਾ ਛੱਡਿਆ ਹੋਇਆ ਕਾਜੀ ਦੋ ਛੋਟੇ ਕਾਜੀ, ਜਿਵੇਂ ਸੁਪਰੀਮ ਕੋਰਟ ਹਾਈ ਕੋਰਟ ਹੈ ਨਾ, ਜਦੋਂ ਵੀ ਕੋਈ ਗੱਲ ਹੁੰਦੀ ਉਹਦਾ ਬੈਚ ਹੁੰਦਾ, 3 ਜੱਜਾਂ ਦਾ ਬੈਚ ਹੋ ਗਿਆ, ਕਿਉਂਕਿ ਜਦੋਂ ਮੈਜੋਰਟੀ ਹੋ ਗਈ 2 ਹੋ ਗਏ ਉਹਦਾ ਡਿਸੀਜਨ ਹੋਏਗਾ, ਫੈਸਲਾ ਹੋਏਗਾ। ਇੱਦਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਲਈ ਮੇਨ ਗਿਆ ਕਾਜੀ ਅਬਦੁਲ ਵਹਾਬ ਗੁਰ। ਮੌਲਵੀ ਉਹ ਹੁੰਦਾ ਜਿਹੜਾ ਪੜ੍ਹਾਉਂਦਾ ਹੋਵੇ, ਯਾਦ ਰੱਖੋ। ਕਾਜੀ ਉਹ ਹੁੰਦਾ ਜਿਹਦੇ ਕੋਲ ਜੁਡੀਸ਼ਲੀ ਹੋਵੇ, ਜਿਹੜਾ ਫੈਸਲਾ ਦਿੰਦਾ, ਜਿਹੜਾ ਜੱਜ ਹੈ, ਜਿਹਨੇ ਨਿਰਣਾ ਕਰਨਾ। ਤੇ ਅਬਦੁਲ ਵਹਾਬ ਹੋਰਾਂ ਨੇ ਸ਼ਬਦ ਕਹਿ ਗੁਰੂ ਤੇਗ ਬਹਾਦਰ ਸਾਹਿਬ ਨੂੰ, ਰਾਜਨੀਤੀ ਦੇ 4 ਦਾ ਤੁਸੀਂ ਸੁਣੇ ਹੈ ਵਿਦਵਾਨਾਂ ਕੋਲੋਂ, ਸ਼ਾਮ, ਦਾਮ, ਭੇਦ, ਦੰਡ। ਸ਼ਾਮ ਕਹਿੰਦੇ ਵਡਿਆਈ ਕਰਨੀ। ਬਹੁਤੇ ਬੰਦਿਆਂ ਨੂੰ ਤੁਸੀਂ ਦੁਨੀਆ 'ਚ ਵੇਖਿਓ ਨਾ, ਉਹ ਇਸੇ ਗੱਲ ਤੇ ਮੰਨ ਜਾਂਦੇ ਤੁਸੀਂ ਕੋਲ ਤੇਰੇ ਵਰਗਾ ਕੋਈ ਨਹੀਂ ਹੈ, ਉਹ ਕਹਿੰਦਾ ਠੀਕ ਹੈ। ਦੂਜਾ ਹੈ ਖਰੀਦਿਆ ਜਾਣਾ, ਤੀਜਾ ਹੈ ਪਾੜਨਾ, ਤੇ ਚੌਥਾ ਤਰੀਕਾ ਹੈ ਸਜ਼ਾ ਦੇਣੀ, ਦੰਡ ਦੇਣਾ। ਸੁਣਿਓ, ਬਿਲਕੁਲ ਸੰਖੇਪ ਕਹਾਂਗਾ। ਕਾਜੀ ਨੇ ਪਹਿਲਾ ਨੁਕਤਾ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ, ਕਹਿੰਦੇ ਜੀ ਤੁਸੀਂ ਕੀ ਲੈਣਾ। ਪਹਿਲਾ ਸ਼ਾਮ ਦਾ ਤਰੀਕਾ, ਤੁਸੀਂ ਵੇਖੋ ਸਾਰੇ ਤੁਹਾਡਾ ਸਤਿਕਾਰ ਕਰਦੇ ਨੇ, ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਤੁਸੀਂ ਵਾਰਸ ਹੋ, ਅਸੀਂ ਤੁਹਾਨੂੰ ਪੂਰੇ ਦੇਸ਼ ਦਾ ਪੀਰ, ਵੇਖੋ ਇਤਿਹਾਸ ਹੈ, ਪੂਰੇ ਦੇਸ਼ ਦਾ ਪੀਰ ਬਣਾ ਦਿਆਂਗੇ, ਤੁਸੀਂ ਇਸਲਾਮ ਤੇ ਆ ਜਾਓ, ਤੁਸੀਂ ਇਸਲਾਮ ਕਬੂਲ ਲਓ। ਤੇ ਪਹਿਲਾ ਯਤਨ ਸੀ ਇਸਲਾਮ ਕਬੂਲ ਲੈਣਗੇ। ਬਚਨ ਹੋ ਗਿਆ, ਕਸ਼ਮੀਰ ਦੇ ਪੰਡਤਾਂ ਨੇ ਕਹਿਤਾ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਹੋਣਾ ਕਬੂਲ ਕਰਨਗੇ ਅਸੀਂ ਵੀ ਕਰ ਲਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ, ਮਜ਼ਹਬ ਹਰੇਕ ਨੂੰ ਆਪਣਾ ਪਿਆਰਾ ਹੈ। ਆ ਗੱਲ ਸਮਝਿਓ, ਕਦੇ ਵੀ ਕਿਸੇ ਦੇ ਧਰਮ ਪ੍ਰਤੀ ਸਮਝਾਉਣਾ ਡਿਫਰੈਂਟ ਚੀਜ਼। ਮੈਂ ਕਈ ਵਾਰੀ ਬੇਨਤੀ ਕਰਨਾ, ਪਰ ਨਫ਼ਰਤ ਇੱਕ ਬਹੁਤ ਬੁਰੀ ਚੀਜ਼ ਹੈ। ਕਿਉਂ? ਇੱਕ ਬੇਨਤੀ ਤੁਹਾਡੇ ਸਾਹਮਣੇ ਜੇ ਤੁਸੀਂ ਸਮਝ ਸਕੇ, ਇੱਕ ਧੀ ਆਪਣੇ ਘਰ ਚ ਆਉਂਦੀ, ਮੰਨ ਲਓ ਉਹਨੂੰ ਵਿਆਹ ਕੇ ਲਿਆਉਣੇ ਆਪਾਂ ਨੂੰ ਮਰ ਜਾਂਦੀ ਹੈ, ਜਾਂ ਸਾਡੀ ਧੀ ਕਿਸੇ ਦੇ ਘਰ ਜਾ ਕੇ ਨੂੰ ਬਣਦੀ, ਉਹਦਾ ਦੇਵਰ ਵੀ ਹੁੰਦਾ, ਉਹਦਾ ਜੇਠ ਵੀ ਹੁੰਦਾ, ਉਹਦਾ ਸਹੁਰਾ ਵੀ, ਉਹਦਾ ਪਤੀ ਵੀ, ਇੱਕੋ ਘਰ ਚ ਰਹਿੰਦੇ ਨੇ। ਬਹੁਤ ਤਰੀਕੇ ਨਾਲ ਸਮਝੋ, ਪਿਆਰ ਨਾਲ ਗੱਲ ਸਮਝ ਆਵੇਗੀ। ਧਰਮਾਂ ਦੀ ਨਫ਼ਰਤ ਕਿੱਥੋਂ ਉੱਠਦੀ। ਇੱਕ ਧੀ ਦੇ ਪਤਨੀ ਹੋਣ ਦੇ ਨਾਤੇ ਜਿਹੜੇ ਸੰਬੰਧ ਪਤੀ ਨਾਲ ਨੇ, ਉਹ ਕਿਸੇ ਨਾਲ ਨਹੀਂ ਹੋ ਸਕਦਾ। ਸਤਿਕਾਰ ਉਹ ਸਹੁਰੇ ਦਾ ਵੀ ਕਰੇਗਾ, ਦੇਵਰ ਜੇਠ ਦਾ ਵੀ ਕਰੇਗੀ, ਸੱਸ ਦਾ ਵੀ ਕਰੇਗੀ, ਪਰ ਪਤੀ ਪਤੀ ਹੈ। ਉਹ ਸੰਬੰਧ ਉਹ ਨੇ। ਸਿੱਖ ਪਤਨੀ ਦੇ ਰੂਪ ਚ ਆਮ ਪਿੱਛੇ ਲਾ ਕੇ ਚੱਲੀ ਜੀਓ, ਜੋ ਸੰਬੰਧ ਸਾਡੇ ਗੁਰੂ ਨਾਲ ਹੈ ਉਹ ਸਾਡੇ ਕਿਸੇ ਨਾਲ ਨਹੀਂ ਹੋ ਸਕਦੇ। ਪਰ ਅਸੀਂ ਸਤਿਕਾਰ ਉਦਾਂ ਕਰਦੇ ਹਾਂ ਜਿੱਦਾਂ ਕਿ ਸੁਹਾਗਣ ਪਤਨੀ ਆਪਣੇ ਸਹੁਰੇ ਤੇ ਜੇਠਾਂ ਦਾ ਸਤਿਕਾਰ ਕਰਦੀ ਹੈ, ਉਹ ਵੀ ਉਹਨਾਂ ਦੇ ਘਰ ਦੇ ਮੈਂਬਰ ਨੇ। ਸੰਸਾਰ ਇੱਕ ਘਰ ਹੈ, ਸਾਰੇ ਲੋਕ ਸਾਡੇ ਘਰ ਦੇ ਸੰਸਾਰ ਦੇ ਮੈਂਬਰ ਨੇ, ਪਰ ਜੋ ਸਾਡਾ ਸੰਬੰਧ ਗੁਰੂ ਦੇ ਸ਼ਬਦ ਨਾਲ ਹੈ, ਗੁਰੂ ਦੇ ਸਿਧਾਂਤ ਨਾਲ, ਉਹ ਕਿਸੇ ਨਾਲ ਨਹੀਂ। ਖੈਰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲਾ ਤਰੀਕਾ ਸਾਹਿਬ ਕਹਿੰਦੇ ਨਹੀਂ, ਫਿਰ ਦੂਜਾ ਤਰੀਕਾ ਕਹਿਣ ਲੱਗੇ ਇਸ ਰੁਤਬੇ ਦੀ ਲੋੜ ਨਹੀਂ। ਦੂਜਾ ਤਰੀਕਾ ਸੀ ਦਾਮ, ਖਰੀਦਣ ਦਾ ਯਤਨ। ਉਹ ਵੀ ਬਹੁਤ ਤਰੀਕੇ ਵਰਤੇ ਗਏ। ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਬਚਨ ਹੀ ਇੱਥੋਂ ਆਰੰਭ ਹੁੰਦਾ ਹੈ। ਇੱਕ ਬੇਨਤੀ ਤੁਹਾਨੂੰ ਹੋਰ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੇ, ਸ਼ਾਇਦ ਤਾਂ ਲੱਗਿਆ ਨਹੀਂ ਜਿਹਨੇ ਤੁਹਾਨੂੰ ਨੁਕਤਾ ਕਿਹਾ ਹੋਵੇ, ਦੁਹਰਾਈ ਹੋ ਜਾਏ, ਮੈਂ ਆਪ ਹੀ ਚਾਹੁੰਦਾ ਗੱਲ ਨੂੰ ਪੱਕਿਆ ਕਰਿਓ। ਪਹਿਲਾ ਸ਼ਬਦ ਆਰੰਭ ਹੁੰਦਾ ਗੌੜੀ ਰਾਗ ਤੋਂ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੌੜੀ ਰਾਗ ਤੋਂ ਆਰੰਭ ਹੁੰਦਾ। ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ, ਸਾਧੋ ਮਨ ਕਾ ਮਾਨ ਤਿਆਗੋ। ਧਿਆਨ ਨਾਲ ਪੜ੍ਹੇ ਬਾਣੀ। ਪਹਿਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਨਾ, ਗੌੜੀ ਰਾਗ ਤੋਂ ਸ਼ੁਰੂ ਹੁੰਦਾ। ਪਹਿਲੀ ਪੰਕਤੀ ਸਾਧੋ ਮਨ ਕਾ ਮਾਨ ਤਿਆਗੋ। ਹੁਣ ਆ ਜਾਓ ਲਾਸਟ ਤੇ। ਗੁਰੂ ਤੇਗ ਬਹਾਦਰ ਸਾਹਿਬ ਦਾ 55ਵਾਂ ਸ਼ਲੋਕ ਹੈ। ਜਦੋਂ ਆਪਾਂ ਪੜ੍ਹਨੇ ਆ ਉਹਦੇ ਚ ਆਪਾਂ ਪੜ੍ਹਨੇ ਆ, ਰਾਮ ਨਾਮ ਔਰ ਮਹਿ ਗਇਓ ਜਾ ਕੇ ਸਾਹਮਣੇ ਕੋਏ, ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਹੈ ਸਾਧੋ ਮਨ ਕਾ ਮਾਨ ਤਿਆਗੋ। ਮੰਮੇ ਕਰਨਾ ਨੰਨਾ ਮਾਨ ਤਿਆਗੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਛੱਡਣਾ ਹੈ ਤੇ ਕੁਝ ਰੱਖਣਾ ਵੀ ਪੈਂਦਾ ਹੈ। ਗੱਲ ਤੇ ਇੱਥੇ ਰੱਖਿਓ, ਫਿਜ਼ਿਕਸ ਦਾ ਮੈਥਮੈਟਿਕ ਸਾਇੰਸ ਪੜ੍ਹਦੇ ਨੇ। ਖਾਲੀ ਥਾਂ ਆਪਣੇ ਆਪ ਭਰ ਜਾਂਦੀ ਹੁੰਦੀ। ਕਮਰੇ ਤੋਂ ਆਪਾਂ ਗੰਦੀ ਹਵਾ ਕੱਢਦੀ, ਸਾਫ਼ ਹਵਾ ਆਪਣੇ ਆਪ ਆਉਂਦੀ। ਜਦੋਂ ਅਸੀਂ ਮਨ ਚੋਂ ਮਾਨ ਕੱਢ ਦਿਆਂਗੇ ਫਿਰ ਹਿਰਦਾ ਖਾਲੀ ਨਹੀਂ ਹੋ ਜਾਊਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੇ ਵੀ ਇੱਕ ਟਿਕਾਉਣ ਵਾਲੀ ਚੀਜ਼ ਹੋ। ਕੀ ਟਿਕਾਉਣਾ? ਰਾਮ ਨਾਮ ਔਰ ਮੈਂ ਗਹਿਓ। ਗਹਿਓ ਦਾ ਅਰਥ ਹੈ ਪਕੜਨਾ, ਔਰ ਦਾ ਅਰਥ ਹੈ ਹਿਰਦਾ। ਕਹਿੰਦੇ ਮਾਨ ਛੱਡ ਦੇ, ਗੁਰੂ ਨਾਲ ਜੁੜ ਜਾ, ਇਹ ਉਲਟ ਹੋ ਜਾਊਗਾ। ਧਿਆਨ ਨਾਲ ਸੁਣਿਓ ਨੁਕਤਾ।
ਮਾਨ ਹੈ ਨਾ ਜਿਹੜਾ ਨੇ ਉਲਟਾ ਹੋ ਜਾਣਾ। ਤੁਸੀਂ ਆਮ ਸੁਣਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵੀ ਮੋਹਰ ਲਾ ਦਿੱਤੀ ਜੀ ਤੇ ਮੱਥਾ ਟੇਕਿਆ, ਲੇਖ ਸਿੱਧੇ ਹੁੰਦੇ। ਇਹ ਬੰਦਾ ਕਹਿੰਦਾ ਜੀ ਇਹ ਬਾਹਰ ਦੀਆਂ ਗੱਲਾਂ ਜੀ, ਐਵੇਂ ਦੀਆਂ ਗੱਲਾਂ ਤੁਸੀਂ ਮੈਡੀਕਲ ਵੇਖ ਸਕਦੇ ਹੋ। ਇੱਥੇ ਮਾਨ ਛੱਡਣਾ, ਮੰਨੇ ਕਰਨਾ ਮੰਨਣਾ, ਮਾਨ ਛੱਡਣਾ। ਛੱਡਣਾ ਕੀ ਹੈ? ਇਹਨੇ ਉਲਟੀ ਹੋ ਜਾਣਾ। ਉਲਟਾ ਕਿਵੇਂ ਹੋ ਗਿਆ? ਅੱਗੇ ਮੈਂ ਮੂਹਰੇ ਸੀ, ਨਿਮਰਤਾ ਪਿੱਛੇ ਸੀ। ਮੰਮੀ ਕੋ ਮੈਂ ਨੰਨੇ ਤੋਂ ਨਿਮਰਤਾ ਹੁੰਦੀ ਨਾ, ਨਿਮਰਤਾ ਤੋਂ ਨਾਮ ਆਉਂਦਾ ਜਾਂ ਨਾਮ ਤੋਂ ਨਿਮਰਤਾ ਉੱਠਦੀ ਹੈ। ਅੱਗੇ ਮੈਂ ਮੂਹਰੇ ਸੀ, ਨਾਮ ਪਿੱਛੇ ਸੀ, ਨਿਮਰਤਾ ਪਿੱਛੇ ਸੀ, ਮੰਮੀ ਕਰਨਾ ਮੰਨਣਾ ਮਾਨ। ਹੁਣ ਕੀ ਹੋ ਗਿਆ? ਇਹਨੂੰ ਉਲਟਾ ਕਰ ਲਓ। ਹੁਣ ਨਾਮ ਮੂਹਰੇ ਆ ਗਿਆ ਤੇ ਮੈਂ ਪਿੱਛੇ ਚਲੇ, ਨਾਮ ਹੋ ਗਿਆ। ਆਹੀ ਕੰਮ ਕਰਨ ਵਾਲਾ ਜ਼ਿੰਦਗੀ। ਤੇ ਜਿੰਨੀ ਦੇਰ ਮਾਂ ਨਹੀਂ ਨਾ ਛੱਡੀ ਦਾ, ਬਾਬਾ ਕਬੀਰ ਸਾਹਿਬ ਕਹਿੰਦੇ ਖੰਡ ਖਿਲਾਰ ਕੇ ਨਾ ਭਾਵੇਂ 50 ਹਾਥੀ ਲਈ ਪੂਰੀ ਚੋਗ ਨਹੀਂ ਸਕਦੇ। ਤੁਸੀਂ ਆਪਾਂ ਘਰਾਂ ਚ ਰਹਿੰਦੇ ਆ, 5 ਕਿਲੋ ਖੰਡ ਖਿਲਾਰਦੇ ਆ ਤੇ 100 ਹਾਥੀ ਲਿਆ ਕੇ ਦੁਆਲੇ ਕਰਦੇ ਹੋ, ਇਕੱਠੀ ਕਰਨੀ ਹੈ, ਕਦੇ ਨਹੀਂ ਕਰਨਗੇ। ਖੰਡ ਤਾਂ ਇਕੱਠੀ ਕੀ ਕਰਨੀ, ਫੁਕਾਰੇ ਮਾਰ ਕੇ ਪਹਿਲਾਂ ਹੀ ਉਡਾਉਂਦੇ ਆ। ਉਹਦੀ ਬਜਾਏ 2 ਪੀੜੀਆਂ ਲਿਆ ਕੇ ਛੱਡ ਕੇ ਇਕੱਠੀ ਕਰਦੇ ਨੇ। ਇਹ ਬਾਣੀ ਕੋਈ ਅਰਥ ਨੇ ਸਾਡੇ ਲਈ ਵੀ ਜੇ ਸੰਸਾਰ ਵਿੱਚ ਕੀ ਹੈ, ਰੇਤਾ ਰੱਬ ਦਾ ਨਾਮ ਖੰਡ ਹੈ। ਜੇ ਸੰਸਾਰ ਵਿੱਚ ਸੰਸਾਰ ਰੂਪੀ ਮਿੱਟੀ ਚ ਰਹਿੰਦੇ ਆ, ਰੱਬ ਦੇ ਨਾਮ ਰੂਪੀ ਖੰਡ ਨੂੰ ਚੁਗਣਾ, ਫਿਰ ਮਨਾ ਕੀੜੀ ਬਣਨਾ ਪੈਣਾ, ਆਪਣੀ ਬਣ ਕੇ ਨਹੀਂ ਚੁਗੀ ਜਾਂਦੀ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਈ ਤੇ ਖਾਏ। ਇਹ ਗੁਰੂ ਨੇ ਦੱਸਿਆ ਵੀ ਕੀੜੀ ਬਣ ਕੇ ਕੌਣ? ਮਾਨ ਛੱਡ ਨਿਮਰਤਾ ਧਾਰਨ ਕਰ, ਨਾਮ ਨਾਲ ਜੁੜ। ਰਾਮ ਨਾਮ ਔਰ ਮੈਂ ਗਹਿ ਜਾ ਕੇ ਸਾਹਮਣੇ ਕੋਏ। ਹੁਣ ਖਰੀਦਣਾ ਕਿਹਨੇ ਸੀ? ਜਿਨ੍ਹਾਂ ਨੇ ਬਚਨ ਕਰ ਉਹਨਾਂ ਨੂੰ ਕੌਣ ਖਰੀਦ ਸਕਦਾ ਸੀ? ਦਾਮ ਤੋਂ ਬਾਅਦ ਅਗਲੀ ਵਾਰੀ ਆ ਗਏ ਭੇਦ ਦੀ। ਜਿਹੜੀ ਗੱਲ ਬੜੇ ਧਿਆਨ ਨਾਲ ਸੁਣਿਓ। ਭੇਦ ਕੀ ਹੁੰਦਾ? ਜਿਹੜਾ ਇੱਥੇ ਪਿਆ ਰੂਲ ਐਂਡ ਡਿਵਾਈਡ, ਅੱਜ ਕੀ ਹੋ ਰਿਹਾ? ਬੇਨਤੀ ਕਰਦੇ ਹਾਂ ਤੁਹਾਨੂੰ, ਤੁਹਾਡੇ ਸੰਘਰਸ਼ ਉਦੋਂ ਫੇਲ ਹੁੰਦੇ ਆ ਜਦੋਂ ਪਾਠ ਦਿੱਤੇ ਜਾਂਦੇ ਆ। ਕਿੱਦਾਂ ਪਾੜੇ ਜਾਂਦੇ? ਕਿਸੇ ਸੰਘਰਸ਼ ਨੂੰ ਇਨਸਾਨੀਅਤ ਦਾ, ਧਰਮ ਦਾ, ਜਾਂ ਆਪਾਂ ਕਹੀਏ ਮਨੁੱਖਤਾ ਦਾ ਅੰਦੋਲਨ ਨਹੀਂ ਰਹਿਣ ਦਿੱਤਾ ਜਾਂਦਾ, ਪਾੜ ਦਿੱਤੇ ਜਾਂਦੇ। ਉਹਨਾਂ ਦੇ ਆਪਣੇ ਬੰਦੇ ਭੇਦ ਪਾਉਣਾ। ਇਹਨਾਂ ਨੇ ਕੀ ਭੇਦ ਪਾਉਣਾ ਚਾਹਿਆ? ਆਪਾਂ ਗੱਲ ਆਪਣੇ ਇਤਿਹਾਸ ਦੀ ਕਰ ਲਈ। ਅਸੀਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਾਜੀ ਨੇ ਇੱਕ ਗੱਲ ਕਹੀ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਹਿੰਦੂਆਂ ਲਈ ਆਏ ਹੋ। ਉਹਨਾਂ ਸ਼ਬਦ ਵਰਤਿਆ ਸੀ ਸਨਾਤਨੀਆਂ ਲਈ। ਖੈਰ ਤੁਹਾਨੂੰ ਸਮਝਣ ਵਾਲੇ ਸੌਖਾ ਕਰਕੇ ਬੇਨਤੀ ਕਰਨ ਲੱਗਾ, ਕਿਉਂਕਿ ਅੱਜ ਪ੍ਰਚਲਿਤ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਾਂ। ਕਹਿਣ ਲੱਗੇ ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਨੂੰ ਕਾਜੀ ਨੇ ਗੱਲ ਕਹੀ, ਕਹਿੰਦਾ ਜੀ ਉਹ ਤਿਲਕ ਲਾਉਂਦੇ ਆ, ਤੁਸੀਂ ਨਹੀਂ ਲਾਉਂਦੇ। ਸੁਣੇ, ਉਹ ਮੂਰਤੀ ਪੂਜਦੇ ਆ, ਤੁਸੀਂ ਨਹੀਂ ਪੂਜਦੇ। ਭੇਜਦੀ ਹੈ ਪੂਰਨ ਦਵਾਈ ਪਾੜੋ ਤੇ ਰਾਤ ਤੁਸੀਂ ਨਹੀਂ ਪੂਜਦੇ। ਉਹ ਦੇਵੀ ਦੇਵਤਿਆਂ ਨੂੰ ਮੰਨਦੇ, ਤੁਸੀਂ ਇੱਕ ਅਕਾਲ ਪੁਰਖ ਨੂੰ ਮੰਨਦੇ ਹੋ। ਉਹ ਜਨੇਊ ਪਾਉਂਦੇ, ਤੁਸੀਂ ਪਾਉਂਦੇ ਨਹੀਂ। ਤੁਹਾਨੂੰ ਆਉਣ ਦੀ ਕੀ ਲੋੜ ਸੀ? ਦੇਖੋ, ਪਹਿਲਾਂ ਕਿ ਇਸਲਾਮ ਚਾਹੋ, ਫਿਰ ਖਰੀਦਣ ਦਾ ਯਤਨ, ਵੀ ਘੱਟੋ ਘੱਟ ਜੇ ਦੋਵੇਂ ਕੰਮ ਨਹੀਂ ਹੁੰਦਾ ਵਾਪਸ ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਤੁਹਾਨੂੰ ਗਲਤ ਤਰੀਕੇ ਨਾਲ ਗੁੰਮਰਾਹ ਕੀਤਾ ਗਿਆ, ਤੁਹਾਡੇ ਨਾਲ ਸਿਧਾਂਤ ਹੀ ਨਹੀਂ ਲੱਗਦੇ ਇਹਨਾਂ ਨਾਲ, ਤੁਹਾਨੂੰ ਜਿਹੜਾ ਉਹਨੂੰ ਬਚਾਉਣ ਦੀ ਕੀ ਲੋੜ? ਤੁਸੀਂ ਕਿਹੜਾ ਪਾਉਣੇ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕਿਹਾ? ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਤਾਕਾ ਕਿਹੜਾ? ਤਿਲਕ ਜੰਝੂ। ਇੱਕ ਗੱਲ ਹੋਰ ਪ੍ਰਚਲਿਤ ਹੋ ਰਹੀ ਹੈ, ਬੇਨਤੀ ਕਰਦਾ ਰਿਕਾਰਡ ਹੋ ਰਿਹਾ, ਜਿਹਨੂੰ ਮਰਜ਼ੀ ਸੁਣਦੇ ਆ ਜੇ ਬੇਨਤੀ ਪਿਆਰ ਨਾਲ ਸੁਣਿਓ। ਵੇਖੋ, ਮਨੁੱਖੀ ਅਧਿਕਾਰਾਂ ਦੀ ਰਾਖੀ ਇੱਕ ਡਿਫਰੈਂਟ ਚੀਜ਼ ਹੈ, ਚੰਗੀ ਗੱਲ ਹੈ। ਤੁਸੀਂ ਇਹ ਗੱਲ ਕਹਿ ਕੇ ਮੈਨੂੰ ਬੜੇ ਬੰਦਿਆਂ ਤੋਂ ਸੁਣਿਆ, ਵੇਖੋ ਜੀ ਇਹ ਹਿੰਦੂਆਂ ਲਈ ਥੋੜੀ ਦਿੱਤਾ ਜੀ, ਇਹ ਤਾਂ ਜੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ। ਉਹ ਤਾਂ ਪਹਿਲਾਂ ਹੀ ਇਹ ਗੱਲ ਕਹਿਣ ਨੂੰ ਕਰਦੇ ਵੀ ਸਾਡੇ ਹੱਥ ਕੀ ਕੀਤਾ ਉਹਨਾਂ। ਇਹ ਗੱਲਾਂ ਤਾਂ ਉਹ ਕਹਿਣ ਜਿਹੜੇ ਉਹਨਾਂ ਦੇ ਫਿਰਕਾ ਪ੍ਰਸਤ। ਦੇਖੋ, ਸਾਰੇ ਧਰਮ ਸਾਰੇ ਬੰਦੇ ਚੰਗੇ ਨਹੀਂ, ਗੱਲ ਇਨਸਾਨੀਅਤ ਦੀ। ਇਹ ਗੱਲ ਤਾਂ ਉਹ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਲਈ ਥੋੜੀ, ਉੱਥੇ ਉਹਨਾਂ ਦਾ ਆਪਣਾ ਰੌਲਾ ਸੀ ਸਰਕਾਰ ਨਾਲ। ਤੁਸੀਂ ਖੁਦ ਕਹਿ ਰਹੇ ਹੋ, ਤੁਸੀਂ ਡਟ ਕੇ ਕਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤਿਲਕ ਤੇ ਜੰਝੂ ਦੀ ਰਾਖੀ ਹੋਈ ਹੈ। ਕੌਣ ਕਹਿੰਦਾ ਨਹੀਂ? ਤੇ ਜਾਂ ਫਿਰ ਨਾ ਪੜਿਆ ਕੋਈ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀ ਨਾ ਬੜੋ ਕਰੋ ਸਾਕਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਗਿਆ, ਕਹਿਣ ਲੱਗੇ ਤੁਸੀਂ ਜਨੇਊ ਨਹੀਂ ਪਾਉਂਦੇ, ਤਿਲਕ ਨਹੀਂ ਲਾਉਂਦੇ, ਮੂਰਤੀ ਨਹੀਂ ਪੂਜਦੇ, ਤੁਸੀਂ ਦੇਵੀ ਦੇਵਤੇ ਨਹੀਂ ਮੰਨਦੇ, ਤੁਸੀਂ ਜੋ ਆ ਕੇ ਤੁਸੀਂ ਕੱਲ ਜਾਓ। ਗੁਰੂ ਤੇਗ ਬਹਾਦਰ ਸਾਹਿਬ ਨੇ ਉਦੋਂ ਇੱਕ ਗੱਲ ਕਹੀ, ਕਹਿਣ ਲੱਗੇ ਹਾਂ ਇਹ ਗੱਲਾਂ ਤੇ ਅਸੀਂ ਨਹੀਂ ਕਰਦੇ, ਜੇ ਕਰਦੇ ਨਹੀਂ ਤੇ ਅਸੀਂ ਕਿਸੇ ਨੂੰ ਜਬਰੀ ਰੋਕਣ ਤੋਂ ਵੀ ਮਨਾ ਕਰਦੇ।
ਇਹਨੂੰ ਕੀ ਕਹਿੰਦੇ ਆ ਉਹ ਸੁਣਨਾ, ਬੇਨਤੀ ਨੂੰ ਸੁਣ ਲਿਓ ਪਿਆਰ ਨਾਲ, ਸਾਰੇ ਪਰਿਵਾਰਾਂ ਦੇ ਤੌਰ ਤੇ ਸੁਣਿਓ ਬੜੇ ਧਿਆਨ ਨਾਲ। ਦੁਨੀਆ ਤੱਕ ਦੋ ਗੱਲਾਂ ਪ੍ਰਚਲਿਤ, ਦੋਵਾਂ ਚੋਂ ਮੈਂ ਇੱਕ ਕਹਿਣ ਲੱਗਾ ਤੁਹਾਨੂੰ। ਅੱਜ ਤੁਸੀਂ ਕਿਸੇ ਨੂੰ ਕਹੋ ਨਾ ਵੀ ਤੂੰ ਕੱਪੜੇ ਪੂਰੇ ਪਾਇਆ ਕਰ, ਉਹ ਪਤਾ ਕੀ ਕਹਿੰਦਾ? ਕਹਿੰਦਾ ਜੀ ਪਹਿਨਣ ਦੀ ਆਜ਼ਾਦੀ ਹੈ। ਵਾਕਿਆ ਹੀ ਕੱਪੜੇ ਪਹਿਨਣ ਦੀ ਆਜ਼ਾਦੀ ਹੈ, ਲਾਉਣ ਦੀ ਆਜ਼ਾਦੀ ਤਾਂ ਨਹੀਂ ਨਾ। ਪਹਿਨਣ ਦੀ ਆਜ਼ਾਦੀ, ਪਹਿਨਣ ਦੀ ਆਜ਼ਾਦੀ ਦਾ ਮਤਲਬ ਕੱਪੜਿਆਂ ਨਾਲ ਬਿਲਕੁਲ ਨਹੀਂ ਸੀ। ਪਹਿਨਣ ਦੀ ਆਜ਼ਾਦੀ ਦਾ ਮਤਲਬ ਸੀ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ। ਹਰੇਕ ਦੇਸ਼ ਵਿੱਚ ਕੋਈ ਸੁੰਨਤ ਕਰਾਏ, ਕੋਈ ਇੱਥੇ ਕ੍ਰੋਸ ਪਾ ਕੇ ਰਵੇ, ਕੋਈ ਇੱਥੇ ਜਨੇਊ ਪਾਏ, ਕੋਈ ਇੱਥੇ ਕਿਰਪਾਨ ਪਾਏ, ਕਿਸੇ ਨੂੰ ਮਨਾ ਨਹੀਂ ਹੋਣਾ ਚਾਹੀਦਾ। ਜਿਹੜਾ ਨੂੰ ਠੀਕ ਲੱਗਦਾ ਉਹ ਚੰਨ ਪਹਿਨੇ, ਉਹ ਨਹੀਂ ਸੀ ਪਹਿਨਦਾ। ਇੰਨੀ ਆਜ਼ਾਦੀ ਦੀ ਗੱਲ ਸੀ। ਪਹਿਨਣ ਦੀ ਆਜ਼ਾਦੀ ਕੀ ਸੀ ਕਿ ਜਿਹੜੇ ਮਰਜ਼ੀ ਧਾਰਮਿਕ ਲਿਬਾਸ ਨੂੰ ਕੋਈ ਪਹਿਨ ਸਕਦਾ, ਉਹਦੇ ਅੰਗਾਂ ਨੂੰ ਪਹਿਨ ਸਕਦਾ, ਚਿੰਨ੍ਹਾਂ ਨੂੰ ਪਹਿਨ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਬਰੀ ਨਹੀਂ ਉਤਾਰਦੇ ਆ। ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਨਾ ਮੰਨੇ ਤੇ ਫਿਰ ਅਸੀਂ ਤੁਹਾਨੂੰ ਸ਼ਹਾਦਤ ਲਈ ਤਿਆਰ ਹੋਣਾ ਪਏਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਵਿਖਾਵਾ ਕਰਨ ਤੇ ਆਇਆ ਨਹੀਂ, ਇਸੇ ਲਈ ਆਇਆ ਜਾਂ ਤੇ ਉਹਨੂੰ ਰੋਕਿਆ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਫਿਰ ਪਹਿਲੀ ਮੀਟਿੰਗ ਵਿੱਚ, ਪਹਿਲੀ ਮਿਲਾਪ ਵਿੱਚ ਵੀ ਜਵਾਬ ਦਿੱਤਾ, ਦੂਜੀ ਵਾਰ ਔਰੰਗਜ਼ੇਬ ਨੇ ਫਿਰ ਅਗਲੇ ਦਿਨ ਕਾਜ਼ੀ ਅਬਦੁਲ ਵਹਾਬ ਹੋਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਭੇਜਿਆ। ਫਿਰ ਸੱਚੇ ਪਾਤਸ਼ਾਹ ਨੇ ਬੇਨਤੀਆਂ ਕੀਤੀਆਂ, ਕਹਿੰਦਾ ਜੀ ਅਸੀਂ ਹਿੰਦੂ ਲਾਉਣੇ ਬੰਦ ਕਰ ਦਿਆਂਗੇ, ਘੱਟੋ ਘੱਟ ਨਵੇਂ ਪਹਿਨਣੇ ਬੰਦ ਹੋ ਜਾਣ। ਸਮਝਦੇ ਹੋ? ਕੋਈ ਨਸਲ ਖਤਮ ਕਰਨੀ ਹੋਵੇ, ਹੁਣ ਵਾਲੀ ਰਹਿਣ ਦਿਓ, ਪਿਛਲੀ ਖਤਮ ਕਰ। ਇੱਕ ਤਰੀਕਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਨਹੀਂ, ਕਿਸੇ ਦਾ ਜਿਹੜਾ ਦਿਲ ਕਰਦਾ ਹੈ ਨਾ ਤੁਸੀਂ ਜਬਰੀ ਪਹਿਨਾਓ ਤੇ ਨਾ ਜਬਰੀ ਲਾਓ। ਸਿੱਖੀ ਨਹੀਂ, ਸਿੱਖੀ ਕਦੇ ਵੀ ਇਸ ਗੱਲ ਨਾਲ ਨਹੀਂ ਵਧੀ ਵੀ ਕਿਸੇ ਦੇ ਅਸੀਂ ਗਲ ਤੇ ਕਿਰਪਾਨ ਰੱਖ ਕੇ ਕਹੀਏ ਵੀ ਤੂੰ ਅੰਮ੍ਰਿਤ ਛਕਣਾ ਕਿ ਨਹੀਂ ਛਕਣਾ। ਨਹੀਂ। ਔਰ ਕਮਾਲ ਦੀ ਗੱਲ ਇਹ ਵੀ ਹੈ, ਸਿੱਖੀ ਤਾਂ ਇੱਕ ਐਸਾ ਵਿਧਾਨ ਹੈ, ਐਸਾ ਸਿਧਾਂਤ ਹੈ, ਇੱਕੋ ਇੱਕ ਐਸੀ ਧਾਰਮਿਕ ਮਰਜ਼ਾਦਾ ਅੰਮ੍ਰਿਤ ਦੀ ਹੈ। ਫੂਕਾ ਮਾਰ ਕੇ ਕਿਹਾ ਜਾਂਦਾ ਜਿਹਨੇ ਵੀ ਛਕਣ। ਸੁਣ ਲਿਓ, ਕੋਈ ਵੀ ਧਰਮ, ਦੇਖੋ ਉਸ ਪਰ ਕੀ ਬਾਤ, ਕੋਈ ਵੀ ਧਰਮ ਇਹ ਗੱਲ ਕਦੇ ਨਹੀਂ ਕਹਿ ਸਕਦਾ ਵੀ ਜਿਹਨੇ ਵੀ ਆਹ ਚੀਜ਼ ਪਾਉਣੀ ਆ ਜਾਏ। ਅੱਜ ਵੀ ਹੈ ਇਹ ਇਕੱਲੀ ਸਿੱਖੀ, ਅੱਜ ਵੀ ਕੋਈ ਕਹਿ ਸਕਦਾ ਜਿਹਨੇ ਵੀ ਅੰਮ੍ਰਿਤ ਛਕਣਾ ਹੈ ਉਹ ਪੰਜ ਕਕਾਰਾਂ ਦਾ ਧਾਰਨੀ ਹੋ ਕੇ ਕੇਸੀ ਇਸ਼ਨਾਨ ਕਰਕੇ ਪਹੁੰਚੇ, ਕੋਈ ਵੀ ਛਕ ਸਕਦਾ। ਇਹਦਾ ਮਤਲਬ ਇੱਕੋ ਇੱਕ ਦਰ ਹੈ ਜਿਹੜਾ ਹਮਨੁੱਤੀ ਲਈ, ਮਨੁੱਖਤਾ ਲਈ ਖੁੱਲਾ। ਖੈਰ ਗੁਰੂ ਤੇਗ ਬਹਾਦਰ ਸਾਹਿਬ ਦੇ ਦੂਜੀ ਵਾਰ ਬਚਨ ਕਹਿਣ ਤੇ ਕਾਲੀ ਕਲਾ ਗਿਆ, ਫੈਸਲਾ ਹੋ ਗਿਆ। ਔਰੰਗਜ਼ੇਬ ਨੇ ਕਿਹਾ ਲਮਕਾਓ ਨਾ, ਲਮਕਾਉਣ ਦੀ ਬਜਾਏ ਨਿਬੇੜੋ। ਫਿਰ ਕੀ ਕੀਤਾ ਗਿਆ? ਫਤਵੇ ਦਿੱਤੇ ਗਏ। ਤਿੰਨਾਂ ਗੁਰਸਿੱਖਾਂ ਨੂੰ ਤੁਸੀਂ ਜਾਣਦੇ ਹੋ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, 10 ਨਵੰਬਰ 1675 ਇਹਨਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਜਦੋਂ ਸ਼ਹੀਦ ਕੀਤਾ ਭਾਈ ਸਾਹਿਬ, ਭਾਈ ਮਤੀ ਦਾਸ ਤੁਸੀਂ ਜਾਣਦੇ ਹੋ, ਆਰੇ ਨਾਲ ਕੀਨੇ ਗਏ ਦੀਵਾਨ ਸਨ। ਦੀਵਾਨ ਸਮਝਦੇ ਹੋ? ਜੋ ਵੀ ਗੁਰੂ ਤੇਗ ਬਹਾਦਰ ਸਾਹਿਬ ਬੋਲਦੇ ਸਨ ਉਹਨੂੰ ਲਿਖਣ ਵਾਲਾ, ਤੁਸੀਂ ਥਾਣੇ ਨੂੰ ਮੁਨਸ਼ੀ ਕਹਿੰਦੇ ਹੋ, ਇਹਨੂੰ ਦੀਵਾਨ ਵੀ ਕਹਿੰਦੇ। ਉਹ ਰੋਜ਼ਨਾਮਾ ਲਿਖਦਾ ਹੁੰਦਾ, ਡੇਲੀ ਡਾਇਰੀ ਕਹਿ ਸਕਦੇ। ਉਹ ਭਾਈ ਮਤੀ ਦਾਸ ਜੀ ਸਨ, 32 ਸਾਲ ਦੀ ਉਮਰ। ਤੇ ਉਹਨੇ ਬੜਾ ਯਤਨ ਕਿਹਾ, ਕਹਿਣ ਲੱਗੇ ਤੈਨੂੰ ਨਿਕਾਹ ਕਰਾਂਗੇ, ਚੰਗੇ ਤੈਨੂੰ ਫੌਜਦਾਰ ਬਣਾਵਾਂਗੇ। ਭਾਈ ਮਤੀ ਦਾਸ ਕਹਿਣ ਲੱਗੇ ਨਹੀਂ, ਆਰਾ ਪਿਆਰਾ ਲੱਗਦਾ ਹੈ। ਚੀਰੇ ਗਏ, ਆਰੇ ਨਾਲ ਚੀਰਦੇ ਆ। ਭਾਈ ਸਾਹਿਬ ਭਾਈ ਮਤੀ ਦਾਸ ਦੇ ਸਰੀਰ ਨੂੰ ਫਾੜ ਹੋ ਕੇ ਡਿੱਗੇ। ਦੋ ਟੋਟੇ, ਇੱਕ ਪਾਸੋਂ ਇਧਰੋਂ ਸਲੋਕ ਦੀ ਆਵਾਜ਼ ਆਉਂਦੀ, ਇੱਕ ਪਾਸੋਂ ਇਧਰੋਂ। ਹੁਣ ਸਮਾਂ ਨਹੀਂ, ਮੈਂ ਇੰਨੀ ਕੁ ਬੇਨਤੀ ਤੁਹਾਨੂੰ ਕਰਾਂ, ਅਗਲੀ ਵਾਰੀ ਆਈ ਇਕੱਠੀ ਗੱਲ ਕਰਾਂਗੇ। ਭਾਈ ਦਿਆਲਾ ਜੀ, ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਹੋਰਾਂ ਦੇ ਵੱਡੇ ਭਰਾ, ਯਾਦ ਰੱਖਣ ਵਾਲੀ ਗੱਲ। ਭਾਈ ਦਿਆਲਾ ਜੀ ਨੂੰ ਜਦੋਂ ਦੇਗੇ ਵਿੱਚ ਉਬਾਲਿਆ ਜਾਣਾ, ਦੇਗਾ ਉਬਲ ਰਿਹਾ, ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ਰੱਖਿਓ, ਉਦੋਂ ਪਿੰਜਰੇ ਵਿੱਚ ਕੈਦ ਸਨ। ਪਿੰਜਰਾ ਬਣਾਇਆ ਗਿਆ ਮੁੜਵੇਂ ਫੁਰਿਆਂ ਵਾਲਾ, ਅੰਦਰ ਤੋਂ ਮੁੜਵੇਂ ਨੇ ਚੁੱਭਦੇ, ਨੀਵਾਂ ਹੈ, ਝੋਕੇ ਖੜਦੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਵੀ ਸ਼ਾਇਦ ਇਸ ਤਰੀਕ ਤਕਲੀਫ ਨਾਲ ਮੰਨ ਜਾਣ, ਪਰ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਅੰਮ੍ਰਿਤ ਵਚਨ ਕਹਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ। ਇੱਕ ਬੇਨਤੀ ਕਰਨ ਬਾਰੇ ਪੜ੍ਹਦੇ ਹੋ ਤੁਸੀਂ। ਵੈਸੇ ਅੱਜ ਸਾਡੀ ਕੌਮ ਇਸ ਗੱਲੋਂ ਵੇਸਲੀ ਹੁੰਦੀ ਜਾਂਦੀ ਹੈ, ਬਾਣੀ ਦੇ ਜਿਹੜੇ ਦੂਜੇ ਭੇਦ ਨੇ ਨਾ ਸਾਡੇ ਕੋਲ ਖੁੱਸਦੇ ਜਾਂਦੇ। ਤੁਸੀਂ ਇਹ ਨਾ ਸਮਝਿਓ ਵੀ ਇੱਥੇ ਨਹੀਂ ਕਿਹਾ ਗਿਆ ਬੰਦੇ ਨੂੰ ਦੁੱਖ ਨਹੀਂ। ਸਾਹਿਬ ਕਹਿੰਦੇ ਦੁੱਖ ਵਿੱਚ ਹੈ, ਦੁੱਖ ਮੰਨਦਾ ਜੋ ਨਾਲ ਦੁੱਖ ਮੈਂ। ਇੱਥੇ ਰੁਕਿਓ, ਦੁੱਖ ਮੈਂ, ਦੁੱਖ ਵਿੱਚ ਹੈ, ਦੁੱਖ ਨਹੀਂ ਮੰਨਦਾ। ਦੁੱਖ ਮੈਂ ਦਾ ਮਤਲਬ ਕੀ ਹੈ? ਦੁਨੀਆ ਨੂੰ ਵੇਖਣ ਉਹੀ ਲੱਗਦਾ ਦੁੱਖ ਚ ਹੈ। ਜਦੋਂ ਭਾਈ ਦਿਆਲਾ ਦੇ ਦੇਗੇ 'ਚ ਬੈਠੇ ਹੋਣਗੇ,
ਵੇਖਣ ਲਈ ਤੁਸੀਂ ਹੈਰਾਨ ਹੋਵੋਗੇ 2 ਦਿਨ ਦੀ ਸਰਕਾਰੀ ਛੁੱਟੀ ਕੀਤੀ ਗਈ ਸੀ। 10 ਤੇ 11 ਨਵੰਬਰ 1675 ਦੇ ਕੈਲੰਡਰ ਪੜ੍ਹ ਕੇ ਵੇਖੋ। ਔਰੰਗਜ਼ੇਬ ਵੱਲੋਂ ਦਿੱਲੀ ਵਿੱਚ ਸਰਕਾਰੀ ਛੁੱਟੀ, ਕਿਉਂਕਿ ਅਸਲੀ ਦਿੱਲੀ ਇਹ ਸੀ, ਤਾਂ ਹੀ ਓਲਡ ਦਿੱਲੀ ਕਹਿੰਦੇ ਇਸ ਇਲਾਕੇ ਨੂੰ। ਦੂਜਾ ਤਾਂ ਰਾਇਸੀਨੇ ਦਾ ਇਲਾਕਾ ਸੀ, ਜਿੰਨਾ ਨਵੀਂ ਦਿੱਲੀ ਦਾ ਏਰੀਆ ਜਿੱਥੇ ਰਕਾਬਗੰਜ ਸਾਹਿਬ, ਇਹ ਤਾਂ ਰਾਇਸੀਨੇ ਦਾ ਪਿੰਡ ਸਾਡੇ ਤਾਂ ਸਾਰੇ, ਇਹ ਤਾਂ ਦਿੱਲੀ ਸੀ ਅਸਲ ਵਿੱਚ। ਹੁਣ ਜਦੋਂ ਇੱਥੇ ਛੁੱਟੀ ਕੀਤੀ ਗਈ ਵੀ ਲੋਕ ਵੱਧ ਤੋਂ ਵੱਧ ਇਕੱਠੇ ਹੋਣ, ਇਹ ਸ਼ਹਾਦਤ ਨੂੰ ਵੇਖਣ, ਕੋਈ ਹੋਰ ਬਗਾਵਤੀ ਸੁਰ ਨਾ ਉੱਠੇ, ਤੇ ਕੀ ਕੀਤਾ ਗਿਆ ਹੁਣ ਵੇਖਣ ਨੂੰ ਲੱਗਦਾ ਇੱਕ ਦੁੱਖ ਵਿੱਚ ਹੈ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਭਾਈ ਦਿਆਲੇ ਨੇ ਕਹਿੰਦੇ ਕੋਲ ਆ ਕੇ ਨਾ ਦੇ ਕੇ ਦੇ ਖੜ ਗਿਆ, ਤੇ ਕਾਜੀ ਨੇ ਕਿਹਾ ਤੈਨੂੰ ਪਹਿਲਾਂ ਹੀ ਕਿਹਾ ਸੀ ਮੰਨ ਜਾ, ਡਰ ਗਿਆ ਨਾ। ਤੇ ਭਾਈ ਦਿਆਲੇ ਨੇ ਕਿਹਾ ਤੈਨੂੰ ਕੌਣ ਕਹਿੰਦਾ ਡਰ ਗਿਆ? ਕਹਿੰਦੇ ਫਿਰ ਖੜਾ ਕਿਉਂ ਆ ਬਹਿ ਵਿੱਚ? ਕਹਿਣ ਲੱਗੇ ਸਾਡੇ ਘਰ ਦਾ ਵਿਧਾਨ ਹੈ, ਡਰੇ ਨਹੀਂ, ਅਸੀਂ ਗੁਰੂ ਦੇ ਅੱਗੇ ਅਰਦਾਸ ਕਰਕੇ ਕੀਤਾ ਲੋੜੀਏ ਕੰਮ। ਸੋ ਹਰ ਪੈ ਆਖੀਐ ਕਾਰਜ ਦੇ ਸਵਾਰ, ਸਤਿਗੁਰ ਸਤ ਸਾਖੀਐ ਬਾਹਰ ਦੇ ਕਾਰਜ ਨਹੀਂ। ਇਹ ਵੀ ਇੱਕ ਸ਼ਹਾਦਤ ਦਾ ਕਾਰਜ ਹੈ ਜਿਹੜਾ ਗੁਰੂ ਨੇ ਸੰਪन्न ਕਰਨਾ। ਗੁਰੂ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ 5ਵੇਂ ਰੂਪ ਤਵੀ ਤੇ ਬੈਠੇ ਸੋ, ਤੇ ਆਪ ਸਿਰ ਤੇ ਤੱਤਾ ਰੇਤ ਪਵਾਇਆ। ਕਿਉਂ? ਕਿਉਂਕਿ ਇਹਨੂੰ ਤੁਸੀਂ ਏਦਾਂ ਸਮਝ ਲਓ, ਸੌਖਾ ਕਰਦੇ ਤੁਹਾਨੂੰ। ਜਦੋਂ ਵਿਦਿਆਰਥੀ ਨਿਆਣਾ ਹੁੰਦਾ ਨਾ, ਉਦੋਂ ਕੀ ਕਰਦਾ ਅਧਿਆਪਕ? ਉਹਦੇ ਕੋਲ ਬਲੈਕ ਬੋਰਡ ਹੁੰਦਾ, ਉਹ ਬਲੈਕ ਬੋਰਡ ਤੇ ਲਿਖਦਾ ਊੜਾ ਐੜਾ ABC ਅਲਫਾਬੇਟ ਖਾ ਖਾ ਜੋ ਵੀ ਲਿਖਦਾ ਹੁੰਦਾ, ਤੇ ਵਿਦਿਆਰਥੀ ਬੈਠੇ ਹੁੰਦੇ ਨੇ, ਅਧਿਆਪਕ ਲਿਖ ਰਿਹਾ ਹੁੰਦਾ, ਵਿਦਿਆਰਥੀ ਵੇਂਦੇ। ਤੇ ਜਦੋਂ ਵਿਦਿਆਰਥੀ ਟ੍ਰੇਨਡ ਹੋ ਜਾਣ ਫਿਰ ਵਿਦਿਆਰਥੀ ਬੋਰਡ ਤੇ ਲਿਖ ਰਹੇ ਹੁੰਦੇ ਆ, ਅਧਿਆਪਕ ਕੁਰਸੀ ਡਾ ਕੇ ਬੈਠਾ ਹੁੰਦਾ ਹੋਵੇ ਨਾ। ਇਦਾਂ ਹੀ ਹੁੰਦਾ ਨਾ ਕਲਾਸ ਦਾ ਪਤਾ। ਇਦਾਂ ਹੀ ਇਤਿਹਾਸ ਵਿੱਚ ਹੋਇਆ। ਜਿਹਦੇ ਗੁਰੂ ਅਰਜਨ ਦੇਵ ਸਾਹਿਬ ਤਤੀ ਤਵੀ ਤੇ ਬੈਠੇ ਸਨ, ਉਹਦੇ ਸਿੱਖਾਂ ਨੇ ਵੇਖਿਆ ਸੀ, ਵਿਦਿਆਰਥੀਆਂ ਦੇ ਤੌਰ ਤੇ, ਸਿਖਿਆਰਥੀ ਦੇ ਤੌਰ ਤੇ ਸਿੱਖ ਰਹੇ। ਤੇ ਅੱਜ ਜਿਹਦੇ ਸਿੱਖ ਗਿਆ ਸ਼ਹਾਦਤ ਦੇ ਰਸਤੇ ਤੁਰਨਾ, ਅੱਜ ਆਪ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਖੜ ਕੇ ਵੇਖ ਕੇ ਗਏ, ਕੱਲ ਨੂੰ ਲੋੜ ਪੈ ਗਈ ਰੋਲਦੇ ਨਹੀਂ ਜਾਣਗੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ। ਨਹੀਂ ਤਾਂ ਇੱਕ ਪਤਾ ਕੀ ਹੁੰਦਾ, ਦੋਨੋਂ ਉੱਤੇ ਸੁਣਿਓ, ਜਦੋਂ ਬੱਚੇ ਦੇ ਵੇਖੋ ਕੋਈ ਬਿਮਾਰ ਹੋ ਜਾਏ ਨਾ, ਮੈਂ ਇਹਨਾਂ ਗੱਲਾਂ ਨੂੰ ਸਮਾਜ ਚ ਹੋਏ, ਜਦੋਂ ਬੱਚਾ ਬਿਮਾਰ ਹੋ, ਮੰਨ ਲਓ ਰੱਬ ਨਾ ਕਰੇ ਕੋਈ ਕਾਰਨ ਬਣਦਾ ਹੈ, ਆਪਾਂ ਰਸਤੇ ਜਾ ਰਹੇ ਕੋਈ ਕਾਰਨ ਬਣ ਜਾਏ, ਤੇ ਆਪਾਂ ਨੂੰ ਕੋਈ ਇਲਾਜ ਲਈ ਵੀ ਚੁੱਕ ਕੇ ਹਸਪਤਾਲ ਲੈ ਜਾਏ, ਆਪਾਂ ਚੁੱਪ ਕਰਕੇ ਬੈਠੇ ਰਹਿੰਦੇ, ਬੰਦਾ ਬੈੱਡ ਤੇ ਲੇਟਿਆ ਰਹਿੰਦਾ। ਪਰ ਜੇ ਉਸ ਬੱਚੇ ਦੇ ਘਰ ਦੇ ਆ ਜਾਣ, ਕੋਈ ਸੱਟ ਪੇਟ ਵੱਜੀ ਹੋਵੇ, ਘਰਦਿਆਂ ਨੂੰ ਪਤਾ ਲੱਗੇ ਆਉਣ, ਪਹਿਲਾਂ ਬੱਚਾ ਚੰਗਾ ਭਲਾ ਬੈੱਡ ਤੇ ਬੈਠਿਆ ਸੀ, ਪਰ ਮਾਂ ਨੂੰ ਵੇਖ ਕੇ ਰੋਣ ਲੱਗ ਜਾਂਦਾ। ਤੁਸੀਂ ਵੇਖਿਓ ਤਜਰਬਾ ਕਰ, ਕਿਉਂ? ਕਿਉਂਕਿ ਉਹਨੂੰ ਪਤਾ ਲੱਗ ਗਿਆ ਜਿਹਦੇ ਕੋਲ ਮੈਂ ਰੋਣਾ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਨੇ, ਪਰ ਮਾਂ ਤੇ ਪਿਓ ਦੇ ਨਿਆਈ ਸਤਿਗੁਰੂ ਹੈ, ਪਰ ਸਿੱਖ ਅਡੋਲ ਖੜਾ ਹੈ। ਭਾਈ ਦਿਆਲੇ ਨੇ ਕਿਹਾ ਡਰੇ ਨਹੀਂ, ਮੈਂ ਤੇ ਗੁਰੂ ਦੇ ਚਰਨਾਂ 'ਚ ਬੇਨਤੀ ਕਰ ਲੱਗਾ ਸੱਚੇ ਪਾਤਸ਼ਾਹ 5ਵੇਂ ਰੂਪ 'ਚ ਆਪ ਨਿਭਾਈ ਸਾਨੂੰ ਸਿਖਾਇਆ, ਜਿਹੜਾ ਕੁਝ 5ਵੇਂ ਰੂਪ ਸਿਖਾਇਆ, ਅੱਜ ਉਹਦਾ ਪਹਿਲਾ ਇਮਤਿਹਾਨ ਤੁਸੀਂ ਮੈਥੋਂ ਲੈਣ ਲੱਗੇ ਹੋ। ਕਿਰਪਾ ਕਰਿਓ ਮੈਂ ਡੋਲਾ ਨਾ ਮੇਰੀ ਨਿਭ ਜਾਏ, ਕਿਉਂਕਿ ਭਾਈ ਦਿਆਲੇ ਦਾ ਪਹਿਲਾ ਇਮਤਿਹਾਨ ਹੈ। ਜਿਹਦਾ ਪੇਪਰ ਕਹਿ ਲਓ, ਜਿਹਦਾ ਆਪਾਂ ਕਹਿ ਲਓ ਡਾਇਰੈਕਸ਼ਨਾਂ, ਜਿਹਦੇ ਕੋਠੇ ਜਿਹੜੇ ਅੱਖਰ ਗੁਰੂ ਅਰਜਨ ਦੇਵ ਸਾਹਿਬ ਨੇ ਲਿਖੇ ਸਨ, ਪਹਿਲੇ ਸਿਖਿਆਰਥੀ ਭਾਈ ਦਿਆਲਾ ਹੈ। ਜਦੋਂ ਦੇਗੇ ਵਿੱਚ ਇੱਕ ਪੈਰ ਰੱਖਿਆ, ਦੂਜਾ ਰੱਖਿਆ, ਛੋਟਾ ਜਿਹਾ ਦੇਗਾ ਨਹੀਂ, ਦੇਖਦਾ ਹੈ ਬੜਾ, ਵਿੱਚ ਬਹਿ ਗਿਆ। ਇਤਿਹਾਸ ਕਹਿੰਦਾ ਉੱਪਰ ਤੇ ਢੱਕਣ ਰੱਖਿਆ, ਉੱਪਰ ਤੇ ਪੱਥਰ ਲਿਆ ਕੇ ਰੱਖਿਆ। ਕਿਉਂ? ਕਿਉਂਕਿ ਸ਼ਾਇਦ ਬਾਹਰ ਨਿਕਲੇ ਤੜਫੇ, ਉਹਨਾਂ ਦੇ ਸੋਚਿਆ ਤੜਫੇ, ਪਰ ਭਾਈ ਦਿਆਲਾ ਦੀ ਦੇਗੇ ਵਿੱਚ ਉਬਲੇ। ਦੇਖੋ ਹੱਡੀਆਂ ਨੂੰ, ਮਾਸ ਤੇ ਹੱਡੀਆਂ ਵੱਖ ਹੋ ਗਈਆਂ, ਮਾਸ ਤੇ ਹੱਡੀਆਂ ਤੇ ਪਾਣੀ ਨੇ ਵੱਖ ਕਰ ਦਿੱਤੀਆਂ, ਪਰ ਗੁਰੂ ਤੇ ਸਿੱਖ ਨੂੰ ਵੱਖ ਨਹੀਂ ਕਰ ਸਕਦੇ। ਪਾਣੀ ਵਿੱਚ ਬੈਠਿਆਂ, ਉਬਲਦੇ ਦੇਗੇ 'ਚ ਬੈਠਿਆਂ ਆਲੂ ਵਾਂਗੂ ਉਬਲ ਗਏ, ਪਰ ਅਜੇ ਵੀ ਮੁਖ ਵਿੱਚੋਂ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੰਨ ਲਓ ਵਾਹਿਗੁਰੂ ਦੀ ਧੁਨ ਹੈ ਜਿਹੜੀ, ਉਹ ਅਜੇ ਵੀ ਉਹਦੇ ਵਿੱਚੋਂ ਗੂੰਜਦੀ ਹੈ। ਭਾਈ ਦਿਆਲਾ ਜੀ ਸ਼ਹੀਦ ਹੋਏ, ਤੀਜੀ ਵਾਰੀ ਆਈ ਭਾਈ ਸਤੀ ਦਾਸ ਦਾ। ਸਾਹਮਣੇ ਭਰਾ ਹੋਵੇ ਨਾ, ਸੁਣੇ ਉਸ ਸਮਾਜ ਵਿੱਚ ਭਰਾ ਦੀ ਅਰਥੀ ਨੂੰ ਭਰਾ ਨੂੰ ਮੋਢਾ ਲਾਉਣਾ ਔਖਾ ਹੁੰਦਾ, ਜੇ ਪਿਆਰ ਹੋਵੇ ਸੱਚ ਹੋਵੇ। ਵੱਡਾ ਭਰਾ ਸ਼ਹੀਦ ਹੋਇਆ, ਭਾਈ ਮਤੀ ਦਾ ਸਾਰੇ ਨਾਲ ਜੀਰਿਆ ਗਿਆ, ਛੋਟੇ ਨੇ ਅੱਖਾਂ ਨਾਲ ਵੇਖਿਆ ਭਾਈ ਸਤੀ ਦਾਸ ਭਰਾ ਸੀ, ਭਾਈ ਪ੍ਰਾਗਦਾਸ ਦੇ ਪਰਿਵਾਰ ਤੋਂ ਸਨ। ਤੇ ਜਦੋਂ ਭਾਈ ਸਤੀ ਦਾਸ ਦੀ ਵਾਰੀ ਆਈ, 7 ਮਣ ਪੱਕੀ ਰੂੰ ਲਿਆਂਦੀ ਗਈ, ਲਪੇਟ ਦਿੱਤੀ ਸਰੀਰ ਦੇ ਦੁਆਲੇ, ਤੇ ਲਪੇਟ ਕੇ ਨਾ ਸਰੀਰ ਦੇ ਦੁਆਲੇ ਜਦੋਂ ਤੀਲੀ ਲਾਉਣੀ ਆ, ਜਿਹੜੇ ਲੋਕ ਵੇਖਣ ਲਈ ਹਜੂਮ ਜੁੜੇ ਆ, ਉਹ ਦੂਰ ਹੋਣਾ ਸ਼ੁਰੂ ਹੋ। ਕਿਉਂ ਭਲਾ? ਉਹਨਾਂ ਸੋਚਿਆ ਵੀ ਸ਼ਾਇਦ ਜਦੋਂ ਤੀਲੀ ਦਿੱਤੀ, ਪਹਿਲੇ ਨੂੰ ਧਿਆਲੇ ਥੱਲੇ ਖਿਲਾਰਿਆ ਸੀ, ਸ਼ੈਤਾਨ ਹੀ ਭੱਜਿਆ।
देखो सिक्की ने सारे मारे पाए, दूजा देखे सी उपर पत्थर रखिया सी, शायद तां नहीं भज्या, ਇਹਨੂੰ ਤਾਂ ਰੂੰ ਚ ਲਪੇਟਤਾ, ਇਹਨੂੰ ਬੰਨਿਆ ਖਾਸੇ ਨਾਲ ਵੀ ਨਹੀਂ। ਇਹ ਗੱਲ ਕਿਤੇ ਰੱਖੋ, ਸਿਰਫ ਰੂੰ ਲਪੇਟੀ ਸੀ ਪਿੰਡੇ ਦੁਆਲੇ, ਭਾਈ ਸਤੀਦਾਸ ਨੂੰ ਕਿਸੇ ਚੀਜ਼ ਨਾਲ ਬੰਨ ਕੇ ਨਹੀਂ ਖਾ ਰਿਹਾ ਸੀ, ਤੇ ਉਹ ਤਾਂ ਭੱਜਣਾ ਸ਼ੁਰੂ ਹੋ ਗਏ, ਸ਼ਾਇਦ ਸਾਡੇ ਵੱਲ ਨਾ ਭੱਜ ਜਾਣ, ਕਿਉਂਕਿ ਜਦੋਂ ਸਰੀਰ ਨੂੰ ਅੱਗ ਲੱਗੇਗੀ ਬਹੁਤ ਮੁਸ਼ਕਲ ਹੈ ਜਨਮ। ਪਰ ਭਾਈ ਸਤੀਦਾਸ ਨੇ ਜਦੋਂ ਵੇਖਿਆ ਨਾ ਸਾਰੇ ਦੂਰ ਜਾ ਰਹੇ ਹੈ, ਭਾਈ ਸਤੀਦਾਸ ਨੇ ਕਿਹਾ ਰੁਕੋ, ਤੇ ਮੂਹਰਲੀ ਕਤਾਰ ਵਾਲਿਆਂ ਨੇ ਕਿਹਾ ਕਿਉਂ? ਭਾਈ ਸਤੀਦਾਸ ਜੀ ਕਹਿੰਦੇ ਤੁਸੀਂ ਜਿੰਨੀ ਦੂਰ ਹੋ ਜਾਓ ਕਿ ਤੁਹਾਨੂੰ ਅੱਗ ਦਾ ਸੇਕ ਨਾ ਲੱਗੇ, ਇੰਨੀ ਦੂਰ ਹੋ ਜਾਓ, ਪਰ ਤੁਸੀਂ ਮਤ ਸੋਚੋ ਵੀ ਜਦੋਂ ਮੇਰੇ ਸਰੀਰ ਨੂੰ ਅੱਗ ਦਿਖਾਈ ਜਾਏਗੀ ਮੈਂ ਭੱਜ ਕੇ ਤੁਹਾਡੇ ਵੱਲ ਬਚਣ ਦਾ ਯਤਨ ਕਰਾਂਗਾ। ਭਾਈ ਸਾਹਿਬ ਭਾਈ ਸਤੀਦਾਸ ਜੀ ਕਹਿੰਦੇ ਭਾਵੇਂ ਮੇਰੇ ਪੈਰਾਂ ਦੇ ਦੁਆਲੇ ਲਕੀਰ ਵਾਹ ਦਿਓ, ਇਸੇ ਥਾਂ ਤੇ ਖੜ ਕੇ ਸ਼ਹੀਦ ਹੋ ਜਾਵਾਂਗਾ, ਇੱਕ ਇੱਕ ਪੈਰ ਨਹੀਂ ਪੁੱਟਾਂਗਾ, ਬੇਬੇ ਕਰੋ ਕੇ ਰਹੋ। ਤੇ ਭਾਈ ਸਾਹਿਬ ਭਾਈ ਸਤੀਦਾਸ ਐਨ ਖੜ ਕੇ ਸ਼ਹਾਦਤ ਦਿੱਤੀ ਹੈ। ਦੋ ਹੀ ਤਰੀਕੇ ਨੇ ਸ਼ਹਾਦਤ ਦੇ, ਸਿੱਖੀ ਅੰਦਰ ਦੋ ਤਰੀਕੇ ਨੇ, ਇੱਕ ਲੜਕੇ ਹੈ, ਇੱਕ ਖੜਕੇ। ਲੜਕੇ ਵੀ ਹੋਈਆਂ, ਚਮਕੌਰ ਸਾਹਿਬ ਦੀ ਜੰਗ ਦੀਆਂ ਸ਼ਹਾਦਤਾਂ ਲੜਕੇ ਨੇ, ਅਨੰਦਪੁਰ ਸਾਹਿਬ ਭੰਗਾਣੀ ਦਾ ਯੁੱਧ ਲੜਕੇ ਨੇ, ਫਤਿਹਗੜ੍ਹ ਸਾਹਿਬ ਦੀ ਧਰਤੀ ਖੜਕੇ, ਦਿੱਲੀ ਦਾ ਚਾਂਦਨੀ ਚੌਕ ਖੜਕੇ, ਲਾਹੌਰ ਦਾ ਵਿਕਾਸ ਤੋਂ ਖੜਕੇ ਸ਼ਹਾਦਤਾਂ ਡਟ ਕੇ, ਬਹੁਤ ਔਖੀ ਖੇਡ। ਜਦੋਂ ਭਾਈ ਸਤੀਦਾਸ ਸ਼ਹੀਦ ਹੋ ਗਏ, ਐ ਕੱਲਾ ਪਿੰਜਾ ਰਹਿ ਗਿਆ, ਪਰ ਗੁਰੂ ਗੁਰੂ ਜਪਦੇ ਸਰੀਰ ਤਿਆਗ ਦਿੱਤਾ, ਸ਼ਹੀਦ ਹੋ ਗਏ। ਇੱਕ ਨੁਕਤਾ ਕਹਿ ਰਹੇ, ਜੇ ਤੁਸੀਂ ਬੋਲੋ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਸੁਣਿਓ, ਅੱਜ ਦੇ ਵਿਦਵਾਨ ਨੂੰ ਲੱਗਦਾ ਕੰਮ ਬਹੁਤ ਔਖਾ ਹੈ। ਕਿਉਂ? ਅੱਗੇ ਵੀ ਬੇਨਤੀ ਕੀਤੀ ਹੈ, ਜਿਹਨੇ ਜਿੰਨਾ ਪੜ੍ਹਨਾ ਨਾ ਉਨੇ ਘੱਟ ਹੁੰਦੇ ਨੇ ਬੰਦੇ। ਇੱਕ ਨੁਕਤਾ ਕਹਾਂ ਤੁਹਾਨੂੰ, ਵੇਖੋ ਆਮ ਬੁਖਾਰ ਵਿੱਚ ਟੀਕੇ ਲਾਉਣ ਵਾਲੇ ਡਾਕਟਰ ਹਰੇਕ ਮਹੱਲੇ 'ਚ ਬੈਠੇ ਹੋਣਗੇ, ਯਾਦ ਰੱਖੋ, ਗੁਰਦੇ ਬਦਲਣ ਵਾਲਾ ਹਰੇਕ ਮਹੱਲੇ 'ਚ ਬੈਠਾ ਹੋਵੇਗਾ, ਉਹ ਇੱਕ ਸਪੈਸ਼ਲ ਹਸਪਤਾਲ ਤੋਂ ਬਾਅਦ ਇੱਕ ਦਿਲ ਦੀ ਨੂੰ ਦਾ ਆਪਰੇਟ ਕਰਨ ਵਾਲਾ, ਸਟੰਟ ਪਾਉਣ ਵਾਲਾ, ਬਾਈਪਾਸ ਸਰਜਰੀ ਕਰਨ ਵਾਲਾ ਹਰੇਕ ਹਸਪਤਾਲ 'ਚ ਨਹੀਂ ਹੁੰਦਾ। ਅੱਖਾਂ ਦੇ ਲੈਣ 'ਚ ਪਾਉਣ ਵਾਲਾ, ਅੱਖਾਂ ਦੀਆਂ ਪੁਤਲੀਆਂ ਬਦਲਣ ਵਾਲਾ ਹਰੇਕ ਹਸਪਤਾਲ 'ਚ ਨਹੀਂ ਹੁੰਦਾ। ਬਹੁਤ ਔਖੀ ਖੇਡ ਹੈ। ਦੂਜਾ ਮੰਨ ਲਓ ਮੇਰੇ ਸਰੀਰ ਨੂੰ ਚੀਰਿਆ ਜਾ ਰਿਹਾ, ਧਿਆਨ ਨਾਲ ਸੁਣੋ, ਕਿਸੇ ਦਾ ਆਪਰੇਸ਼ਨ ਹੋ ਰਿਹਾ, ਉਹਦਾ ਸਰੀਰ ਚੀਰਿਆ ਜਾ ਰਿਹਾ, ਤੁਸੀਂ ਵੇਖੋਗੇ ਉਹਨੂੰ ਇੱਕ ਮੈਡੀਸਨ ਦਿੱਤੀ ਜਾਂਦੀ ਹੈ, ਧਿਆਨ ਨਾਲ ਸੁਣੋ ਸਾਇੰਸ ਦੇ ਪੱਖ ਤੇ ਕੀ ਹੁੰਦਾ ਜੀ, ਜਦੋਂ ਉਹਨੂੰ ਮੈਡੀਸਨ ਦਿੱਤੀ ਇੱਕ ਨਾ ਤੇ ਉਹਦਾ ਆਪਰੇਸ਼ਨ ਹੋ ਰਿਹਾ, ਪਰ ਉਹਨੂੰ ਪੀੜ ਨਹੀਂ ਹੋ ਰਹੀ ਨਾ। ਅੱਜ ਤੇ ਸਪਸ਼ਟ ਗੱਲ, ਹਾਲਾਂਕਿ ਉਹ ਆਪਣੇ ਹੁੰਦੇ ਆਪਰੇਸ਼ਨ ਨੂੰ ਸਕਰੀਨ ਤੇ ਵੇਖ ਰਿਹਾ ਹੁੰਦਾ, ਉਹ ਡਿਸਪਲੇ ਹੋ ਰਿਹਾ ਹੁੰਦਾ, ਪਰ ਉਹਨੂੰ ਪੀੜ ਨਹੀਂ ਹੋ ਰਹੀ। ਕਿਉਂ? ਉਸ ਪਾਸੇ ਨੂੰ ਮੈਂ ਤੁਹਾਨੂੰ ਬਜਾਣਾ ਕਰ ਫਿਰ ਬੇਨਤੀ ਕਰਾਂਗਾ, ਸਮਾਂ ਇਤਨਾ ਹੈ। ਸਾਡੇ ਦਿਮਾਗ ਦੇ 6 ਲੱਖ ਸੈਂਸਰ ਨੇ, 6 ਲੱਖ ਸੈਂਸਰ ਹੈ, ਹਰੇਕ ਅੰਗ ਦਾ ਲਹਿਦਾ ਸੈਂਸਰ ਹੈ। ਮੈਂ ਤੇ ਵੈਸੇ ਬੇਨਤੀ ਕਰਦਾ ਤੁਹਾਨੂੰ ਅਕਸਰ ਵੀ ਬੰਦਾ ਤੇ ਐਵੇਂ ਫੂਕ ਛਕੀ ਫਿਰਦਾ ਵੀ ਮੈਂ ਜੀ ਫਲਾਨੀ ਚੀਜ਼ ਤਿਆਰ ਕਰ ਲਈ, ਬੰਦੇ ਨੇ ਕੱਖ ਵੀ ਨਹੀਂ ਬਣਾਇਆ, ਕੁਛ ਵੀ ਨਹੀਂ ਬਣਾਇਆ। ਤੁਹਾਡੀਆਂ ਗੱਡੀਆਂ ਦੇ ਕੈਮਰੇ ਨੇ 20 ਸਾਲਾਂ ਤੋਂ ਜਿਹੜੇ ਬੈਕ ਕਰਦੇ ਨੇ, ਰੱਬ ਨੇ ਤੇ ਪਹਿਲੇ ਬਹੁਤ ਕਰ ਦਿੰਦੇ ਲਾਏ ਹੋਏ। 6 ਲੱਖ ਸੈਂਸਰ ਹੈਗਾ ਕਿਸੇ ਗੱਡੀ 'ਚ, 에ਅਰ ਪਲਾਂਟ ਨਹੀਂ ਹੁੰਦਾ, ਪਾਇਲਟ ਨੂੰ ਪੁੱਛ ਕੇ ਵੇਖੋ, ਥੋੜੇ ਸੈਂਸਰ ਹੁੰਦੇ, ਪਰ ਯਾਦ ਰੱਖਿਓ ਇੱਕੋ ਹੀ ਸੈਂਸਰ ਹੈ ਜਿਹੜਾ ਜੁੜਨਾ ਹੁੰਦਾ। ਉਹ ਕਾਹਦਾ ਹੁੰਦਾ? ਉਹ ਕੰਨਾਂ ਦਾ ਤੇ ਜੀਭ ਦਾ ਹੁੰਦਾ। ਤਾਂ ਹੀ ਤੁਸੀਂ ਵੇਖੋਗੇ ਜਿਹੜਾ ਗੂੰਗਾ ਹੋਏਗਾ ਬੋਲਾ ਵੀ ਹੋਏਗਾ, ਬੋਲਾ ਜਿਹੜਾ ਗੂੰਗਾ ਵੀ ਹੋਏਗਾ, ਨਹੀਂ ਆਈ ਨਹੀਂ ਹੁੰਦਾ ਕਿ ਨਾ ਹੋਵੇ ਬੋਲਾ ਵੀ ਹੋਵੇ, ਵੱਖਰੇ। ਮੈਂ ਜਿਹੜੀ ਬੇਨਤੀ ਕਰਦਾ, ਉਹ ਜਿਹੜੀ ਮੈਡੀਸਨ ਦਿੱਤੀ ਜਾਂਦੀ ਨਾ, ਉਹਦੇ ਕਰਕੇ ਕੁਝ ਸਮੇਂ ਵਾਸਤੇ ਉਹ ਸੈਂਸਰ ਕਹਿ ਲਓ, ਉਹ ਪਾਈਪ ਕਹਿ ਲਓ, ਨਾੜੀ ਕਹਿ ਲਓ, ਬਲੌਕ ਹੋ ਜਾਂਦਾ, ਉਹਦਾ ਕੰਮ ਵਰਕ ਬੰਦ ਹੋ ਜਾਂਦਾ, ਉਹ ਦੱਸਣੋਂ ਹਟ ਜਾਂਦਾ ਤੇਰੇ ਸਰੀਰ ਕੀ ਹੋ ਰਿਹਾ। ਆਪਾਂ ਦਾੜੀ ਕਰਾਉਣੀ ਹੋਵੇ ਤੇ ਇੰਜੈਕਸ਼ਨ ਲੱਗਦਾ, ਪਤਾ ਥੋੜੀ ਲੱਗਦਾ, ਖਿੱਚ ਕੇ ਬਾਹਰ ਰੱਖ ਦਿੰਦਾ, ਉਹਦੇ ਬਾਅਦ 'ਚ ਪਤਾ ਲੱਗਦਾ ਵੀ ਏਦਾਂ ਹੀ ਜਿਹੜਾ ਇਹ ਧਰਮ ਦੀ ਖੇਡ ਹੈ ਨਾ, ਉਹ ਮੈਡੀਸਨ ਕੁਝ ਟਾਈਮ ਦੀ ਹੈ, ਜਿਹੜਾ ਗੁਰੂ ਸ਼ਬਦ ਨਾਲ ਜੁੜ ਗਿਆ ਨਾ ਜੀ, ਉਹਦਾ ਬੰਦ ਕੱਟਿਆ ਜਾ ਰਿਹਾ ਹੈ। ਪਰ ਯਾਦ ਰੱਖੋ ਉਹ ਸਰੀਰ ਤੋਂ ਪਾਸੇ ਜਿਉ ਰਿਹਾ, ਉਹਦੇ ਸਰੀਰ ਚੌਥੇ ਪਦ ਮੈਂ ਜਾਣ ਕੀ ਜਿੰਦ ਉਹ ਸਰੀਰ ਨਾਲ ਜੁੜਿਆ ਹੋਇਆ ਹੈ ਨਹੀਂ ਸੀ, ਸਰੀਰ ਵਿੱਚ ਰਹਿੰਦੇ ਹੋ। ਇਸ ਲਈ ਸਾਧ ਸੰਗਤ ਤਿੰਨਾਂ ਗੁਰਸਿੱਖਾਂ ਦੀ ਸ਼ਹਾਦਤ ਹੋਈ। ਇੱਥੇ ਇੱਕ ਨੁਕਤਾ ਕਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਅਗਲੇ ਦਿਨ 11 ਨਵੰਬਰ 1675। ਸ਼ਹਾਦਤ ਤੋਂ ਪਹਿਲਾਂ ਔਰੰਗਜ਼ੇਬ ਨੇ ਸਭ ਤੋਂ ਵੱਡੀ ਗੱਲ ਸੁਣਿਓ, ਐਲਾਨ ਕੀਤਾ ਵੀ ਦਿੱਲੀ ਦੇ 4 ਦਰਵਾਜ਼ੇ ਹੁੰਦੇ ਸੀਗੇ। ਜਿਵੇਂ ਤੁਸੀਂ ਇੱਧਰੋਂ ਜਾਂਦੇ ਨਾ, ਜਦੋਂ ਆਪਾਂ ਲੁਧਿਆਣੇ ਵਾਲੇ ਪਾਸੇ ਹੋ, ਇਹਨੂੰ ਅੱਜ ਵੀ ਕਹਿੰਦੇ ਜਿੱਥੋਂ ਵੱਡਾ ਬੱਸ ਸਟੈਂਡ ਹੈ ਕਸ਼ਮੀਰੀ ਗੇਟ, ਦੂਜੇ ਪਾਸੇ ਦਿੱਲੀ ਇੰਡੀਆ ਗੇਟ, ਇਹਦਾ ਗੇਟ ਦਰਵਾਜ਼ੇ ਸਨ। ਚਾਰ ਕੇ ਵੱਡੇ ਸ਼ਹਿਰਾਂ ਹੁੰਦੇ ਸੀ, ਕਵਰ ਅਪ ਕਰਨ ਵਾਸਤੇ ਰਾਜੇ ਰੱਖਦੇ ਸਨ। ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ ਨਾ
ਜਿਹੜਾ ਇਹਨਾਂ ਦਾ ਧਾੜ ਹੈ ਉਹਦੇ 4 ਕੋਟੇ ਕਰਕੇ 4 ਦਰਵਾਜ਼ਿਆਂ ਤੇ ਟੰਗਣਾ, ਤਾਂ ਕਿ ਹੋਰ ਕੋਈ ਬਗਾਵਤ ਨਾ ਕਰੇ। ਤੁਸੀਂ ਸੋਚਿਆ ਕਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ੀਸ਼ ਮੰਗਾਇਆ ਕਿਉਂ? ਭਾਈ ਏਕੇ ਨੇ ਸ਼ੀਸ਼ ਲਿਆਂਦਾ ਕਿਉਂ? ਧੜ ਟੁੱਟੀ ਕਿਉਂ? ਕਿਉਂਕਿ ਧੜ ਦੀ ਬੇਅਦਬੀ ਕਰਨ ਦਾ ਉਹਨਾਂ ਦਾ ਮਕਸਦ ਸੀ, ਨਿਸ਼ਾਨਾ ਸੀ। ਤੇ ਜਦੋਂ ਇਹ ਗੱਲ ਤੁਸੀਂ ਕਦੇ ਪੜੋਗੇ ਨਾ ਜਫਰਨਾਮਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਹਿੰਦੇ ਰੰਗ ਨੇ ਲੱਖ ਯਤਨ ਕਰ ਲਿਆ ਤੋ ਕਦੇ ਮੈਨੂੰ ਜਿਉਂਦਿਆਂ ਫੜ ਲਈ, ਕਦੇ ਤੂੰ ਕਦੇ ਵੀ ਮੇਰੀ ਪਰੇਸ਼ਾਨੀ ਨੂੰ ਕੱਟ ਨਹੀਂ ਕਰ ਸਕਦਾ। ਕੀ ਹੋ ਗਿਆ ਜੇ ਸਭ ਕੁਝ ਕਲਾ ਤੂੰ ਆਪਣੇ ਨਿਸ਼ਾਨੇ ਤੇ ਪੂਰਾ ਨਹੀਂ ਨਾ ਹੋ ਸਕਿਆ ਜਿਹੜਾ ਤੇਰਾ ਨਿਸ਼ਾਨਾ ਸੀ। ਖੈਰ ਜਦੋਂ 11 ਨਵੰਬਰ 1675 ਆਇਆ, ਫਿਰ ਪੁੱਛਿਆ ਕਾਜੀ ਅਬਦੁਲ ਵਹਾਬ ਹੋਰੇ ਨੇ, ਜਲਾਲ ਸੱਦਿਆ ਗਿਆ, ਜਲਾਲ ਉਦਦੀਨ ਜਲਾਲੁਦੀਨ ਜਿਹਨੂੰ ਆਪਾਂ ਕਹਿੰਦੇ ਸਮਾਣੇ ਦੇ ਰਹਿਣ ਵਾਲਾ, ਇਹਨੂੰ ਸੱਦ ਕੇ ਤਲਵਾਰ ਕੀਤੀ ਗਈ ਤਿੱਖੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਗਿਆ, ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪਣੇ ਫੈਸਲੇ ਤੇ ਟਾਲਣਾ ਸ਼ਹੀਦ ਹੋਣ ਲਈ ਆਏ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਸ਼ਨਾਨ ਦੀ ਇੱਛਾ ਪ੍ਰਗਟਾਈ। ਗੁਰਦੁਆਰਾ ਸ਼ੀਸ਼ਗੰਜ ਸਾਹਿਬ ਥੱਲੇ ਜਿੱਥੇ ਜੋੜੇ ਤੁਸੀਂ ਜਮ੍ਹਾਂ ਕਰਾਉਂਦੇ ਹੋ ਉੱਥੇ ਕਦੇ ਵੀ ਜਾਓ ਨਾ, ਜੋੜੇ ਜਮ੍ਹਾਂ ਕਰਾਉਣੇ ਉਹਦੇ ਨਾਲ ਹੀ ਬੈਠੀ ਹੀ ਥੱਲੇ ਉਹ ਖੂਹ ਹੈ, ਉਹੀ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ਼ਨਾਨ ਕੀਤਾ। ਇੱਥੇ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਉਸ ਚਬੂਤਰੇ ਤੇ ਜਿਹੜਾ ਖੜਾ ਉੱਚੇ ਥਾਂ ਤੇ ਬਣਾਇਆ ਸੀ, ਲੋਕ ਵੇਖ ਸਕਣ ਤਾਂ ਕਰਕੇ ਬਣਾਇਆ, ਔਰ ਵਾਰ ਹੋ ਸਕੇ ਸੌਖਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਥੜੇ ਤੇ ਬਰਾਦੇ ਨੇ। ਇਤਿਹਾਸ ਕਹਿੰਦਾ ਸਾਧ ਸੰਗਤ ਜੀ ਬੜੇ ਕਵੀਆਂ ਨੇ ਇੱਥੇ ਬੜੇ ਬੜੇ ਬੋਲ ਕਹਿੰਦੇ ਸਮਾਂ ਇਜਾਜ਼ਤ ਨਹੀਂ ਦਿੰਦਾ, ਜਿਹੜੇ ਤੁਸੀਂ ਅਕਸਰ ਸੁਣਦੇ ਹੋ ਕਾਲ ਕਿ ਕੱਢ ਲੈ ਮੈਂ ਹਾਂ ਤੇਗ, ਕੱਢ ਲੈ ਤੇਗ ਪੂਰੀ ਇੱਕ ਦੋ ਨਹੀਂ, ਪਰਖ ਲੈ 100 ਤੇਗਾਂ ਮੇਰੇ ਪਿਤਾ ਦੀ ਅੰਕ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗ, ਉਹਨੇ ਜੰਮਦਿਆਂ ਤੇਗਾਂ ਦੀ ਸ਼ਾਹ ਮਾਨੀ, ਵੇਖ ਪਿਤਾ ਦੀਆਂ ਪਹਿਲੀਆਂ 2 ਤੇਗਾਂ ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀ ਨਿਕਲੂ ਤੇਗਾਂ। ਐਸੇ ਬਚਨ ਸੱਚੇ ਪਾਤਸ਼ਾਹ ਨੇ ਕੀਤੇ। ਇਧਰੋਂ ਜਲਾਦ ਜਿਹੜਾ ਤਿਆਰ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਣ ਲੱਗੀ ਹੈ। ਦੁਪਹਿਰ ਦਾ ਟਾਈਮ ਨਿਕਲ ਗਿਆ, 2 ਪਹਿਰ ਨਿਕਲ ਗਏ, ਤੀਜਾ ਪਹਿਰ ਸ਼ੁਰੂ ਹੈ ਤੇ ਸਾਧ ਸੰਗਤ ਕੱਚਾ ਰਸਤਾ ਲੋਕ ਵੇਖ ਰਹੇ ਹੈ ਕਿ ਸ਼ਾਇਦ ਅਜੇ ਵੀ ਗੁਰੂ ਤੇਗ ਬਹਾਦਰ ਸਾਹਿਬ ਬਦਲ। ਗੁਰੂ ਤੇਗ ਬਹਾਦਰ ਸਾਹਿਬ ਨੇ ਇਤਿਹਾਸ ਕਹਿੰਦਾ ਹੈ ਜਪਜੀ ਦਾ ਪਾਠ ਕਰਦੇ ਆ ਸਿੱਖੋ, ਕਿਤੇ ਵੀ ਰਹੋ ਦੁਨੀਆ 'ਚ, ਭਾਵੇਂ ਅੰਮ੍ਰਿਤ ਨਹੀਂ ਛਕਿਆ, ਜੇ ਛਕਿਆ ਤੇ 5 ਬਾਣੀਆਂ ਅੰਮ੍ਰਿਤ ਵੇਲੇ 7 ਬਾਣੀਆਂ ਜਾਂ 5 ਪਿਆਰੇ ਸਿੰਘ ਸਾਹਿਬਾਨ ਦੱਸਦੇ ਨੇ ਬਾਣੀਆਂ ਲਾਜ ਨਿਤਨੇਮ ਲਾਜ ਨਹੀਂ ਵੀ ਛਕਿਆ ਕੇਸ ਕਤਲ ਕਰਾਉਂਦੇ ਹੋ ਬਾਣੀ ਜ਼ਰੂਰ ਪੜਿਆ। ਜਪਜੀ ਨੂੰ ਪਹਿਲੇ ਥਾਂ ਕਿਉਂ ਰੱਖਿਆ? ਕਦੇ ਬੇਨਤੀ ਕਰਾਂਗਾ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਛੇਕੜਲੀ ਬਾਣੀ, ਛੇਕੜਲੀ ਸਮਝਦੇ ਵੀ ਜਿਹੜੀ ਬਿਲਕੁਲ ਅਖੀਰ 'ਚ ਬਾਣੀ ਸਾਂਭਣ ਕੀਤੀ ਉਹ ਜਪਜੀ ਸਾਹਿਬ ਹੈ। ਤੁਸੀਂ ਮਤਲਬ ਲੈ ਕੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਤਾਇਆ ਸਭ ਤੋਂ ਪਹਿਲੀ ਬਾਣੀ ਤਾਂ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੀ ਪੱਟੀ ਲਿਖੀ ਬਾਣੀ ਹੈ, ਜਿਹੜੀ 1400 ਦੇ ਪੁਜਾ ਵਾਹਿਗੁਰੂ ਗੁਰੂ ਸਾਹਿਬ ਨੇ 1475 ਵਿੱਚ ਉਚਾਰੀ ਹੈ 6 ਸਾਲ ਦੇ। ਇਹਦੇ ਕੁਝ ਭਾਵ ਪੱਟੀ ਲਿਖੀ ਬਾਣੀ ਜਪਜੀ ਸਾਹਿਬ ਦੇ ਅਖੀਰ 'ਚ ਸਾਂਭਣ ਹੋਏ। ਇਹਦਾ ਡਿਫਰੈਂਟ ਥਾਵਾਂ ਤੇ ਉਚਾਰੀ ਹੈ, ਕੁਝ ਨਾ ਕੁਝ ਗੋਰਖਮਤ ਦੇ 2 ਪੌੜੀਆਂ ਉਚਾਰੀਆਂ, ਭੁਗਤ ਗਿਆਨ ਦਇਆ ਭੰਡਾਰ ਮੁੰਦਾ ਸੰਦੋਖ ਦੇ 2 ਪੌੜੀਆਂ ਗੋਰਖਮਤ ਦੀ ਉਚਾਰੀਆਂ ਸਾਡੇ ਤੇ ਨਾਨਕ ਪਤਾ ਸਾਹਿਬ। ਖੈਰ ਪਰ ਜਪਜੀ ਸਾਹਿਬ ਹੀ ਕਿਉਂ? ਜਦੋਂ ਮਿਲੇਗੀ ਜਪਜੀ ਸਾਹਿਬ ਦੀ ਗੱਲ, ਕੋਈ ਤੇ ਕਾਰਨ ਹੈ, ਕੋਈ ਤੇ ਰੀਜਨ ਹੈ, ਸਭ ਕੁਝ ਜਪਜੀ ਸਾਹਿਬ ਅੰਦਰ ਬੰਦ ਹੈ। ਮੰਨੋ ਦੁਨੀਆ ਦੇ ਧਰਮਾਂ ਦਾ, ਧਾਰਮਿਕ ਗ੍ਰੰਥਾਂ ਦਾ ਸਾਰਾ ਗਿਆਨ ਤੇ ਰੱਬ ਦੀ ਸਾਰੀ ਬਖਸ਼ਿਸ਼ ਜਪਜੀ ਸਾਹਿਬ ਅੰਦਰ ਸਮਾਈ ਹੋਈ ਹੈ। ਜਪਜੀ ਸਾਹਿਬ ਸ਼ੁਰੂ ਹੋਇਆ, ਜਪਜੀ ਸਾਹਿਬ ਦੀ ਸੰਪਤਾ ਹੋਈ, ਅੰਤਲੀਆਂ ਪੰਕਤੀਆਂ ਆਈਆਂ ਜਿਨੇ ਨਾਮ ਤੇ ਆਇਆ ਗਏ ਮੁਸ਼ਕਲ ਘਾਲ ਨਾਨਕ ਦੇ ਮੁਖ ਉਜਲੇ, ਕੀਤੀ ਛੁੱਟੀ ਨਾਲ ਸੱਚੇ ਪਾਤਸ਼ਾਹ ਨੇ ਸੀਸ ਨਵਾਇਆ ਬਾਣੀ ਦੀ ਸੰਪਰਤਾ ਤੇ। ਇਧਰੋਂ ਜਲਾਲੁਦੀਨ ਨੂੰ ਵਾਰ ਕੀਤਾ, ਇੱਕੋ ਵਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸ਼ੀਸ਼ ਹੈ ਉਹ ਧੜ ਤੋਂ ਵੱਖ ਹੋਇਆ। ਸੱਚਮੁੱਚ ਅਰਾਜਕਤਾ ਫੈਲ ਗਈ, ਜਿਹੜਾ ਲੋਕ ਨੇ ਭੱਜ ਦੌੜ ਹੋਈ, ਇੱਕਦਮ ਜਿਹੜਾ ਸ਼ੀਸ਼ ਹੈ ਗੁਰੂ ਸਾਹਿਬ ਜੀ ਦਾ ਵੱਖ ਹੋਇਆ, ਧੜ ਵੱਖ ਹੈ। ਐਸੀ ਭਗਦੜ ਅੰਦਰ ਹੀ ਯਾਦ ਰੱਖਿਆ ਕਿ ਉਹਨੇ ਉਧਰ ਨੇ ਜਾਣਾ, ਭਾਈ ਕਲਿਆਣੀ ਦੀ ਧਰਮਸ਼ਾਲਾ ਸੀ, ਉੱਥੇ ਭਾਈ ਜੈਤਾ ਜੀ, ਇਹ ਪੁਰਾਣਾ ਜਿਹੜਾ ਪਿਛੋਕੜ ਹੈ ਦਿੱਲੀ ਦੇ ਰਹਿਣ ਵਾਲੇ ਸਨ, ਇਲਾਕਾ ਸੀ ਦਿਲ ਵਾਲੇ ਦਿੱਲੀ ਵਿੱਚ, ਉੱਥੋਂ ਦੇ ਰਹਿਣ ਵਾਲੇ ਸਨ। ਇੱਥੋਂ ਹੀ ਇਹਨਾਂ ਦਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪਟਨਾ ਸਾਹਿਬ ਗਿਆ ਸੀ, ਉੱਥੇ ਵੀ ਰਿਹਾ ਸੀ। ਇਹ ਦਿੱਲੀ ਦੇ ਸਾਰੇ ਇਲਾਕੇ ਨੂੰ ਜਾਣਦੇ ਸਨ ਸਾਰੇ ਤਰੀਕੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉਸ ਸੰਦਰਭ ਹੈ ਸ਼ੀਸ਼ ਹੈ ਭਾਈ ਜੈਤਾ ਜੀ ਨੇ ਚਾਤਰ ਦੇ ਅੰਦਰ ਲਪੇਟ ਕੇ ਚੁੱਕਿਆ। ਬਾਗਪਤ ਦੇ ਇਲਾਕੇ ਨੂੰ ਅੱਜ ਇਤਿਹਾਸ ਉਗਾੜਿਆ ਜਾ ਰਿਹਾ, ਇਹਨੂੰ ਨਹੀਂ ਪਤਾ ਕਿ ਹੁਣ ਵੇਖੋ ਬਾਰਡਰ ਤੇ ਬੈਠੇ ਇੱਧਰ ਦੀ ਇੱਧਰ ਬਾਗਪਤ ਦੇ ਇਲਾਕੇ 'ਚ 11 ਨਵੰਬਰ ਦੀ ਰਾਤ ਗੁਜ਼ਰੀ
फिर अगे चलते आओ 12 नवंबर 13 नवंबर 14 नाडा साहब के 15 ਨੂੰ ਕੀਰਤਪੁਰ ਸਾਹਿਬ शीश लिया ਸੀ भाई साहब भाई देता जी। दूजे पासे भाई लखी शाह मजारा उन्होंने बेटे भाई हरदाई है, उन्होंने गड्डियां के उपर गड्डे लंघ रहे थे। भाई लखी शाह मजारे का जो काम से ना बहुत वड्डा सी, 22,000 बंदा काम करता उन्होंने टाइम। एडा वड्डा महल से उन्होंने राय सी रकाबगंज साहब गुरुद्वारा साहब इस स्थान ते सरकारी ठेकेदार भी सन। रोह हुई सी गड्डे लंघे एकदम पहला बने प्लान के दरम्यान ते गड्डियां के उपर शाम नूं ऐसी जो मिट्टी कटाउट ना संभाल कौन देखो 100 गड्ढा ते इतिहास कहता 200 बल्द हो गया गड्ढे लगने मिट्टी उड्डी ते गुरु तेग बहादुर साहब का धड़ जिहड़ी रूनी वाला गड्ढा है ਉਹਦੇ ਵਿੱਚ छुपा के सच्चे पातशाह का धड़ बाबा लखी शाह मजारे ने कर लिया अंदर। राते रात अंगीठा चढ़ के सच्चे पातशाह जी का धड़ अपने घर के अंदर रख के, याद रखियो पहला घर में पासे को अग लाई है फिर अंगीठे में झंडा दिता है। कारण की है जे सीधा अंगीठा जलते हैं, याद रखियो ते कुदरती सुभाव से पूछा जाना से कौन किहदा अंगीठा घर जलाया जो घर दीयां लाटां निकलियां सच्चे पातशाह के धड़ नूं अंगीठे ते रख के अंतिम संस्कार हो रहा है। भाई लखी शाह मजारा परिवार के समेत घर तो बाहर आ गए, लोग इकट्ठे शुरू होने हो गए कि लखी शाह मजारे के महल नूं अग लग गई, घर नूं अग लग गई ते लोग बाहर खड़े गल्लां करदे सी लखी शाह तेरा कख नहीं रहा, तेरा सब कुछ सड़ गया। पर कहते इतिहास कहता है बाबे लखी शाह मजारे के हाथ जुड़ गया, कहने लगा नहीं सब कुछ गया नहीं, सब कुछ बच गया। देखो सिख का नजरिए धन बहुत है बाबे लखी शाह मजारे कोल, पर अज धन धर्म तो कुर्बान कर लगे। असीं ये गल कहने देखो जी शरीर का मतलब कि बाणी अपने तरीके ना खिच खिच के हथ करिए भी देखो कर तो कोई चंदन चढ़ावा है, ऐसी गल नहीं। जिस घर में वो जोत रही है ਉਹਦਾ भी सत्कार सच्चे पातशाह जी के धड़ का संस्कार होया। अगले दिन जो जिवें जिवें पता लगता है बाबा लखी शाह मजारे नूं भी इहदी कीमत तारनी पई, मुड़ के गुरु गोबिंद सिंह साहब मौके नाल पुत्र भी शहीद होए, कारोबार भी घटिया, पर याद रखो धर्म निभा गए। पता नहीं इतिहास कहता राय सीने पिंड विच किन्ने लोगों के घर होंगे, कभी अज मैट्रो स्टेशन बन गया, कभी पार्लीमेंट बन गई, सारा सरकार कोल इलाका है। पता नहीं उत्थे कौन रहिंदा सी ते कौन नहीं रहिंदा, पर गुरु साहब जी के धड़ का संस्कार किया। अज भी बाबे लखी शाह मजारे का नाम उत्थे है, अज भी उन्हों का नाम है। क्यों? क्योंकि जब नानक सतगुर पूजिया तो नानक पूज करावा। देखो जे कुर्बानी कोई करता है, जे अपने आप का कुछ कोई शब्द त्याग करता है तो गुरु दी बख्शिश का पात्र भी सत संगत तो बनता है। किसी ने दो शब्द कह नहीं कह के नफरत बुलाने का समा नहीं। कह लगे एक शाहां दे शाह सुने, एक शाहां दे शाह ने तैनू इस तरह प्रगटाया, गुरु लादो रे गुरु लादो रे उस होका लाया। एक शाहां दे शाह ने तैनू इस तरह छुपाया, संस्कार तेरा कर ले अपने घर नूं लांगू लाया, उस अपना फर्ज निभाया, उस अपना फर्ज निभाया। बाबा मखन शाह प्रगटाउंदे ने, बाबा लखी शाह मजारा छुपाउंदे। समा मंग करता है समय के मुताबिक, इसलिए साध संगत ऐसी शहादत जिहदे वर्गी दुनिया की कोई शहादत नहीं, जेड़े सिद्धांत जेड़े जनेऊ जेड़ा आप नहीं पहने ते गुरु तेग बहादुर साहब की शहादत है ना जिहड़ी कहते ये ऐसी बगावत बन के उठी जिन्हें इस देश विचों मुगलिया राज ऐन बिल्कुल खत्म कर दिता। ये नाल ही मैं दिल्ली कमेटी को बेनती की, तुसीं भी सुनियो, ये भी संगत तक गल लियाउण दी लोड़ है। अगले दिन फिर जो 11 तरीक तो बाद ना 12 तरीक सरकार दे विच पै के, क्योंकि गुरु तेग बहादुर साहब की धड़ के संस्कार वाली गल नहीं पता लगी, विच पै के बाबा लखी शाह मजारे ने 12 नवंबर तिन्ना गुरसिखां दे शरीर भाई मती दास दे जिहड़े शरीर के दोवें टुकड़े ते भाई दयाला ते भाई सती दास दे शरीर के जिन्ना जिवें जिन्ना बचिया सी पिंजर, उन्हां नूं चुक के संस्कार जिथे गुरुद्वारा बाला साहब है उत्थे कीता सी। तिन्हां गुरसिखां दा संस्कार भी इन्नियां बेनतियां करवाणियां समा मैं काफी लोगों को तुहाडे कोलों पढ़ लिया, इन्नी बेनती मैं कर सकिया। शहादत का जिहड़ा रुतबा है वो शहीद की जो मौत है वो कौम की हयात है, हयात तो हयात, ये मौत भी हयात है। सतगुरु के पाए पुण्य ने जिहदे करके अज भी वो शहादत के रस्ते चलते हैं। कौम ने हमेशा अपने आप को स्थिर रखा,
ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਕੋਟਾ ਧੰਨਵਾਦ। ਆਪ ਸਾਧ ਸੰਗਤ ਦਾ ਧੰਨਵਾਦ। ਭੁੱਲਰ ਦਾਸ ਦੀਆਂ ਸੰਗਤ ਕੇ ਛੱਡ ਦੇਣੀ ਹੈ। ਬਚਨ ਸਾਹਿਬ ਦੇ ਜਾਣ ਕੇ ਲੱਗਿਆ ਤੇ ਹਿੱਸਾ ਲੈਣੇ। ਭੁੱਲਾਂ ਦੀ ਮਾਫੀਆਂ ਦੀਆਂ ਅਸੀਸਾਂ ਬਖਸ਼ਣੀਆਂ। ਦੇਵੋ ਸੱਜਣਾ ਅਸੀਸਾਂ ਜੋ ਹੋਵੇ। ਸਾਹਿਬ ਸੁਮੇਲ ਸਮੁੱਚੇ ਪ੍ਰਬੰਧਕ ਵੀਰਾਂ ਦਾ ਧੰਨਵਾਦ। ਐਸਾ ਭਾਈ ਗੁਰਦਰ ਸਿੰਘ ਜੀ ਜਨਾਬ ਜੀ ਦੇ ਦਰਸ਼ਨ ਕਰਾਏ, ਤਿੰਨਾਂ ਦਾ ਧੰਨਵਾਦ। ਆਪ ਰੱਬ ਵਰਗੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਾਹਿਬਾਂ ਦਾ ਕੋਟਾ ਧੰਨਵਾਦ। ਆਦਮ ਸਾਹਿਬ ਗੁਰੂ ਬਖਸ਼ੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।